ਸਾਂਝੀ ਸੋਚ ਸਾਂਝਾ ਸੁਨੇਹਾ ਦੇ ਸੂਝਵਾਨ ਦਰਸ਼ਕਾਂ ਦਾ ਸਾਡੇ ਅੱਜ ਦੇ ਇਸ ਐਪੀਸੋਡ ਵਿੱਚ ਨਿੱਘਾ ਸਵਾਗਤ ਹੈ। ਮੈਂ ਹਾਂ ਆਪ ਜੀ ਦਾ ਹੋਸਟ ਗੁਰਵਿੰਦਰ ਸਿੰਘ। ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਵਿਅਕਤੀਆਂ ਦਾ ਇਹ ਸ਼ੌਂਕ ਹੈ ਮੋਟਰਸਾਈਕਲ ਚਲਾਉਣਾ, ਚਾਹੇ ਉਹ ਮੇਲ ਹਨ ਚਾਹੇ ਫੀਮੇਲ ਹਨ। ਔਰ ਪੰਜਾਬੀਆਂ ਦਾ ਤਾਂ ਕੀ ਹੀ ਕਹਿਣਾ, ਪੰਜਾਬੀਆਂ ਦਾ ਵੀ ਇਹ ਬਹੁਤ ਵੱਡਾ ਸ਼ੌਂਕ ਮੰਨਿਆ ਜਾਂਦਾ ਹੈ ਕਿ ਵਧੀਆ ਤੋਂ ਵਧੀਆ ਮੋਟਰਸਾਈਕਲ ਰੱਖਣਾ। ਪੰਜਾਬ ਦੇ ਵਿੱਚ ਬੁਲਟ ਜਾਂ ਐਨਫੀਲਡ ਮੋਟਰਸਾਈਕਲ ਜਿਹਦੇ ਥੱਲੇ ਹੋਵੇ ਉਹ ਆਪਣੇ ਆਪ ਨੂੰ ਤਾਂ ਸੜਕ ਦਾ ਰਾਜਾ ਹੀ ਸਮਝਦਾ ਹੈ। ਔਰ ਇਹੀ ਸ਼ੌਂਕ ਪੰਜਾਬੀਆਂ ਦਾ ਕੈਨੇਡਾ ਵਿੱਚ ਵੀ ਹੈ। ਬਹੁਤ ਸਾਰੇ ਪੰਜਾਬੀ ਵੀਰ ਭੈਣਾਂ ਮੋਟਰਸਾਈਕਲ ਚਲਾਉਂਦੇ ਨੇ, ਪਰ ਕੈਨੇਡਾ ਦੇ ਕਾਨੂੰਨ ਵੱਖਰੇ ਹੋਣ ਕਰਕੇ ਬਹੁਤ ਸਾਰੇ ਦਸਤਾਰਧਾਰੀ ਸਿੰਘਾਂ ਨੂੰ ਇਸ ਸ਼ੌਂਕ ਦਾ ਮੁੱਲ ਵੀ ਉਤਾਰਨਾ ਪੈਂਦਾ ਹੈ। ਕਹਿਣ ਤੋਂ ਭਾਵ ਕਿ ਆਪਣੀ ਦਸਤਾਰ ਉਤਾਰ ਕੇ ਹੈਲਮਟ ਪਾਉਣਾ ਪੈਂਦਾ ਹੈ। ਪਿਛਲੇ ਦਿਨੀਂ ਇੱਕ ਇਹੋ ਜਿਹਾ ਮੁੱਦਾ ਭਖਿਆ ਓਨਟਾਰੀਓ ਸ਼ਹਿਰ ਦੇ ਵਿੱਚ। ਬਲਜਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ, ਜੋ ਕਿ ਹੈਲਮਟ ਨਹੀਂ ਸੀ ਪਾਇਆ, ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾ ਰਿਹਾ ਸੀ, ਉਸ ਨੂੰ ਟ੍ਰੈਫਿਕ ਪੁਲਿਸ ਵੱਲੋਂ ਰੋਕਿਆ ਗਿਆ। $110 ਦੀ ਟਿਕਟ ਦਿੱਤੀ ਗਈ ਔਰ ਉਸ ਟਿਕਟ ਦੇ ਰੋਸ ਵਜੋਂ ਜਾਂ ਉਸ ਨੂੰ ਹੈਲਮਟ ਪਾਉਣ ਲਈ ਮਜਬੂਰ ਕਰਨ ਦੇ ਰੋਸ ਵਜੋਂ ਬਲਜਿੰਦਰ ਸਿੰਘ ਵੱਲੋਂ ਕੇਸ ਕੀਤਾ ਗਿਆ। ਔਰ ਓਨਟਾਰੀਓ ਦੀ ਜੋ ਪ੍ਰੀਮੀਅਰ ਕੈਥਲੀਨ ਵੇਨ ਹੈ, ਉਸ ਵੱਲੋਂ 19 ਅਗਸਤ ਨੂੰ ਇਹ ਫੈਸਲਾ ਦਿੱਤਾ ਗਿਆ ਕਿ ਨਹੀਂ, ਦਸਤਾਰ ਬੰਨ੍ਹ ਕੇ ਤੁਸੀਂ ਮੋਟਰਸਾਈਕਲ ਨਹੀਂ ਚਲਾ ਸਕਦੇ। ਤੁਹਾਨੂੰ ਜੋ ਹੈਲਮਟ ਹੈ ਉਹ ਪਾਉਣਾ ਬਹੁਤ ਜ਼ਰੂਰੀ ਹੈ। ਸੇਫਟੀ ਨੂੰ ਮੱਦੇਨਜ਼ਰ ਰੱਖਦਿਆਂ ਹੈਲਮਟ ਦੀ ਜੋ ਪਾਉਣਾ ਹੈ ਹੈਲਮਟ ਦਾ ਉਹ ਲਾਜ਼ਮੀ ਹੈ। ਇਸੇ ਲਈ ਔਰ ਇਸੇ ਮੁੱਦੇ ਉੱਪਰ ਗੱਲਬਾਤ ਆਪਾਂ ਅੱਜ ਕਰਾਂਗੇ। ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਹਨ 5AB ਜਾਂ ਦੂਸਰੇ ਤਰੀਕੇ ਦੇ ਨਾਲ ਆਪਾਂ ਕਹਿ ਦਈਏ 5 ਆਬ ਬਾਈਕਰ ਕਲੱਬ ਦੇ ਪ੍ਰੈਜ਼ੀਡੈਂਟ ਅਤੇ ਉਹਨਾਂ ਦੇ ਮੈਂਬਰ ਸਾਡੇ ਨਾਲ ਸਟੂਡੀਓ ਵਿੱਚ ਅੱਜ ਹਾਜ਼ਰ ਨੇ। ਉਹਨਾਂ ਦੇ ਵਿੱਚ ਵੀ ਕਾਫੀ ਜੋ ਉਹਨਾਂ ਦੇ ਮੈਂਬਰ ਨੇ ਉਹ ਵੀ ਦਸਤਾਰਧਾਰੀ ਅੰਮ੍ਰਿਤਧਾਰੀ ਸਿੰਘ ਹਨ। ਉਹਨਾਂ ਨੂੰ ਕਿਹੋ ਜਿਹੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਜਾਂ ਇਸ ਮੁੱਦੇ 'ਤੇ ਉਹਨਾਂ ਦਾ ਕੀ ਵਿਚਾਰ ਹੈ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਸੋ ਭਾਈ ਸੁਰਿੰਦਰਪਾਲ ਸਿੰਘ ਜੀ ਅਤੇ ਪ੍ਰਭ ਸ਼ਰਨਜੀਤ ਸਿੰਘ ਜੀ, ਤੁਹਾਡਾ ਸਾਡੇ ਅੱਜ ਦੇ ਇਸ ਐਪੀਸੋਡ ਵਿੱਚ ਬੜਾ ਨਿੱਘਾ ਸਵਾਗਤ ਹੈ। ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਪਹਿਲਾਂ ਤਾਂ ਆਲੋ ਜੀ ਚਾਹ ਪੀਓ। ਥੈਂਕ ਯੂ। ਅਤੇ ਚਾਹ ਪੀਂਦੇ ਪੀਂਦੇ ਆਪਾਂ ਨਾਲ ਗੱਲਬਾਤ ਵੀ ਜਾਰੀ ਰੱਖਾਂਗੇ ਆਪਣੀ। ਮਿਹਰਬਾਨੀ। ਸਭ ਤੋਂ ਪਹਿਲਾਂ ਤਾਂ ਥੋੜ੍ਹਾ ਜਿਹਾ ਆਪਣੇ ਕਲੱਬ ਬਾਰੇ ਸੰਖੇਪ ਦੇ ਵਿੱਚ ਥੋੜ੍ਹਾ ਆਪਣੇ ਦਰਸ਼ਕਾਂ ਨਾਲ ਸਾਂਝ ਕਰ ਦਿਓ ਕਿ ਤੁਸੀਂ ਕਦੋਂ ਕਲੱਬ ਆਪਣਾ ਸ਼ੁਰੂ ਕੀਤਾ ਅਤੇ ਤੁਹਾਡੇ ਮਨ ਦੇ ਵਿੱਚ ਕੀ ਆਇਆ ਕਿ ਤੁਸੀਂ ਆਪਣਾ ਜਿਹੜਾ ਮੋਟਰਸਾਈਕਲ ਕਲੱਬ ਤੁਸੀਂ ਅਲਬਰਟਾ ਵਿੱਚ ਬਣਾਉਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਤਾਂ ਮੈਂ ਔਰ ਆਪਣੇ ਸਾਥੀਆਂ ਵੱਲੋਂ ਆਪ ਦੇ ਚੱਕ ਦੇ TV ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਬਿਜ਼ੀ ਰੁਝੇਵਿਆਂ ਤੋਂ ਟਾਈਮ ਕੱਢ ਕੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਹੈਗਾ। ਅਤੇ ਮੇਰੇ ਵੱਲੋਂ ਔਰ ਮੇਰੇ ਸਾਥੀ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਧੰਨਵਾਦ ਜੀ। ਅਸੀਂ ਜਿਹੜਾ ਬਾਈਕ ਕਲੱਬ 2011 ਦੇ ਵਿੱਚ ਇਹਨੂੰ ਰਜਿਸਟਰ ਕਰਾਇਆ ਸੀਗਾ 2011 ਦੇ ਵਿੱਚ, ਔਰ 2011 ਤੋਂ ਲੈ ਕੇ 4 ਸਾਲ ਹੋ ਗਏ ਨੇ ਅਸੀਂ ਕੰਟੀਨਿਊਸਲੀ ਆਪਣਾ ਬਾਈਕ ਕਲੱਬ ਚਲਾ ਰਹੇ ਹੈਗੇ ਹਾਂ। ਕਾਫੀ ਜਦੋਂ ਅਸੀਂ ਨਗਰ ਕੀਰਤਨ 'ਤੇ ਇਕੱਠੇ ਹੁੰਦੇ ਸੀਗੇ, ਸਭ ਦੇ ਦਿਲ 'ਚ ਆਉਂਦਾ ਸੀਗਾ ਕਿ ਆਪਣਾ ਇੱਕ ਕਲੱਬ ਬਣਾਇਆ ਜਾਏ, ਆਪਣੀ ਇੱਕ ਪਹਿਚਾਣ ਵੱਖਰੀ ਬਣਾਈ ਜਾਏ, ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬੀਆਂ ਦਾ ਵੀ ਇੱਕ ਕਲੱਬ ਹੈਗਾ। ਅਤੇ ਉਸੇ ਨੂੰ ਅਸੀਂ ਆਪਣੇ ਫੇਸ 'ਤੇ ਰੱਖ ਕੇ ਫਿਰ ਆਪਾਂ ਇੱਕ ਪੰਜਾਬ ਡਬਲ ਮੀਨਿੰਗ ਵਰਡ ਦੇ ਨਾਮ ਨਾਲ, ਜਿਸ ਕਿ ਪੰਜਾਬ ਦੇ ਨਾਲ ਵੀ ਆ ਜਾਂਦਾ ਅਤੇ 5AB ਅਲਬਰਟਾ ਵੀ ਗਿਣਿਆ ਜਾਂਦਾ ਹੈਗਾ। ਗੋਰਿਆਂ, ਹਾਂਜੀ, ਹਾਂਜੀ, ਸਿਰਫ ਇਹ ਪੰਜਾਬੀਆਂ ਲਈ ਸੀ। ਸਾਡਾ ਜਿਹੜਾ ਬਿਗਿਨਿੰਗ ਦੇ ਕੌਨਸੈਪਟ 'ਚ ਅਸੀਂ ਗੋਰਿਆਂ ਨੂੰ ਵੀ ਹੋਰ ਕਮਿਊਨਿਟੀ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੁੰਦੇ ਸੀਗੇ। ਇਸ ਕਰਕੇ ਅਸੀਂ 5AB ਅਤੇ ਪੰਜਾਬ ਦਾ ਡਬਲ ਮੀਨਿੰਗ ਵਰਡ ਯੂਜ਼ ਕੀਤਾ ਸੀਗਾ ਅਤੇ ਕਿ ਸਾਡੇ ਨਾਲ ਹਰ ਕੋਈ ਆ ਕੇ ਰਲ ਸਕੇ। ਸੋ ਹੁਣ ਸਾਡੇ ਕੋਲ ਇਸ ਟਾਈਮ 25 ਤੋਂ 30 ਦੇ ਵਿੱਚ ਮੈਂਬਰ ਹੈਗੇ ਨੇ ਜਿਹੜੇ ਸਾਡੇ ਬਾਈਕ ਕਲੱਬ ਨਾਲ ਜੁੜੇ ਹੋਏ ਨੇ। ਅਸੀਂ ਟਾਈਮ ਟੂ ਟਾਈਮ ਰਾਈਡ 'ਤੇ ਜਾਂਦੇ ਹੈਗੇ ਹਾਂ। ਨਗਰ ਕੀਰਤਨ ਦੇ ਵਿੱਚ ਵੀ ਆਪਾਂ ਆਪਣੇ ਖਾਲਸੇ ਦੀ ਸ਼ਾਨ ਦੇ ਉੱਤੇ ਅੱਗੇ ਆ ਕੇ ਹੀ ਉਹਨੂੰ ਪਾਰਟੀਸਪੇਟ ਕਰਦੇ ਹੈਗੇ ਹਾਂ।
ਤੇ ਕਾਫੀ ਸਾਨੂੰ ਕਮਿਊਨਿਟੀ ਵੱਲੋਂ ਵੀ ਬੜਾ ਚੰਗਾ ਹੁੰਗਾਰਾ ਮਿਲਦਾ ਹੈਗਾ ਕਿ ਤੁਸੀਂ ਬੜੇ ਸੋਹਣੇ ਲੱਗਦੇ ਹੈਗੇ, ਸਭ ਨੇ ਕੇਸਰੀ ਦਸਤਾਰਾਂ ਸਜਾਈਆਂ ਹੁੰਦੀਆਂ ਨੇ, ਕੁੜਤੇ ਪਜਾਮੇ ਪਾਏ ਹੁੰਦੇ ਨੇ। ਤੇ ਆਪਾਂ ਪੂਰਾ ਰੂਲ ਐਂਡ ਰੈਗੂਲੇਸ਼ਨ ਦੇ ਫਾਲੋ ਕਰਦੇ ਹੈਗੇ ਆ, ਜਿਹੜਾ ਨਗਰ ਕੀਰਤਨ ਦੇ ਵਿੱਚ ਜੋ ਵੀ ਸਾਨੂੰ ਇੰਸਟਰਕਸ਼ਨ ਮਿਲਦੀਆਂ ਹੈਗੀਆਂ ਨੇ ਉਸੇ ਹਿਸਾਬ ਨਾਲ ਅਸੀਂ ਅੱਗੇ ਚੱਲਦੇ ਹੈਗੇ। ਪ੍ਰੋਫੈਸਰ ਸ਼ਰਨਜੀਤ ਸਿੰਘ ਜੀ, ਜਿਵੇਂ ਆਪਣੇ ਰਣਦੀਪ ਭਾਈ ਸਾਹਿਬ ਨੇ ਦੱਸਿਆ ਕਿ ਤੁਸੀਂ ਪੂਰੇ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋਏ ਜਿਹੜਾ ਇੱਥੇ ਦਾ ਤੁਹਾਡਾ ਜਾਂ ਤੁਸੀਂ ਰਾਈਡ 'ਤੇ ਜਾਂਦੇ ਹੋ ਜਾਂ ਨਗਰ ਕੀਰਤਨ ਦੇ ਵਿੱਚ ਜਾਂਦੇ ਹੋ, ਤੁਸੀਂ ਉਸ ਚੀਜ਼ ਨੂੰ ਜਿਹੜੇ ਇੱਥੇ ਦੇ ਕਾਨੂੰਨ ਨੇ ਉਸ ਨੂੰ ਫੋਲੋ ਕਰਦੇ ਹੋ। ਜਦੋਂ ਤੁਸੀਂ ਇਹ ਮੋਟਰਸਾਈਕਲ ਕਲੱਬ ਫੋਰਮ ਕੀਤਾ, ਤੁਹਾਨੂੰ ਇਹ ਤੁਸੀਂ ਇਸ ਚੀਜ਼ ਤੋਂ ਅਵੇਅਰ ਸੀਗੇ ਵੀ ਤੁਸੀਂ ਦਸਤਾਰ ਬੰਨ੍ਹ ਕੇ ਇੱਥੇ ਅਲਬਰਟਾ ਦੇ ਵਿੱਚ ਮੋਟਰਸਾਈਕਲ ਚਲਾ ਨਹੀਂ ਸਕਦੇ? ਜਾਂ ਇਸ ਚੀਜ਼ ਤੋਂ ਅਸੀਂ ਬਿਲਕੁਲ ਅਵੇਅਰ ਸੀਗੇ ਕਿ ਅਸੀਂ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਨਹੀਂ ਚਲਾ ਸਕਦੇ। ਬਟ ਜਦੋਂ ਹੁਣ ਨਗਰ ਕੀਰਤਨ ਲਈ ਅਸੀਂ ਡਿਸਾਈਡ ਕੀਤਾ ਵੀ ਅਸੀਂ ਬਾਬਾ ਜੀ ਦੇ ਅੱਗੇ ਆਊਟਰਾਈਡ ਕਰਦੇ ਹਾਂ, ਮਤਲਬ ਉਹਨਾਂ ਬਾਬਾ ਜੀ ਦੀ ਭੀੜ ਨੂੰ ਅਸੀਂ ਸਕਾਟ ਕਰਦੇ ਹਾਂ ਅੱਗੇ, ਤਾਂ ਵੀ ਅਸੀਂ ਹੈਲਮਟ ਪਾ ਕੇ ਤਾਂ ਕਰ ਨਹੀਂ ਸਕਦੇ। ਅਤੇ ਜਦੋਂ ਅਸੀਂ ਫਸਟ ਟਾਈਮ ਆਊਟਰਾਈਡ ਕੀਤਾ ਤਾਂ ਅਸੀਂ ਪੱਗਾਂ ਬੰਨ੍ਹ ਕੇ ਹੀ ਕੀਤਾ ਸੀਗਾ। ਅਤੇ ਇਸ ਲਈ ਤੁਸੀਂ ਜਿਹੜੀ ਆਪਣਾ ਇੱਥੇ ਦੀ ਟ੍ਰੈਫਿਕ ਪੁਲਿਸ ਆ ਜਾਂ ਇੱਥੇ ਦੀ ਗੌਰਮੈਂਟ ਵੱਲੋਂ ਜਾਂ ਸਿਟੀ ਵੱਲੋਂ ਤੁਹਾਨੂੰ ਕੋਈ ਤੁਸੀਂ ਉਹਨਾਂ ਨੂੰ ਪੁੱਛਿਆ ਸੀ ਜਾਂ ਉਹਨਾਂ ਵੱਲੋਂ ਕੋਈ ਤੁਹਾਨੂੰ ਦਿੱਤੀ ਗਈ ਇਜਾਜ਼ਤ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ? ਜਦੋਂ ਫਸਟ ਟਾਈਮ ਅਸੀਂ ਕੀਤਾ ਉਦੋਂ ਅਸੀਂ ਕਿਸੇ ਨੂੰ ਪੁੱਛਣਾ ਸੀਗਾ ਔਰ ਕੋਈ ਪਰਮਿਸ਼ਨ ਨਹੀਂ ਲਈ ਅਸੀਂ ਕਿਸੇ ਤੋਂ, ਅਤੇ ਅਸੀਂ ਸਿੰਪਲੀ ਜਾ ਕੇ ਆਊਟਰਾਈਡ ਕਰਤਾ ਸੀਗਾ, ਹੈ ਨਾ। ਅਤੇ ਸਾਨੂੰ ਪੁਲਿਸ ਕਰਨੀ ਵੀ ਕੋਆਪਰੇਸ਼ਨ ਨਹੀਂ ਸੀ ਕਿਸਮ ਦੀ, ਤੁਸੀਂ ਕਹਿ ਸਕਦੇ ਹੋ ਕਿ ਵੀ ਉਹਨਾਂ ਨੇ ਆਬਜੈਕਟ ਨਹੀਂ ਕੀਤਾ ਕਿਸੇ ਨੇ ਵੀ, ਅਤੇ ਉਹਨਾਂ ਨੇ ਸਾਨੂੰ ਅਲਾਓ ਕਰਤਾ ਬਿਕੋਜ਼ ਅਸੀਂ ਬਹੁਤ ਸਲੋ ਚੱਲ ਰਹੇ ਸੀਗੇ, ਲਾਈਕ ਮਤਲਬ ਵਾਕਿੰਗ ਸਪੀਡ 'ਤੇ ਹੀ ਹੁੰਦੇ ਹਾਂ। ਠੀਕ ਹੈ। ਸੋ ਇੰਨੀ ਉਹਨਾਂ ਕੋਲ ਨਹੀਂ ਕੋਈ ਸਾਨੂੰ ਮਤਲਬ ਜ਼ਿਆਦਾ ਰੈਜ਼ਿਸਟੈਂਸ ਨਹੀਂ ਆਈ ਕਿਸੇ ਵੀ ਟਾਈਪ ਦੀ, ਸੋ ਉਹਨਾਂ ਨੇ ਅਲਾਓ ਕੀਤਾ ਸਾਨੂੰ ਵੀ ਅਸੀਂ ਰਾਈਡ ਕਰ ਲਈਏ ਅੱਗੇ ਨਾ। ਠੀਕ ਹੈ ਜੀ। ਅਤੇ ਤੁਹਾਡੇ ਤੁਸੀਂ ਇੱਥੇ ਜਦੋਂ ਦਿਲ ਕਰਦਾ ਤੁਹਾਡਾ ਵੀ ਮੈਂ ਹੈਲਮਟ ਯਾਰ ਮੈਂ ਨਹੀਂ ਪਾਉਣਾ ਚਾਹੁੰਦਾ, ਮੈਂ ਚਾਹੁੰਦਾ ਵੀ ਮੈਂ ਆਪਣੀ ਦਸਤਾਰ ਬੰਨ੍ਹ ਕੇ ਸੋਹਣਾ ਆਪਣਾ ਜਾਵਾਂ, ਪਤਾ ਲੱਗੇ ਵੀ ਪੰਜਾਬੀ ਮੋਟਰਸਾਈਕਲ 'ਤੇ ਆ ਰਿਹਾ, ਅਤੇ ਇਸ ਬਾਰੇ ਤੁਹਾਡਾ ਜਿਹੜਾ ਤੁਹਾਡੇ ਦਿਲ ਦੇ ਵਿੱਚ ਕੋਈ ਤਮੰਨਾ ਹੈ ਕਿ ਤੁਹਾਨੂੰ ਇੱਥੇ ਦੀ ਜਿਹੜੀ ਗੌਰਮੈਂਟ ਹੈ ਜਾਂ ਅਲਬਰਟਾ ਦੀ ਗੌਰਮੈਂਟ ਵੱਲੋਂ ਤੁਹਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਤੁਸੀਂ ਦਸਤਾਰ ਬੰਨ੍ਹ ਕੇ ਚਲਾ ਸਕਦੇ ਹੋ? ਜਾਂ ਅਲਾਓ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਆ ਕਿ ਵੀ ਮਤਲਬ ਕਦੇ ਕਦੇ ਯੂ ਡੂ ਫੀਲ ਲਾਈਕ ਕਿ ਵੀ ਤੁਹਾਡਾ ਜੀ ਕਰਦਾ ਵੀ ਤੁਸੀਂ ਦਸਤਾਰ ਬੰਨ੍ਹ ਕੇ ਰਾਈਡ ਕਰ ਲਓ, ਹੈ ਨਾ। ਪਰ ਦੋ ਅਸੀਂ ਅੰਡਰਸਟੈਂਡ ਕਰਦੇ ਹਾਂ ਵੀ ਉਹਨਾਂ ਦੇ ਰੂਲਸ ਉਸ ਟਾਈਪ ਦੇ ਹੈਗੇ ਆ। ਬਾਈਕਸ ਵੀ ਇੱਥੇ ਬਹੁਤ ਜ਼ਿਆਦਾ ਪਾਵਰਫੁਲ ਆ, ਕਿਸੇ ਹੱਦ ਤੱਕ ਉਹ ਵੀ ਠੀਕ ਨੇ ਕਿ ਵੀ ਸੱਟਾ ਲੱਗਣ ਦੇ ਚਾਂਸਿਸ ਜ਼ਿਆਦਾ ਨੇ ਵੀ ਜੇ ਤੁਸੀਂ ਬਾਈਕ ਰਾਈਡ ਕਰ ਰਹੇ ਹੋ। ਬਟ ਫਿਰ ਵੀ ਮਤਲਬ ਇਹ ਤਾਂ ਗੱਲ ਤੁਹਾਡੀ ਸਹੀ ਹੈ, ਜਿਹਦਾ ਕਰਦਾ ਆ ਵੀ ਜਿੱਦਾਂ ਹੁਣ BC ਸਾਡੇ ਜਿਹੜੇ ਦੂਜੇ ਜਿੱਦਾਂ ਮੋਟਰਸਾਈਕਲ ਕਲੱਬਸ ਉਹਨਾਂ ਨੂੰ ਅਲਾਊਡ ਆ, ਅਤੇ ਮੈਨੀਟੋਬਾ 'ਚ ਵੀ ਅਲਾਊਡ ਹੈਗਾ ਵੀ ਸਾਨੂੰ ਵੀ ਅਲਾਓ ਕਰ ਦੇਣ। ਜੀ। ਤੁਸੀਂ ਇਸ ਬਾਰੇ ਕੋਈ ਕਦਮ ਚੱਕ ਰਹੇ ਹੋ ਜੀ ਕਿ ਤੁਹਾਨੂੰ ਇੱਥੇ ਜਿਹੜੀ ਪੱਗ ਬੰਨ੍ਹਣ ਦੀ ਇਜਾਜ਼ਤ ਅਤੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਮਿਲ ਸਕੇ? ਟਰਾਈ ਤਾਂ ਕਰ ਰਹੇ ਹਾਂ ਅਸੀਂ ਵੀ, ਪਟੀਸ਼ਨ ਵਗੈਰਾ ਕੋਈ ਸਾਈਨ ਕਰਾਈਏ, ਵੀ ਆਰ ਵਰਕਿੰਗ ਔਨ ਇਟ, ਅਤੇ ਦੇਖਦੇ ਹਾਂ ਕਿੱਦਾਂ ਚੱਲਦਾ ਆ। ਅਤੇ ਰਣਦੀਪ ਭਾਅ ਜੀ, ਜਿਹੜਾ ਓਨਟਾਰੀਓ ਦੇ ਵਿੱਚ ਇੱਕ ਨਵਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਵਾਦ ਖੜ੍ਹਾ ਹੋਇਆ ਕਿ ਉੱਥੇ ਬਲਜਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਜੋ ਮੋਟਰਸਾਈਕਲ 'ਤੇ ਜਾ ਰਿਹਾ ਸੀ ਰੋਡ 'ਤੇ, ਉਸਨੇ ਕਿਉਂਕਿ ਉਹ ਓਨਟਾਰੀਓ ਦਾ ਕਾਨੂੰਨ ਵੱਖਰਾ BC ਨਾਲੋਂ ਕਿ ਤੁਸੀਂ ਚਾਹੇ ਸਿੱਖ ਹੋ ਚਾਹੇ ਕੋਈ ਕਲੀਨ ਸ਼ੇਵਨ ਹੈ, ਅਤੇ ਤੁਹਾਨੂੰ ਹੈਲਮਟ ਜਿਹੜਾ ਹੈ ਉਹ ਜ਼ਰੂਰੀ ਹੈ। ਪਰ ਉਸ ਵੀਰ ਵੱਲੋਂ ਇਹ ਸਮਝ ਲਓ ਕਿ ਇੱਕ ਅਵੇਅਰਨੈਸ ਕਹਿ ਸਕਦੇ ਹਾਂ, ਜਾਂ ਉਸਨੇ ਇਸ ਚੀਜ਼ ਨੂੰ ਚੈਲੰਜ ਲਿਆ ਕਿ ਮੈਂ ਜਿਹੜਾ ਹੈਲਮਟ ਪਾ ਕੇ ਨਹੀਂ ਚਲਾਉਣਾ, ਅਤੇ ਮਸਲਾ ਕਾਫੀ ਭਖਿਆ ਹੋਇਆ। ਤੁਹਾਨੂੰ ਲੱਗਦਾ ਕਿ ਸਾਡੇ ਜਿਹੜਾ ਜੋ ਸਾਡਾ ਰਿਲੀਜੀਅਸ ਸਾਡੀ ਗਰਾਊਂਡ ਹੈ ਉਹਦੀ ਵਾਇਲੇਸ਼ਨ ਹੋ ਰਹੀ ਹੈ ਉੱਥੇ? ਦੇਖੋ ਜੀ, ਦੋ ਗੱਲਾਂ ਹੈਗੀ। ਜੇ ਤਾਂ ਅਸੀਂ ਸੇਫਟੀ ਵਾਈਜ਼ ਦੇਖੀਏ ਤਾਂ ਫਿਰ ਤਾਂ ਆਪਾਂ ਨੂੰ ਹੈਲਮਟ ਦੀ ਕਾਫੀ ਜ਼ਰੂਰਤ ਹੈ, ਪਰ ਜੇ ਆਪਾਂ ਧਰਮ ਵਾਈਜ਼ ਦੇਖੀਏ ਤਾਂ ਠੀਕ ਹੈ, ਸਾਡੀ ਵਾਇਲੇਸ਼ਨ ਤਾਂ ਹੋ ਰਹੀ ਹੈਗੀ ਨਾ। ਜਿਹੜੀ ਹੁਣ ਇੱਕ ਸਿੱਖੀ ਸਰੂਪ ਦੇ ਵਿੱਚ ਅਸੀਂ ਆਪਣਾ ਪੂਰਾ ਪ੍ਰੈਜੈਂਟੇਸ਼ਨ ਕਰ ਰਹੇ ਹੈਗੇ ਆ, ਉਹ ਆਪਾਂ ਹੈਲਮਟ ਪਾ ਕੇ ਨਹੀਂ ਕਰ ਰਹੇ ਹੈਗੇ। ਸੋ ਮੇਰਾ ਇਹ ਵੀ ਗੱਲ ਹੈਗੀ ਕਿ ਜਿਸ ਤਰ੍ਹਾਂ ਹੁਣ ਮੇਰੇ ਉਹ ਵੀਰ ਨੇ ਉਹ ਸ਼ੁਰੂਆਤ ਕੀਤੀ ਹੈਗੀ ਹੈ, ਜਿਸ ਤਰ੍ਹਾਂ ਅਸੀਂ ਹੋਰ ਕਲੱਬਾਂ ਵਾਲੇ ਜਾਂ ਹੋਰ ਸਾਡੀ ਕਮਿਊਨਿਟੀ ਉਹਨਾਂ ਦੇ ਨਾਲ ਜੁੜੇਗੀ, ਅੱਜ ਨਹੀਂ ਦੀ ਹੋ ਸਕਦਾ 1-2 ਸਾਲਾਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਉਸ ਸਟੇਟ ਦੇ ਵਿੱਚ ਵੀ ਗੌਰਮੈਂਟਾਂ ਨੂੰ ਸੋਚਣ ਲਈ ਇਹ ਜ਼ਰੂਰ ਮੌਕਾ ਮਿਲੇਗਾ ਕਿ ਵਾਕਈ ਸਾਨੂੰ ਵੀ ਇਹਨਾਂ ਨੂੰ ਹੈਲਮਟ ਦੀ ਛੂਟ ਦੇਣੀ ਚਾਹੀਦੀ ਹੈਗੀ ਆ। ਰਿਸਟ੍ਰਿਕਸ਼ਨਾਂ ਪਾ ਸਕਦੇ ਨੇ ਕਿ ਤੁਸੀਂ 80 ਕਿਲੋਮੀਟਰ ਦੇ ਉੱਤੋਂ ਜ਼ੋਨ ਦੇ ਉੱਤੇ ਨਹੀਂ ਜਾਵੋ, ਰਾਈਟ। ਜੇ ਤੁਸੀਂ ਰਾਈਡ ਕਰਨੀ, ਹੁਣ ਰਾਈਡ ਦਾ ਮਤਲਬ ਇਹ ਤਾਂ ਹੈ ਨਹੀਂ ਕਿ ਅਸੀਂ ਹੁਣ 120 ਦੀ ਸਪੀਡ ਦੇ ਉੱਤੇ ਪੱਗ ਪਾ ਕੇ ਰੋਡ ਦੇ ਉੱਤੇ ਜਾਈਏ, ਫਿਰ ਤਾਂ ਆਪਾਂ ਸੇਫ ਨਹੀਂ ਹੈਗੇ ਨਾ। ਪੱਗ ਵਿਜਨ 60-70 ਪਾਰ ਕਰਦੇ ਸਾਰੀ ਕਾਫੀ ਚਾਂਸਿਸ ਹੁੰਦੇ ਨੇ ਕਿ ਪੱਗ ਤੁਹਾਡੀ ਲੱਥ ਜਾਵੇ। ਸੋ ਕਿਤੇ ਅਸੀਂ ਚਾਹਾਂਗੇ ਕਿ ਸਿਟੀ ਵਾਲੇ ਜਾਂ ਗੌਰਮੈਂਟ ਸਾਨੂੰ ਰਿਸਟ੍ਰਿਕਸ਼ਨ ਬਾਉਂਡ ਕਰ ਦੇ ਕਿ ਤੁਸੀਂ 60 ਜਾਂ 80 ਵਾਲੇ ਜ਼ੋਨ ਤੋਂ ਬਾਹਰ ਜਾਓਗੇ ਤਾਂ ਤੁਹਾਨੂੰ ਇਹਦੇ 'ਤੇ ਟਿਕਟ ਮਿਲੇਗੀ। ਜੇ ਤੁਸੀਂ ਅੰਦਰ ਚਲਾਉਂਦੇ ਹੋ ਤੇ ਤੁਸੀਂ ਵੀ ਸੇਫ ਹੋ ਸਕਦੇ ਹੋ। ਸੋ ਵਾਇਲੇਸ਼ਨ ਤਾਂ ਜ਼ਰੂਰ ਹੈਗੀ ਹੈ ਕਿ ਹਰ ਬੰਦਾ ਚਾਹੁੰਦਾ ਕਿ ਸਾਨੂੰ ਪੱਗ ਪਾ ਕੇ ਪਰਮਿਸ਼ਨ ਦਿੱਤੀ ਜਾਵੇ। ਕੈਨੇਡਾ ਵਾਈਜ਼ ਰੂਲ ਇੱਕੋ ਹੀ ਹੋਣਾ ਚਾਹੀਦਾ ਨਾ।
ਹੈ ਨਹੀਂ ਕਿ ਇੱਥੇ ਐਕਸੀਡੈਂਟ ਘੱਟ ਹੁੰਦੇ ਨੇ, ਉੱਥੇ ਜ਼ਿਆਦਾ ਹੁੰਦੇ ਨੇ, DC 'ਚ ਘੱਟ ਹੁੰਦੇ ਜਾਂ ਟੋਰੰਟੋ ਜ਼ਿਆਦਾ। ਸੋ ਐਕਸੀਡੈਂਟ ਵਾਲੀ ਜਾਂ ਰੂਲ ਐਂਡ ਰੈਗੂਲੇਸ਼ਨ ਤੇ ਆਲ ਓਵਰ ਸੇਮ ਹੀ ਹੈਗੇ ਨੇ। ਇੱਥੇ ਤੁਸੀਂ ਸਟਾਪ ਸਾਈਨ ਨਾ ਰੁਕੋ ਟਿਕਟ ਮਿਲਦੀ, ਉਹ ਟੋਰੰਟੋ ਦੀ ਸਟਾਪ ਸਾਈਨ ਤੇ ਨਾ ਰੁਕੋ ਟਿਕਟ ਤਾਂ ਉੱਥੇ ਵੀ ਮਿਲਣੀ ਹੈਗੀ ਹੈ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਹੈਲਮਟ ਪਾ ਕੇ ਤੁਸੀਂ ਸੇਫ ਹੋ? ਦੇਖੋ ਇਹ ਜਿਹੜੀ ਚੀਜ਼ ਆ ਇਹਦੇ ਬਾਰੇ ਆਪਾਂ ਜੇ ਥੋੜ੍ਹਾ ਜਿਹਾ ਮਤਲਬ ਹਿਸਟਰੀ 'ਚ ਪਿੱਛੇ ਜਾਈਏ, ਜਿੱਦਾਂ ਆਪਾਂ ਪਹਿਲਾਂ ਵੀ ਇੱਕ ਵਾਰੀ ਡਿਸਕਸ ਕੀਤਾ ਸੀਗਾ ਤੁਹਾਡੇ ਨਾਲ ਗੁਰਿੰਦਰ ਭਾਜੀ, ਕਿ ਵੀ ਜਦੋਂ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਦੇ ਵਿੱਚ ਸਿੱਖ ਰੈਜੀਮੈਂਟਸ ਰੇਜ਼ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਲੈ ਕੇ ਗਏ ਯੂਰਪ ਦੇ ਵਿੱਚ ਫਾਈਟ ਕਰਨ ਲਈ, ਅਫਰੀਕਾ ਦੇ ਵਿੱਚ ਫਾਈਟ ਕਰਨ ਲਈ, ਉਦੋਂ ਹੁੰਦਾ ਸੀਗਾ ਟ੍ਰੈਂਚ ਵਾਰਫੇਅਰ, ਰਾਈਟ। ਅਤੇ ਜਦੋਂ ਇੱਕ ਸੋਲਜਰ ਟ੍ਰੈਂਚ ਦੇ ਵਿੱਚ ਹੁੰਦਾ ਆ ਅਤੇ ਜਦੋਂ ਉਹਨੇ ਗੋਲੀ ਚਲਾਉਣੀ, ਉਹਨੇ ਉੱਠਣਾ, ਸਭ ਤੋਂ ਪਹਿਲਾਂ ਉਹਦਾ ਸਿਰ ਬਾਹਰ ਨਿਕਲਦਾ ਟ੍ਰੈਂਚ ਦੇ ਵਿੱਚੋਂ। ਅਤੇ ਉਦੋਂ ਜਦੋਂ ਸਾਨੂੰ ਅਲਾਓ ਕਰ ਦਿੱਤਾ ਗਿਆ ਕਿ ਵੀ ਤੁਸੀਂ ਪੱਗਾਂ ਬੰਨ੍ਹ ਕੇ ਟ੍ਰੈਂਚ ਵਾਰਫੇਅਰ ਦੇ ਵਿੱਚ ਲੜ ਸਕਦੇ ਹੋ, ਅਤੇ ਸੇਫਟੀ ਉਦੋਂ ਵੀ ਉਨੀ ਹੀ ਸੀਗੀ, ਰਾਈਟ। ਲਾਈਕ ਕਿੱਥੇ ਤਾਂ ਗੋਲੀ ਆ ਰਹੀ ਹੈ, ਕਿੱਥੇ ਮੋਟਰਸਾਈਕਲ ਤਾਂ ਮੈਂ ਸ਼ਾਇਦ ਗਿਰਾਂ, ਸ਼ਾਇਦ ਮੈਂ ਨਾ ਗਿਰਾਂ, ਉਹਦੇ ਤਾਂ ਫਿਰ ਵੀ ਪੋਸੀਬਿਲਿਟੀ ਹੈਗੀ ਆ ਦੋਨੋਂ ਪਾਸੇ। ਪਰ ਜਦੋਂ ਟ੍ਰੈਂਚ ਵਾਰਫੇਅਰ ਚੱਲ ਰਿਹਾ ਉਦੋਂ ਤਾਂ ਪਤਾ ਅੱਗੇ ਗੋਲੀ ਆ ਰਹੀ ਆ, ਰਾਈਟ। ਅਤੇ ਉਦੋਂ ਜਦੋਂ ਇਹਨਾਂ ਨੇ ਸਾਨੂੰ ਅਲਾਓ ਕਰਤਾ ਕਿ ਵੀ ਠੀਕ ਆ, ਕਿਉਂਕਿ ਉਦੋਂ ਲੋੜ ਸੀਗੀ, ਹੈ ਨਾ, ਕਿਉਂਕਿ ਜੇ ਉਦੋਂ ਕਹਿ ਦਿੰਦੇ ਸਿੱਖਾਂ ਨੂੰ ਵੀ ਤੁਸੀਂ ਪੱਗਾਂ ਬੰਨ੍ਹ ਕੇ ਨਹੀਂ ਲੜ ਸਕਦੇ, ਤਾਂ ਉਹਨਾਂ ਨੇ ਕਹਿਣਾ ਠੀਕ ਹੈ ਫਿਰ ਅਸੀਂ ਲੜਦੇ ਨਹੀਂ, ਸਾਡੀ ਤਾਂ ਵਾਰ ਹੀ ਨਹੀਂ, ਤੁਸੀਂ ਲੈ ਕੇ ਆਏ ਹੋ ਸਾਨੂੰ, ਇੱਥੇ ਅਸੀਂ ਨਹੀਂ ਲੜਦੇ। ਪਰ ਉਦੋਂ ਇਹਨਾਂ ਨੂੰ ਸਾਡੇ ਜਿਹੜੇ ਮਤਲਬ ਫਾਈਟਿੰਗ ਸਪਿਰਿਟ ਸੀਗੀ ਔਰ ਜਿਹੜੀ ਸਾਡੀ ਮਾਰਸ਼ਲ ਸਾਈਡ ਸੀਗੀ, ਇਹਨਾਂ ਨੂੰ ਲੋੜ ਸੀਗੀ ਉਸ ਚੀਜ਼ ਦੀ, ਉਦੋਂ ਇਹਨਾਂ ਨੇ ਫੁੱਲ ਫਲੈਜ ਅਲਾਓ ਕਰਤਾ, ਰਾਈਟ। ਕਹਿੰਦੇ ਵੀ ਠੀਕ ਹੈ ਤੁਸੀਂ ਜਿੱਦਾਂ ਮਰਜ਼ੀ ਫਾਈਟ ਕਰ ਲਓ। ਤੁਸੀਂ ਅੱਜ ਵੀ ਵਰਲਡ ਵਾਰ 1 ਦੀਆਂ ਜਾਂ ਵਰਲਡ ਵਾਰ 2 ਦੀਆਂ ਪਿਕਚਰਸ ਦੇਖੋ ਤਾਂ ਤੁਹਾਨੂੰ ਜਿੰਨੇ ਵੀ ਸਿੱਖ ਸੋਲਜਰਸ ਦੀਆਂ ਪਿਕਚਰਸ ਦੇਖਣਗੀਆਂ, ਕਿਸੇ ਨੇ ਵੀ ਹੈਲਮਟ ਨਹੀਂ ਪਾਇਆ ਹੋਇਆ। ਔਰ ਬਹੁਤ ਸਾਰੀਆਂ ਇਹੋ ਜਿਹੀਆਂ ਪਿਕਚਰਸ ਆ, ਈਵਨ ਡਾਕੂਮੈਂਟਰੀਜ਼ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਸਿੱਖ ਸੋਲਜਰ ਟ੍ਰੈਂਚ ਵਾਰਫੇਅਰ ਕਰ ਰਹੇ ਨੇ ਔਰ ਗੋਲੀਆਂ ਚਲਾ ਰਹੇ ਨੇ, ਔਰ ਜਦੋਂ ਉਹਨਾਂ ਦੇ ਨਾਲ ਕੋਈ ਗੋਰਾ ਆ ਜਾਂ ਕੋਈ ਹੋਰ ਕਮਿਊਨਿਟੀ ਦਾ ਬੰਦਾ ਆ ਜਿਹਨੇ ਹੈਲਮਟ ਪਾਇਆ, ਉਹ ਸਿਰ ਉੱਪਰ ਚੱਕ ਕੇ ਗੋਲੀ ਚਲਾਉਂਦਾ ਆ, ਮਤਲਬ ਟ੍ਰੈਂਚ 'ਚੋਂ ਬਾਹਰ ਨਿਕਲਦਾ ਆ ਅਤੇ ਅੱਗੇ ਦੁਸ਼ਮਣ 'ਤੇ ਗੋਲੀ ਚਲਾਉਂਦਾ ਆ, ਅਤੇ ਨਾਲ ਹੀ ਸਿੱਖ ਜਿਹਨੇ ਪੱਗ ਬੰਨ੍ਹੀ ਹੁੰਦੀ ਸੀ ਉਹ ਵੀ ਉੱਠਦਾ ਹੁੰਦਾ ਸੀਗਾ। ਅਤੇ ਅੱਜ ਜਦੋਂ ਅਸੀਂ ਮੋਟਰਸਾਈਕਲ 'ਤੇ ਰਾਈਡ ਕਰਨ ਦੀ ਪਰਮਿਸ਼ਨ ਮੰਗ ਰਹੇ ਹਾਂ ਤਾਂ ਉਦੋਂ ਕਹਿੰਦੇ ਆ ਇਟਸ ਓਕੇ ਵੀ ਨਹੀਂ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਇਟਸ ਨਾਟ ਸੇਫ ਫॉर ਯੂ, ਰਾਈਟ। ਆਈ ਡੂ ਅੰਡਰਸਟੈਂਡ ਕਿ ਨਹੀਂ ਹੈਗਾ ਸੇਫ, ਪਰ ਸੇਫਟੀ ਉਦੋਂ ਕਿੱਧਰ ਗਈ ਸੀ ਜਦੋਂ ਲੜਾਈ ਲੱਗੀ ਹੋਈ ਸੀਗੀ, ਵੈਨ ਵੀ ਆਰ ਐਕਚੁਅਲੀ ਗੋਇੰਗ ਟੂ ਵਾਰ। ਜਦੋਂ ਅਸੀਂ ਅਸਲੀ ਦੇ ਵਿੱਚ ਲੜਾਈ 'ਤੇ ਚਲੇ ਗਏ ਸੀਗੇ, ਉਸ ਟਾਈਮ 'ਤੇ ਤਾਂ ਗਰੰਟੀਡ ਹੈ ਨਾ ਵੀ ਹੁਣ ਮੇਰੇ ਕੋਲ ਵੀ ਰਾਈਫਲ ਆ, ਦੂਜੇ ਕੋਲ ਵੀ ਰਾਈਫਲ ਆ, ਉਹਨੇ ਵੀ ਗੋਲੀ ਚਲਾ ਦੇਣੀ ਆ, ਮੈਂ ਵੀ ਚਲਾਉਣੀ ਆ। ਉਦੋਂ ਤਾਂ ਪੱਕਾ ਸੀਗਾ ਵੀ ਹੁਣ ਤਾਂ ਬੰਦਾ ਮਾਰ ਹੀ ਸਕਦਾ ਵਾ, ਉਦੋਂ ਸਾਨੂੰ ਫੁੱਲ ਪਰਮਿਸ਼ਨ ਸੀਗੀ। ਅਤੇ ਅੱਜ 40-50 ਸਾਲ ਵਾਰ ਹੋਈ ਨੂੰ ਹੋਏ ਆ, ਅਤੇ ਹੁਣ ਸਾਰਾ ਐਟੀਟਿਊਡ ਚੇਂਜ ਹੋ ਗਿਆ। ਵਾਏ ਵੀ ਹੁਣ ਕਰ ਲੈਣ ਦੋ ਰਾਈਟ ਸਾਨੂੰ, ਮਤਲਬ ਜਦੋਂ ਇੱਕ ਪ੍ਰੋਵਿੰਸ ਨੇ ਤਾਂ ਅਲਾਓ ਕੀਤਾ, ਜਾਂ ਤਾਂ ਹੁੰਦਾ ਨਾ ਯੂਨੀਫਾਰਮ ਆ ਕੈਨੇਡਾ ਦੇ ਵਿੱਚ, ਜਿੱਦਾਂ ਭਾਜੀ ਹੁਣੀ ਕਹਿ ਰਹੇ ਆ, ਸੰਦੀਪ ਭਾਜੀ ਕਹਿ ਰਹੇ ਆ ਕਿ ਵੀ ਯੂਨੀਫਾਰਮ ਕਰ ਦਿਓ ਲਾਅ, ਹੈ ਨਾ, ਵੀ ਜਾਂ ਤਾਂ ਕਿਸੇ ਨੂੰ ਨਾ ਅਲਾਓ ਕਰੋ, ਵੀ BC 'ਚ ਵੀ ਅਲਾਊਡ ਨਹੀਂਗਾ, ਇੱਥੇ ਵੀ ਨਹੀਂਗਾ, ਨਹੀਂ ਮੰਨਣਾ ਅਸੀਂ, ਅੜ ਗਏ ਅਸੀਂ, ਹੁਣ ਤੁਸੀਂ ਕਰ ਲਓ ਜੋ ਕਰਨਾ, ਹੈ ਨਾ। ਇਹ ਕਿੱਦਾਂ ਪਿਕ ਐਂਡ ਚੂਜ਼ ਕਿੱਦਾਂ ਹੋ ਰਿਹਾ? ਲਾਈਕ ਵਾਈ ਆਰ ਦੇ ਅਲਾਉਇੰਗ ਕਿ ਵੀ ਇੱਥੇ ਕਰ ਲਓ, ਫਿਰ ਇੱਥੋਂ ਨਹੀਂ। ਹੁਣ ਜੇ ਕੋਈ BC ਤੋਂ ਬੰਦਾ ਰਾਈਡ ਕਰਕੇ ਆ ਰਿਹਾ, ਉਹ ਕਹਿੰਦਾ ਮੈਨੂੰ ਤਾਂ ਅਲਾਊਡ ਆ, ਮੇਰੇ ਕੋਲ ਤਾਂ BC ਦਾ ਲਾਇਸੈਂਸ ਆ, ਮੈਂ ਤਾਂ ਹੁਣ ਰਾਈਡ ਕਰਕੇ ਤੁਰ ਤੱਕ ਟੋਰੰਟੋ ਤੱਕ ਜਾਊਂਗਾ, ਫਿਰ ਕੀ ਕਰਨਗੇ? ਵਾਟ ਆਰ ਦੇ ਗੋਇੰਗ ਟੂ ਡੂ ਦੈਨ? ਮਤਲਬ ਜਿੱਦਾਂ ਬਾਰਡਰ ਪਾਰ ਕਰੂਗਾ ਫਿਰ ਬੜਾ ਪੁਲਿਸ ਟਿਕਟ ਲਿਖੂਗੀ ਉਹਨੂੰ। ਬਟ ਦੇ ਸ਼ੁੱਡ ਅਲਾਓ ਅਸ ਟੂ ਡੂ ਇਟ, ਰਾਈਟ। ਮਤਲਬ ਅਸੀਂ ਕੰਸਟਰਕਟਿਵਲੀ ਵਿੱਚ ਪਾ ਰਹੇ ਹਾਂ ਸੋਸਾਇਟੀ ਦੇ ਆਪਣਾ ਪਾਰਟ, ਅਤੇ ਮੈਂ ਮੰਨਦਾ ਵੀ ਹੁਣ ਸਾਡੀ ਪਾਪੂਲੇਸ਼ਨ ਵੱਧ ਗਈ, ਪਹਿਲਾਂ ਘੱਟ ਸੀਗੀ। ਲਾਈਕ ਦੇ ਸ਼ੁੱਡ ਲਿਸਨ ਟੂ ਅਸ ਕਿ ਵੀ ਠੀਕ ਹੈ ਰਾਈਡ ਕਰਨਾ ਚਾਹੁੰਦੇ ਹੋ, ਜਿੱਦਾਂ ਭਾਜੀ ਕਹਿੰਦੇ ਆਈ ਐਗਰੀ ਟੂ ਦੈਟ ਕਿ ਵੀ ਥੋੜ੍ਹੀਆਂ ਰਿਸਟ੍ਰਿਕਸ਼ਨਸ ਪਾ ਲੈਣ। ਪਰ ਜੇ ਤੁਸੀਂ ਮੇਰਾ ਦੂਜਾ ਪੁਆਇੰਟ ਆਫ ਵਿਊ ਦੇਖਦੇ ਹੋ ਕਿ ਵੀ ਜਦੋਂ ਲੜਾਈ 'ਚ ਕੋਈ ਰਿਸਟ੍ਰਿਕਸ਼ਨ ਨਹੀਂ ਪਾਈ, ਜਿੱਥੇ ਪਤਾ ਹੁਣ ਗੋਲੀ ਵੱਜ ਜਾਣੀ ਆ, ਉੱਥੇ ਆਲ ਰਾਈਟ ਆ, ਤਾਂ ਇੱਥੇ ਹੁਣ ਫਿਰ ਨਾ ਪਾਓ। ਫਿਰ ਜੇ ਕਹਿੰਦੇ ਵੀ ਹਾਂ ਵੀ ਸਿੰਘ ਤੂੰ 120 ਤੇ ਜਾਣਾ ਆ, ਜਾਓ ਫਿਰ ਸਿੰਘ ਸਾਹਿਬ 120 ਤੇ ਜਾਣ ਦਿਓ, ਮਰ ਜਾਓਗੇ ਤੁਹਾਡੀ ਜਨਾਬ, ਜਾਂ ਨਹੀਂ ਜਾਂ ਅਲਾਓ ਕਰ ਦਿਓ ਫਿਰ ਇੱਕ ਵਾਰੀ। ਜਦੋਂ ਉਦੋਂ ਅਲਾਓ ਕਰਤਾ ਜਦੋਂ ਪਤਾ ਹੀ ਸੀਗਾ ਵੀ ਮਰ ਸਕਦਾ ਬੰਦਾ, ਤਾਂ ਹੁਣ ਕੀ ਹੋ ਗਿਆ? ਪਰ ਚਲੋ ਜੇ ਆਪਾਂ ਇਹ ਗੱਲ ਮੰਨ ਵੀ ਲਈਏ, ਜੇ ਅਲਬਰਟਾ ਦੀ ਗਵਰਨਮੈਂਟ ਆਪਾਂ ਨੂੰ ਮੰਨ ਦਿੰਦੀ ਹੈ ਕਿ ਤੁਸੀਂ ਦਸਤਾਰ ਬੰਨ੍ਹ ਕੇ ਜਿਹੜਾ ਹੈਗਾ ਤੁਸੀਂ ਚਲਾ ਸਕਦੇ ਹੋ, ਗੈਸ ਕਰਦੇ ਹਾਂ ਇੱਕ, ਅਤੇ ਫਿਰ ਆਪਾਂ ਉਹ ਕਹਿਣਗੇ ਕਿ ਤੁਸੀਂ ਜਿਹੜੀ ਜੇ ਜ਼ੋਨਿੰਗ ਹੈਗੀ ਆ 100 ਦੀ ਜ਼ੋਨਿੰਗ ਹੈ ਅਤੇ ਤੁਸੀਂ 60 'ਤੇ ਜਾਣਾ, ਅਤੇ ਫਿਰ ਆਪਣਾ ਅਗਲਾ ਟੌਪਿਕ ਇਹ ਆ ਜਾਣਾ ਵੀ ਯਾਰ ਜੇ ਇਹ ਕਾਨੂੰਨ ਹੁਣ ਮੇਰੇ 'ਤੇ ਕਿਉਂ ਲਾਗੂ ਹੋ ਰਿਹਾ, ਬਾਕੀ ਸਾਰੇ ਜਾਣੇ ਜਾ ਰਹੇ ਆ 100 'ਤੇ ਅਤੇ ਮੈਂ ਵੀ 100 'ਤੇ ਜਾਣਾ ਚਾਹੁੰਦਾ, ਫਿਰ ਆਪਣੇ ਉਹ ਇੱਕ ਇਸ਼ੂ ਖੜਾ ਹੋ ਜਾਏਗਾ। ਨਹੀਂ, ਉਹ ਜਿਹੜੀ ਚੀਜ਼ ਆ ਵੀ ਅਸੀਂ ਇਹ ਨਹੀਂ ਕਹਿ ਰਹੇ ਵੀ ਅਸੀਂ 100 ਵਾਲੇ ਜਾਵਾਂਗੇ ਹੀ ਨਹੀਂ, ਸਾਨੂੰ ਰਿਸਟ੍ਰਿਕਸ਼ਨ ਹੀ ਲਾਓ ਕਿ ਵੀ ਓਕੇ ਵੀ ਤੁਸੀਂ ਇਨਰ ਸਿਟੀ 'ਚ ਚਲਾ ਸਕਦੇ ਹੋ, ਰਾਈਟ। ਹਾਈਵੇ 'ਤੇ ਨਹੀਂ ਜਾ ਸਕਦੇ, ਹਾਈਵੇ ਬੰਦ ਕਰ ਦਿਓ, ਜਿੱਦਾਂ ਭਾਜੀ ਕਹਿ ਰਹੇ ਸੀ। ਭਾਜੀ ਦਾ ਮਤਲਬ ਸੀਗਾ ਵੀ ਹਾਈਵੇ ਬੰਦ ਕਰ ਦਿਓ, ਨਾ ਕਿ ਉਹ ਤਾਂ ਫਿਰ ਮੈਂ ਹੈਜ਼ਰਡ ਬਣ ਜਾਊਂਗਾ ਰੋਡ 'ਤੇ। ਵੀ ਜੇ ਮੈਂ ਹੁਣ ਡੀਅਰਫੁੱਟ 'ਤੇ ਮੋਟਰਸਾਈਕਲ ਉਤਾਰ ਲੈਂਦਾ, ਉੱਥੇ ਵੈਸੇ ਤਾਂ ਸਪੀਡ 100 ਦੀ ਆ, ਪਰ ਔਨ ਐਨ ਐਵਰੇਜ 110-115 ਦੇ 20 ਦੇ ਤੱਕ ਲੋਕ ਚੱਲਦੇ ਆ। ਉੱਥੇ ਜੇ ਮੇਰੇ ਤੇ ਰਿਸਟ੍ਰਿਕਸ਼ਨ ਲਾਤੀ ਜਾਂਦੀ ਵੀ ਮੈਂ ਹੁਣ 60 'ਤੇ ਜਾਵਾਂ, ਉਹ ਤਾਂ ਫਿਰ ਆਈ ਬਿਕਮ ਹੈਜ਼ਰਡ, ਮੇਰੇ ਤਾਂ ਕਿਸੇ ਨਾ ਕਿਸੇ ਲੈ ਕੇ ਗੱਡੀ ਮਾਰ ਦੇਣੀ ਆ, ਰਾਈਟ। ਉਹਦੇ ਨਾਲ ਬੈਟਰ ਇਹ ਆ ਕਿ ਵੀ ਤੁਸੀਂ ਸਾਰੀ ਸਿਟੀ ਨੂੰ ਇਨਰ ਸਿਟੀ ਰੋਡਸ ਨਾਲ ਵੀ ਕਨੈਕਟ ਹੁੰਦਾ, ਆਪਾਂ ਨੂੰ ਜ਼ਰੂਰੀ ਨਹੀਂ ਗਾ ਹਾਈਵੇ 'ਤੇ ਚੜ੍ਹਨਾ ਆ। ਇੱਦਾਂ ਇਸ ਤਰ੍ਹਾਂ ਦੀ ਸੈਟਿੰਗ ਕਰ ਲੈਣ ਕਿ ਵੀ ਓਕੇ 70 ਤੱਕ ਦੀ ਲਿਮਿਟ ਆ ਤੁਹਾਡੀ, ਵੀ ਜਿਹੜੀ ਰੋਡ 'ਤੇ 70 ਆ ਤੁਸੀਂ ਉਹਦੇ 'ਤੇ ਜਾ ਸਕਦੇ ਹੋ, ਜਾਂ 80 ਆ ਉਹਦੇ 'ਤੇ ਜਾ ਸਕਦੇ ਹੋ, ਪਰ ਉਦੋਂ ਪਰੇ ਨਹੀਂ ਜਾ ਸਕਦੇ, ਰਾਈਟ। ਪਰ ਇਹ ਆ ਵੀ ਉਹਦੇ 'ਚ ਵੀ ਕੈਚ ਹੈਗਾ ਵਾ, ਵੀ ਜਿਹੜੇ ਆਪਣੇ ਨਾਨ ਪ੍ਰਾਇਮਰੀ ਹਾਈਵੇਜ਼ ਆ,
ਸਿੰਗਲ ਡਿਜਿਟ ਨੇ ਜਿਹੜੇ, ਉਹਨਾਂ ਦੇ ਵੀ 80 ਹੋਈ ਐਲੀਮੈਂਟ ਜੀ ਜੀ ਜਾਂ 90 ਤੱਕ, ਕਈਆਂ ਦਾ 90 ਆ, ਕਈਆਂ ਦਾ 80 ਆ, ਫਿਰ ਉੱਥੇ ਵੀ ਲੋਕਾਂ ਨੂੰ ਜਾਣ ਲੱਗ ਜਾਣਾ। ਸੋ ਇਦਾਂ ਦਾ ਕੁਝ ਰੂਲ ਹੋਵੇ ਵੀ ਜਿੱਥੇ ਉਹ ਥੋੜਾ ਫਲੈਕਸੀਬਲ ਹੁੰਦੇ, ਅਸੀਂ ਵੀ ਹੋ ਜਾਾਂਗੇ ਫਲੈਕਸੀਬਲ ਵੀ ਠੀਕ ਆ, ਉਹਨੇ ਇੰਨਾ ਅਲਾਓ ਕੀਤਾ ਤਾਂ ਫॉर ਦ ਗੁੱਡ ਆਫ ਐਵਰੀਬਡੀ ਅਸੀਂ ਵੀ ਥੋੜਾ ਹੌਲੀ ਵਾਲੇ ਏਰੀਏ ਚੱਲ ਜਾਈਏ। ਜੀ ਜੀ ਨਾਲੇ ਮੇਨ ਗੱਲ ਹੈ ਕਿ ਅਸੀਂ ਜਿਹੜੀ ਰਾਈਡ ਕਰਨੀ ਚਾਹੁੰਦੇ ਹਾਂ, ਆਪਣੀ ਖੁਸ਼ੀ ਲਈ ਰਾਈਡ ਕਰਨਾ, ਆਪਾਂ ਕੋਈ ਰੇਸਿੰਗ ਨਹੀਂ ਕਰਨੀ ਚਾਹੁੰਦੇ ਹੈਗੇ ਨਾ। ਸੋ ਜੇ ਅਸੀਂ ਰੇਸਿੰਗ ਨਹੀਂ ਕਰਨੀ ਚਾਹੁੰਦੇ, ਆਪਾਂ ਪ੍ਰਾਈਡਲੀ ਸਲੋ ਐਂਡ ਸਟੱਡੀ ਹੌਲੀ ਹੌਲੀ ਚੱਲ ਰਹੇ ਹੈਗੇ, ਆਪਣਾ ਕਲੱਬ ਦੇ ਵਿੱਚ ਅਸੀਂ ਚੱਲ ਰਹੇ ਹੈਗੇ, ਰੂਲ ਐਂਡ ਰੈਗੂਲੇਸ਼ਨ ਚੱਲਦੇ ਆ, ਆਪਾਂ ਓਵਰ ਸਪੀਡਿੰਗ ਨਹੀਂ ਕਰ ਰਹੇ ਹੈਗੇ, ਤਾਂ ਵੈਰੀ ਰੀਅਰ ਚਾਂਸ ਹੈਗੇ ਕਿ ਕੋਈ ਐਕਸੀਡੈਂਟਲ ਜਾਂ ਕੋਈ ਇਹੋ ਜਿਹਾ ਆਪਾਂ ਨੂੰ ਇਫੈਕਟ ਫੇਸ ਕਰਨਾ ਪਿਆ ਜਿਹਦੇ ਨਾਲ ਕਿ ਸਾਡੇ ਕੋਈ ਹੈਲਥ ਨੂੰ ਜਾਂ ਸਾਡੀ ਕੋਈ ਬਾਡੀ ਨੂੰ ਇੰਜਰੀ ਆ ਸਕਦੀ ਆਉਂਦੀ ਹੈ। ਰਣਦੀਪ ਭਾਜੀ ਆਪਣਾ ਤੁਹਾਡਾ ਬੜਾ ਵਧੀਆ ਪੁਆਇੰਟ ਹੈ, ਪਰ ਮੈਂ ਇੱਥੇ ਹੋਈ ਇੱਕ ਕੁਐਸਚਨ ਰੇਜ਼ ਹੁੰਦਾ, ਮੈਂ ਇੱਥੋਂ ਕੁਐਸਚਨ ਚੱਕਾਂਗਾ, ਪਰ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ। ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬੈਸਟ ਬਾਏ ਫਰਨੀਚਰ ਤੇ ਅਸੀਂ ਕੁਝ ਅਨੋਖਾ ਸੋਚਦੇ ਹਾਂ ਤੇ ਵੱਖਰਾ ਬਣਾਉਂਦੇ ਹਾਂ। ਤੁਹਾਡੇ ਸੁਪਨਿਆਂ ਦੇ ਮਹਿਲ ਲਈ ਫਰਨੀਚਰ ਦੀ ਇੱਕ ਅਜਿਹੀ ਕਲੈਕਸ਼ਨ ਜੋ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ। ਸ਼ਾਨਦਾਰ, ਮਜ਼ਬੂਤ ਤੇ ਆਰਾਮਦਾਇਕ ਫਰਨੀਚਰ, ਜ਼ਿੰਦਗੀ ਦੇ ਆਰਾਮਦਾਇਕ ਪਲਾਂ ਲਈ। ਬੈਸਟ ਬਾਏ ਫਰਨੀਚਰ, the perfect homemaker. Finance available for 6 months with 0% interest. Call 403-250-6661 403 250 6661। ਸਾਂਝੀ ਸੋਚ ਸਾਂਝਾ ਸੁਨੇਹਾ ਸੂਝਵਾਨ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ontario ਦੇ ਵਿੱਚ ਜੋ ਮੋਟਰਸਾਈਕਲ ਦੇ ਇਸ਼ੂ ਬਣਿਆ ਹੈ ਜਾਂ ਹੈਲਮਟ ਦਾ ਇਸ਼ੂ ਬਣਿਆ ਹੈ, ਉਸ ਉੱਪਰ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ 5AB ਜਾਂ ਪੰਜਾਬ ਮੋਟਰਸਾਈਕਲ ਕਲੱਬ, ਪੰਜਾਬ ਰਾਈਡਰ ਕਲੱਬ ਦੇ ਮੈਂਬਰ ਪ੍ਰੈਜ਼ੀਡੈਂਟ ਮਿਸਟਰ ਰਣਦੀਪ ਐਂਡ ਪ੍ਰਭਸ਼ਰਨਜੀਤ ਸਿੰਘ। ਸੋ ਪ੍ਰਭਸ਼ਰਨਜੀਤ ਸਿੰਘ ਜੀ, ਜਿੱਦਾਂ ਰਣਦੀਪ ਭਾਜੀ ਉਹਨਾਂ ਨੇ ਦੱਸਿਆ ਕਿ ਜਿਹੜੀ ਜਦੋਂ ਤੁਸੀਂ ਇੱਕ ਚੀਜ਼ ਦਾ ਜੇ ਤੁਹਾਨੂੰ ਕਾਨੂੰਨ ਮਿਲ ਗਿਆ ਕਿ ਤੁਸੀਂ 80 ਤੋਂ ਅੰਡਰ ਤੁਸੀਂ ਰਾਈਡ ਕਰੋਗੇ, ਪਰ ਐਗਜ਼ਾਮਪਲ ਆਪਾਂ ਯੂਜ਼ ਕਰਦੇ ਵੀ ਮੈਂ ਅੱਜ ਮੋਟਰਸਾਈਕਲ ਲੈ ਲਿਆ, ਨਵਾਂ ਮੋਟਰਸਾਈਕਲ ਲਿਆ, ਮੈਂ ਐਕਸਾਈਟਡ ਹਾਂ ਅਤੇ ਮੇਰਾ ਦਿਲ ਕੀਤਾ ਵੀ ਮੈਂ ਹੁਣ ਮੋਟਰਸਾਈਕਲ ਦੀ ਰੇਸ ਦੇਵਾਂ ਅਤੇ 150 ਤੱਕ ਭਜਾਵਾਂ, ਉਹ ਜਿਹੜਾ ਟ੍ਰੈਫਿਕ ਵਾਇਲੇਸ਼ਨ ਜਿਹੜਾ ਉਹ ਹੋਏਗਾ, ਤੁਹਾਨੂੰ ਨਹੀਂ ਲੱਗਦਾ ਕਿ ਉਸ ਦਾ ਅਸਰ ਆਪਾਂ ਨੂੰ ਆਪਣੇ ਉੱਪਰ ਦੁਬਾਰਾ ਫਿਰ ਸਾਰਿਆਂ ਦੇ ਉੱਪਰ ਹੋਵੇਗਾ? ਗੁਰੂ ਭਾਈ, ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਕਿ ਵੀ ਜੇ ਕੋਈ ਹੁਣ ਆਪਾਂ ਜਿਸ ਤਰੀਕੇ ਤੁਸੀਂ ਕਹਿੰਦੇ ਹੋ ਵੀ ਆਪਣਾ ਕੋਈ ਹੋਰ ਸਿੰਘ ਭਰਾ ਬਾਈਕ ਲੈ ਲੈਂਦਾ, ਉਹਨੂੰ ਪਤਾ ਆ ਕਿ ਵੀ ਮੈਨੂੰ 80 ਤੱਕ ਅਲਾਊਡ ਹੈ, ਮੈਂ ਪੱਗ ਬੰਨ੍ਹ ਕੇ ਜਾ ਸਕਦਾ ਹਾਂ, ਪਰ ਉਹ ਲੈਟਸ ਸੇ ਸਟਰੀਟ 'ਤੇ ਹੀ ਹੈਗਾ ਜਿੱਥੇ 60 ਦੀ ਲਿਮਿਟ ਹੈਗੀ ਆ, ਪਰ ਸਟਰੀਟ ਖੁੱਲ੍ਹੀ ਆ ਜਿੱਦਾਂ ਤੁਸੀਂ ਕਹਿੰਦੇ ਹੋ, ਅਗਲਾ ਕਹਿੰਦਾ ਵੀ ਚਲੋ ਠੀਕ ਆ, ਮੈਂ ਆਲੇ ਦੁਆਲੇ ਦੇਖਦਾ ਵੀ ਕੋਈ ਨਹੀਂ ਹੈਗਾ ਤਾਂ ਮੈਂ ਬਾਈਕ ਆਪਣਾ ਭਜਾ ਲੈਂਦਾ ਵਾਂ, ਉਹ 60 ਦੀ ਬਜਾਏ 110 120  'ਤੇ ਆਪਣਾ ਬਾਈਕ ਲਾ ਦਿੰਦਾ। ਜਿੱਦਾਂ ਕਿ ਤੁਹਾਨੂੰ ਵੀ ਪਤਾ ਹੀ ਆ ਕਿ ਵੀ ਮੋਟਰਸਾਈਕਲਸ ਬਹੁਤ ਛੇਤੀ ਸਪੀਡ ਫੜ ਲੈਂਦੇ ਆ, ਕਈ ਵਾਰੀ ਅਸੀਂ ਵੀ ਜਦੋਂ ਰਾਈਡ ਕਰਦੇ ਨਹੀਂ ਪਤਾ ਲੱਗਦਾ ਹੈ ਨਾ, ਯੂ ਹੈਵ ਟੂ ਬੀ ਵੈਰੀ ਕੇਅਰਫੁਲ। ਉਸ ਪਰਟੀਕੂਲਰ ਸਿਚੁਏਸ਼ਨ ਦੇ ਵਿੱਚ ਇਹ ਹੈਗਾ ਵੀ ਜਿਹੜਾ ਉਸ ਟਾਈਮ 'ਤੇ ਰੂਲਸ ਆ ਉਹ ਤਾਂ ਪੁਲਿਸ ਵਾਲਿਆਂ ਨੇ ਇਨਫੋਰਸ ਕਰ ਦੇਣੇ ਆ, ਰਾਈਟ, ਉਹਨਾਂ ਨੇ ਇਨਫੋਰਸ ਕਰ ਦੇਣੇ, ਉਹਨਾਂ ਨੇ ਫੜ ਲੈਣਾ ਬੰਦੇ ਨੂੰ ਅਤੇ ਉਹਨਾਂ ਨੇ ਕਹਿਣਾ ਵੀ ਜੋ ਵੀ ਉਹਦੇ 'ਤੇ ਫਾਈਨਸ ਹੋਣੇ ਆ ਜਾਂ ਉਸ ਬੰਦੇ ਨੂੰ ਟਿਕਟਸ ਮਿਲਣੀਆਂ ਨੇ ਉਹ ਤਾਂ ਉਹਨਾਂ ਨੂੰ ਮਿਲ ਹੀ ਜਾਣੀਆਂ ਨੇ, ਪਰ ਉਹਦਾ ਜਿਹੜਾ ਐਡਵਰਸ ਇਫੈਕਟ ਹੋਣਾ ਉਹ ਜਿੰਨੇ ਵੀ ਸਿੰਘ ਹੁਣ ਪੱਗ ਬੰਨ੍ਹ ਕੇ ਚਲਾ ਰਹੇ ਉਹ ਸਾਰਿਆਂ 'ਤੇ ਐਡਵਰਸ ਇਫੈਕਟ ਹੋ ਜਾਏਗਾ, ਕਿਉਂਕਿ ਜਿਹੜੀ ਚੀਜ਼ ਆਪਾਂ ਟਰਾਈ ਕਰ ਰਹੇ ਹਾਂ ਇਹਨੂੰ ਹਜੇ ਤੱਕ ਕਈ ਸਾਲ ਲੱਗ ਜਾਣਗੇ। ਜਿੱਦਾਂ ਆਪਾਂ BC 'ਚ ਵੀ ਦੇਖਦੇ ਹਾਂ ਉਹਨਾਂ ਨੂੰ ਕਿੰਨੇ ਸਾਲ ਲੱਗ ਗਏ, 22 ਸਾਲ ਲੱਗ ਗਏ ਇਹ ਰੂਲ ਨੂੰ ਲੈ ਕੇ ਆਉਂਦੇ। ਪਰ ਇਹ ਗੱਲ ਜਿਹੜੀ ਹੈਗੀ ਆ ਵੀ ਇਸ ਪਰਟੀਕੂਲਰ ਸਿਚੁਏਸ਼ਨ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਸਾਰਾ ਬਾਕੀ ਦਾ ਗਰੁੱਪ ਹੈਗਾ ਉਹਦੇ 'ਤੇ ਬੈਡ ਰਿਫਲੈਕਟ ਕਰੇਗਾ, ਪਰ ਇਸ ਚੀਜ਼ ਨੂੰ ਕਾਫੀ ਬੁਰੀ ਤਰ੍ਹਾਂ ਨਾਲ ਮੈਸਅਪ ਹੋ ਸਕਦਾ ਆ, ਕਿਉਂਕਿ ਜਿਹੜੇ ਲੋਕੀ ਇਹਨੂੰ ਅਪੋਜ਼ ਕਰਨਗੇ ਉਹਨਾਂ ਨੇ ਕਹਿਣਾ ਦੇਖ ਲਓ ਇਹਨਾਂ ਨੂੰ ਅਸੀਂ ਅਲਾਓ ਕੀਤਾ ਹੈਗਾ ਅਤੇ ਇਹ ਤਾਂ ਗੱਲ ਹੀ ਨਹੀਂ ਸੁਣਦੇ ਹੈਗੇ ਸਾਡੀ ਕਿਸੇ ਦੀ ਵੀ। ਸੋ ਇਸ ਪਰਟੀਕੂਲਰ ਸਿਚੁਏਸ਼ਨ ਦੇ ਵਿੱਚ ਆਈ ਪਰਸਨਲੀ ਫੀਲ ਜੇ ਵੀ ਕੋਈ ਕਲੱਬ ਦਾ ਮੈਂਬਰ ਹੈਗਾ ਵੀ ਸ਼ੁੱਡ ਲੈਟ ਗੋ ਆਫ ਦਾ ਕਲੱਬ ਮੈਂਬਰ, ਅਤੇ ਬਾਕੀ ਇਹੀ ਆ ਵੀ ਆਪਾਂ ਬਾਕੀ ਸਾਰਿਆਂ ਨੂੰ ਇਹੀ ਸਮਝਾ ਸਕਦੇ ਹਾਂ ਕਿ ਵੀ ਨਾ ਕਰੋ ਇੱਦਾਂ, ਵੀ ਜੋ ਰੂਲਸ ਆ ਜੇ ਪੱਗ ਬੰਨੀ ਹੋਈ ਆ ਤਾਂ ਪ੍ਰੋਪਰਲੀ ਉਸ ਤਰੀਕੇ ਨਾਲ ਚੱਲੋ। ਜੇ ਹੁਣ ਉਹੀ ਬੰਦਾ ਹੈਲਮਟ ਪਾ ਕੇ ਮੋਟਰਸਾਈਕਲ 'ਤੇ ਉਹ ਕੰਮ ਕਰਦਾ ਉਹਦਾ ਇੰਨਾ ਇਸ਼ੂ ਨਹੀਂ ਬਣੂਗਾ, ਪਰ ਜਦੋਂ ਪੱਗ ਬੰਨੀ ਹੋਈ ਆ ਉਹ ਇਸ਼ੂ ਬਣ ਜਾਣਾ ਆ। ਤੁਹਾਡੇ ਕਲੱਬ ਦੇ ਵਿੱਚ ਹੁਣ ਵੀ ਜਿਹੜੇ ਮੈਂਬਰ ਨੇ ਤੁਹਾਡੇ ਨਾਲ, ਤੁਸੀਂ ਉਹਨਾਂ ਦੇ ਜਿਹੜਾ ਉਹਨਾਂ ਦਾ ਸਟੇਟਸ ਆ ਜਾਂ ਕਿਵੇਂ ਤੁਸੀਂ 20-30 ਮੈਂਬਰ ਜਿੰਨੇ ਵੀ ਆ ਉਹਨਾਂ ਨੂੰ ਮੈਨੇਜ ਕਰਨਾ, ਕਿਉਂਕਿ ਬੜਾ ਥੋੜ੍ਹਾ ਹਾਰਡ ਵੀ ਹੁੰਦਾ, ਪਰ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਕਿ ਜਿਹੜੇ ਕਲੱਬ ਦੇ ਰੂਲਸ ਨੇ, ਟ੍ਰੈਫਿਕ ਦੇ ਰੂਲਸ ਨੇ, ਉਹਨਾਂ ਨੂੰ ਫੋਲੋ ਕਰਨ ਪ੍ਰੋਪਰਲੀ? ਜਿਸ ਤਰ੍ਹਾਂ ਜੀ ਆਪਾਂ ਜਦੋਂ ਕੋਈ ਵੀ ਜਿਸ ਤਰ੍ਹਾਂ ਹੁਣ ਨਗਰ ਕੀਰਤਨ ਵੀ ਆਪਾਂ ਇਸ ਸਾਲ ਸ਼ੁਰੂਆਤ ਕੀਤੀ ਸੀ, ਨਗਰ ਕੀਰਤਨ ਦੇ ਵਿੱਚ ਵੀ ਆਪਾਂ ਇੱਕ ਫੋਰਮ ਕ੍ਰੀਏਟ ਕੀਤਾ, ਬਣਾਇਆ ਸੀਗਾ, ਜਿਹਦੇ ਵਿੱਚ ਆਪਾਂ ਸਾਰੇ ਜਿਹੜੇ ਸਾਡੇ ਬਾਈਕ ਕਲੱਬ ਦੇ ਮੈਂਬਰ ਸੀਗੇ ਸਭ ਦੇ ਸਿਗਨੇਚਰ, ਉਹਨਾਂ ਦੇ ਬਾਈਕ ਦੀ ਇਨਫੋਰਮੇਸ਼ਨ,
ਕਈ ਵਾਰੀ ਤਾਂ ਆਪਾਂ ਉਹਨਾਂ ਦੇ ਐਬਸਟਰੈਕਟ ਵੀ ਪੁੱਛ ਲੈਂਦੇ ਹਾਂ ਕਿ ਤੁਹਾਡੇ ਪਲੀਜ਼ ਸਾਨੂੰ ਐਬਸਟਰੈਕਟ ਲਿਆ ਕੇ ਦਿਓ, ਕਿਉਂਕਿ ਜਦੋਂ ਇਹ ਕਲੱਬ ਸ਼ੁਰੂਆਤ ਕੀਤੀ ਸੀ ਉਦੋਂ ਆਪਾਂ ਸਭ ਤੋਂ ਪਹਿਲਾਂ ਇਹੋ ਹੀ ਗੱਲਾਂ ਕੀਤੀਆਂ ਸੀ, ਕਲੱਬ ਦੇ ਸਾਰੇ ਜਨਰਲ ਬੋਡੀ ਦੀ ਮੀਟਿੰਗ ਹੋਈ ਸੀਗੀ ਬਣਾਉਣ ਤੋਂ ਪਹਿਲਾਂ, ਕਿ ਅਸੀਂ ਓਵਰ ਸਪੀਡਿੰਗ ਨਹੀਂ ਕਰਨੀ, ਆਪਾਂ ਰੂਲ ਐਂਡ ਰੈਗੂਲੇਸ਼ਨ ਨਹੀਂ ਤੋੜਨੇ, ਕਿ ਜੋ ਸਿਟੀ ਜਾਂ ਜੋ ਪ੍ਰੋਵੀਨਸ ਸਾਨੂੰ ਅਲਾਉ ਕਰਦੀ ਹੈ ਅਸੀਂ ਉਹਨੂੰ ਹੀ ਫੋਲੋ ਕਰਨਾ ਹੈਗਾ। ਸੋ ਅਸੀਂ ਟਾਈਮ ਟੂ ਟਾਈਮ ਆਪਣੇ ਜਿਹੜੇ ਕਲੱਬ ਮੈਂਬਰ ਹੈ ਉਹਨਾਂ ਦੇ ਐਬਸਟਰੈਕਟ ਪੁੱਛ ਲੈਂਦੇ ਹੈਗੇ ਕਿ ਲਿਆਓ ਪਲੀਜ਼ ਆਪਣੇ ਪਿਛਲੇ 1 ਸਾਲ ਦਾ ਸਾਨੂੰ ਆਪਣਾ ਡਰਾਈਵਿੰਗ ਐਬਸਟਰੈਕਟ ਲਿਆ ਕੇ ਦਿਖਾਓ, ਕਿ ਜੇ ਤਾਂ ਤੁਸੀਂ ਹੁਣ ਇੱਕ ਬੰਦੇ ਦੀ ਹੁਣ ਹੈਬਿਟ ਹੀ ਬਣ ਚੁੱਕੀ ਮੈਂ ਸਪੀਡਿੰਗ ਕਰਨੀ ਹੈ, ਅਤੇ ਉਹਨੇ ਤਾਂ ਫਿਰ ਆਲਵੇਜ਼ ਸਪੀਡਿੰਗ ਹੀ ਕਰਨੀ, ਚਾਹੇ ਉਹ ਕਾਰ ਚਲਾ ਰਿਹਾ, ਟਰੱਕ ਚਲਾ ਰਿਹਾ ਜਾਂ ਮੋਟਰਸਾਈਕਲ ਚਲਾ ਰਿਹਾ, ਅਤੇ ਉਹਦੇ ਡਿਮੈਰਿਟਸ ਪੁਆਇੰਟ ਉਹਦੇ ਨੈਚੁਰਲੀ ਉਹਦੇ ਲਾਇਸੈਂਸ 'ਤੇ ਹੋਣੇ ਹੀ ਹੋਣੇ ਨੇ। ਪਰ ਇੱਕ ਬੰਦਾ ਜਿਹੜਾ ਸੇਫਲੀ ਡਰਾਈਵ ਕਰ ਰਿਹਾ, ਚਾਹੇ ਉਹ ਟਰੱਕ, ਕਾਰ ਜਾਂ ਮੋਟਰਸਾਈਕਲ ਹੈ, ਉਹਦੇ 'ਤੇ ਉਹਨੂੰ ਆਪਣੀ ਕਾਮਨ ਸੈਂਸ ਹੈਗੀ ਹੈ ਕਿ ਮੈਂ ਸੇਫ ਰਹਾਂਗਾ ਅਤੇ ਸਾਊਂਡ ਰਹਾਂਗਾ, ਬਚਿਆ ਰਹਾਂਗਾ, ਜੇ ਮੈਂ ਓਵਰ ਕਰਾਂਗਾ ਤਾਂ ਮੈਂ ਟਰਬਲ ਦੇ ਵਿੱਚ ਆਵਾਂਗਾ ਹੀ ਆਵਾਂਗਾ। ਜੀ ਜੀ ਬਿਲਕੁਲ। ਅਗਲਾ ਕੁਐਸਚਨ ਵੀ ਜੀ ਇਹ ਆਉਂਦਾ ਹੈ ਕਿ ਕੀ ਇਹ ਜ਼ਰੂਰੀ ਹੈ ਵੀ ਜੇ ਤੁਸੀਂ ਹੈਲਮਟ ਪਾਇਆ ਤਾਂ ਤੁਸੀਂ ਸੇਫ ਹੋ? ਨਹੀਂ 100% ਤਾਂ ਨਹੀਂ ਹੈ। ਕਿੰਨੇ ਤੁਸੀਂ ਅਗਰ ਤੁਸੀਂ ਐਕਸੀਡੈਂਟ ਐਨਾਲਾਈਸਿਸ ਦੇਖੋ, ਕਿੰਨੇ ਜਿਹੜੇ ਹੈਗੇ ਨੇ ਹੈਲਮਟ ਦੇ ਕਰਕੇ ਨਹੀਂ ਪਰ ਸਪੀਡ ਦੇ ਕਰਕੇ ਲੋਕੀ ਜ਼ਰੂਰ ਮਰਦੇ ਹੈਗੇ ਨੇ, ਕਿਉਂਕਿ ਜਦੋਂ ਸਪੀਡ ਬਹੁਤ ਜ਼ਿਆਦਾ ਹੋ ਜਾਂਦੀ ਹੈ, ਜਿਹੜੇ ਹੁਣ ਸਪੈਸ਼ਲੀ ਜਿਹੜੇ ਸਪੋਰਟਸ ਬਾਈਕ ਨੇ ਜੀ ਜੀ ਉਹ ਬੜੇ ਫਾਸਟ ਹੁੰਦੇ ਨੇ, ਜਦੋਂ ਉਹ ਜਿਹੜੇ ਸਪੋਰਟਸ ਬਾਈਕ ਵਾਰੀ ਤੁਹਾਡੇ ਹੱਥੋਂ ਨਿਕਲ ਜਾਂਦਾ, ਕਿਸੇ ਦੇ ਵਿੱਚ ਜਾ ਕੇ ਕ੍ਰੈਸ਼ ਕਰਦਾ ਹੈਗਾ, ਉਹਦੇ ਕਾਫੀ ਚਾਂਸ ਹੁੰਦੇ ਜਿਹੜਾ ਪਰਸਨ ਉਹਨੂੰ ਡਰਾਈਵ ਕਰ ਰਿਹਾ ਉਹਦੀ ਡੈਥ ਹੋ ਜਾਂਦੀ ਹੈ। ਪਰ ਜੇ ਉਹੀ ਪਰਸਨ ਹੈਲਮਟ ਪਾ ਕੇ ਸਿਟੀ ਦੀ ਸਪੀਡ ਲਿਮਿਟ ਦੇ ਵਿੱਚ ਡਰਾਈਵ ਕਰਦਾ ਤਾਂ ਵੈਰੀ ਰੀਅਰ ਚਾਂਸਸ ਹੁੰਦੇ ਨੇ ਕਿ ਉਹਨੂੰ ਕੋਈ ਐਸੀ ਵੱਡੀ ਇੰਜਰੀ ਦਾ ਸਾਹਮਣਾ ਕਰਨਾ ਪਏ, ਇੰਸਟੈਂਟ ਕਿ ਛੋਟੀ ਮੋਟੀ ਤਾਂ ਚਲੋ ਜੋ ਬੰਦਾ ਡਿੱਗਦਾ ਸੱਟ ਲੱਗ ਹੀ ਜਾਂਦੀ ਹੈ। ਸੋ ਹੈਲਮਟ ਵੀ ਓਨਾ ਸੇਫ ਨਹੀਂ ਹੈਗਾ ਜਿੰਨੀ ਕਿ ਪੱਗ ਦੇ, ਅਗਰ ਇਹੀ ਕਹੇ ਕਿ ਪੱਗ ਸੇਫ ਦੀ, ਹੈਲਮਟ ਵੀ ਇੰਨਾ ਸੇਫ ਨਹੀਂ ਹੈਗਾ। ਸੋ ਸਪੀਡ ਇਜ਼ ਮੋਰ ਇੰਪੋਰਟੈਂਟ ਦੈਨ ਦਾ ਹੈਲਮਟ ਔਰ ਪੱਗ। ਸੋ ਆਪਾਂ ਸਪੀਡ ਦੇ ਵਿੱਚ ਰਹਾਂਗੇ, ਪੱਗ ਵੀ ਉਨੀ ਸੇਫ ਹੈਗੀ। ਇੰਡੀਆ ਦੇ ਵਿੱਚ ਵੇਖੋ ਹੋਰ ਵੀ ਚਲੋ ਇੰਡੀਆ ਦੇ ਵਿੱਚ ਹੀ ਮੋਸਟਲੀ ਇੰਪੋਰਟੈਂਟ ਆਪਾਂ ਉਦਾਹਰਨ ਦੇ ਸਕਦੇ ਹਾਂ ਕਿ ਆਪਣੇ ਕਿੰਨੇ ਹੀ ਜਿਹੜੇ ਹੈਗੇ ਨੇ ਸਿਟੀ ਦੇ ਵਿੱਚ ਮੁੰਡੇ ਜਾਂ ਲੋਕ ਜਿੰਨੇ ਵੀ ਮੋਟਰਸਾਈਕਲ ਚਲਾਉਂਦੇ ਸਾਰਿਆਂ ਨੇ ਪੱਗਾਂ ਪਾਈਆਂ ਹੁੰਦੀਆਂ। ਕਿੰਨੇ ਕੁ ਉੱਥੇ ਬੰਦਿਆਂ ਦੀ ਐਕਸੀਡੈਂਟ ਦੇ ਕਰਕੇ, ਮੋਟਰਸਾਈਕਲ ਦੇ ਐਕਸੀਡੈਂਟ ਕਰਕੇ ਜਾਨਾਂ ਗਈਆਂ ਨੇ, ਬਹੁਤ ਘੱਟ ਚਾਂਸ ਹੋਣਗੇ। ਅਤੇ ਜੇ ਪੱਗ ਇਸ਼ੂ ਹੋਵੇ ਤਾਂ ਫਿਰ ਉੱਥੇ ਵੀ ਲੋਕ ਮਰ ਸਕਦੇ ਹੈਗੇ ਨੇ, ਪਰ ਉੱਥੇ ਤਾਂ ਇੰਨਾ ਕੋਈ ਐਡਾ ਵੱਡਾ ਵੋਲਿਊਮ ਨਹੀਂ ਹੈਗਾ ਜਿਹੜੇ ਮੋਟਰਸਾਈਕਲ ਐਕਸੀਡੈਂਟ ਦਾ। ਨਾਲੇ ਉੱਥੇ ਦੀ ਟ੍ਰੈਫਿਕ ਤੇ ਵੀ ਨਹੀਂ ਹੁੰਦੀ, ਕੋਈ ਰੂਲ ਰੈਗੂਲੇਸ਼ਨ ਨਹੀਂ ਹੈਗਾ, ਰੈਗੂਲੇਸ਼ਨ ਨਹੀਂ ਹੈ ਨਾ, ਉਹਦੇ ਕਰਕੇ ਫਿਰ ਸਪੀਡ ਵੀ ਘੱਟ ਰਹਿੰਦੀ ਹੈ। ਜਿਹੜਾ ਆਪਣਾ ਮੇਨ ਪੁਆਇੰਟ ਆ ਕਿ ਵੀ ਹੈਲਮਟ ਜਾਂ ਪੱਗ ਸੈਕੰਡਰੀ ਆ, ਫਸਟ ਆ ਸਪੀਡ। ਜੇ ਹੁਣ ਤੁਸੀਂ ਮਤਲਬ ਜਦੋਂ ਬੰਦਾ ਬਾਈਕ ਦੇ ਉੱਤੇ ਬੈਠਾ, ਜੇ ਉਹ 200 ਦੀ ਸਪੀਡ 'ਤੇ ਜਾ ਰਿਹਾ, ਇਕੱਲਾ ਬਾਈਕ ਨਹੀਂ 200 ਦੀ ਸਪੀਡ 'ਤੇ ਜਾ ਰਿਹਾ, ਜਿਹੜੀ ਉੱਤੇ ਹਿਊਮਨ ਬੋਡੀ ਬੈਠੀ ਹੋਈ ਆ ਉਹ ਵੀ 200 ਦੀ ਸਪੀਡ 'ਤੇ ਚੱਲ ਰਹੀ ਆ, ਅਤੇ ਜਦੋਂ ਉਹਨੇ ਕਿਸੇ ਚੀਜ਼ ਜਾ ਕੇ ਵੱਜਣਾ ਆ, ਔਰ ਇਸੇ ਤਰ੍ਹਾਂ ਹੀ ਲੋਕੀ ਕਾਰਾਂ 'ਚ ਵੀ ਮਰ ਜਾਂਦੇ ਆ ਕਿਉਂਕਿ ਸਪੀਡ ਫੈਕਟਰ ਬਣ ਜਾਂਦਾ ਹੈ, ਓਵਰ ਸਪੀਡ ਹੋ ਜਾਂਦੀ ਕਾਰ। ਜੇ ਹੁਣ ਤੁਸੀਂ ਪੂਰਾ ਗੇਅਰ ਪਾਇਆ ਹੋਇਆ, ਹੈਲਮਟ ਪਾਇਆ, ਹੁਣ ਜਦੋਂ ਹੁਣ ਅਸੀਂ ਰਾਈਡ ਕਰਦੇ ਹਾਂ ਤੁਸੀਂ ਆਰਮਰਡ ਜੈਕਟਸ ਵਗੈਰਾ ਪਾਉਂਦੇ ਆ, ਸਾਰਾ ਕੁਝ ਪਾਉਂਦੇ ਆ, ਪਰ ਉਹ ਆਰਮਰਡ ਜੈਕਟ ਕੀ ਕਰੂਗੀ ਜੇ ਮੇਰੀ ਬੋਡੀ ਜਾ ਕੇ ਕਿਸੇ ਚੀਜ਼ ਨਾਲ ਸਲੈਮ ਕੀਤੀ ਬਿਕੋਜ਼ ਆਫ ਸਪੀਡ, ਤਾਂ ਮੇਰੇ ਇੰਟਰਨਲ ਆਰਗਨਸ ਨੇ ਟੁੱਟ ਜਾਣਾ ਵਾ, ਰਾਈਟ। ਸੋ ਮੇਨ ਚੀਜ਼ ਜਿਹੜੀ ਆ ਉਹ ਹੈਗੀ ਹੈ ਸਪੀਡ। ਵੀ ਜੇ ਹੁਣ ਮੈਂ ਭੱਜ ਕੇ ਜਾ ਕੇ ਕੰਧ 'ਚ ਵੱਜਦਾ 10 km/h, ਮੈਨੂੰ ਜ਼ਿਆਦਾ ਡੈਮੇਜ ਹੋਊਗਾ। ਜੇ ਮੈਂ ਆਰਾਮ ਨਾਲ ਤੁਰਿਆ ਜਾ ਰਿਹਾ, ਮੈਂ ਕੰਧ 'ਚ ਵੱਜਦਾ, ਆਈਲ ਜਸਟ ਹਿੱਟ ਐਂਡ ਆਈਲ ਟਰਨ ਅਰਾਊਂਡ ਐਂਡ ਵਾਕ ਅਵੇ ਅਗੇਨ। ਉਹ ਸੇਮ ਗੱਲ ਆ ਜਾਂਦੀ ਹੈ ਕਿ ਵੀ ਮੋਟਰਸਾਈਕਲ ਦੇ ਉੱਤੇ ਵੀ ਜੇ ਸਪੀਡ ਵੱਧ ਆ ਤਾਂ ਚਾਂਸਸ ਆਫ ਗੈਟਿੰਗ ਇਨਟੂ ਐਨ ਐਕਸੀਡੈਂਟ ਆਰ ਮੋਰ। ਜਿਵੇਂ ਤੁਸੀਂ ਸਟੈਟਿਸਟਿਕਸ ਵੀ ਦੇਖ ਲਓ, ਪੁਲਿਸ ਵਾਲੇ ਸਟੈਟਿਸਟਿਕਸ ਕਰਦੇ ਆ ਵੀ ਜਦੋਂ ਹੁਣ ਕੋਈ ਐਕਸੀਡੈਂਟ ਹੋ ਗਿਆ, ਫੈਟੈਲਿਟੀ ਹੋ ਗਈ, ਉਹਨਾਂ ਨੇ ਦੇਖਣਾ ਵੀ ਕਾਜ਼ ਕੀ ਸੀਗਾ। ਇਨ 95% ਆਫ ਦ ਕੇਸਿਸ ਦ ਕਾਜ਼ ਕਮਜ਼ ਆਊਟ ਟੂ ਬੀ ਸਪੀਡ। ਮੋਟਰਸਾਈਕਲ ਵਾਲਾ ਤੇਜ਼ ਆ ਰਿਹਾ ਹੁੰਦਾ, ਨਾ ਤਾਂ ਰਿਐਕਟ ਕਰ ਹੁੰਦਾ ਤੁਹਾਡੇ ਕੋਲੋਂ ਪ੍ਰੋਪਰਲੀ, ਨਾ ਤੁਹਾਡੇ ਕੋਲੋਂ ਬਾਈਕ ਕੰਟਰੋਲ ਕਰ ਹੁੰਦਾ ਪ੍ਰੋਪਰਲੀ, ਅਤੇ ਫਿਰ ਫਿਜ਼ਿਕਸ ਨੂੰ ਤਾਂ ਆਪਾਂ ਮਤਲਬ ਡਿਫਾਈ ਨਹੀਂ ਨਾ ਕਰ ਸਕਦੇ। ਜੋ ਸਾਇੰਸ ਜਾਂ ਫਿਜ਼ਿਕਸ ਦੇ ਜਿਹੜੇ ਲਾਜ਼ ਆ ਉਹ ਤਾਂ ਉੱਥੇ ਦੇ ਉੱਥੇ ਹੀ ਖੜੇ ਆ ਨਾ। ਵੀ ਜਦੋਂ ਤੁਸੀਂ ਕੈਨੇਟਿਕ ਐਨਰਜੀ ਆਪਣੀ ਬੋਡੀ ਡਿਵੈਲਪ ਕਰ ਲਈ ਅਤੇ ਉਹ ਕੈਨੇਟਿਕ ਐਨਰਜੀ ਨੂੰ ਤੁਸੀਂ ਠੱਕ ਕਰਕੇ ਰੋਕੋਗੇ ਤਾਂ ਫਿਰ ਤਾਂ ਵੱਜਣਗੀਆਂ ਸੱਟਾਂ। ਜਿੰਨੀ ਘੱਟ ਕੈਨੇਟਿਕ ਐਨਰਜੀ ਉਹਨੇ ਘੱਟ ਚਾਂਸਸ ਵੀ ਤੁਹਾਨੂੰ ਸੱਟਾਂ ਘੱਟ ਵੱਜਣਗੀਆਂ। ਸੋ ਸਪੀਡ ਇਜ਼ ਦ ਮੋਰ ਕਿਲਿੰਗ ਫੈਕਟਰ ਹੀਅਰ ਬਨਿਸਬਤ ਪੱਗ ਜਾਂ ਹੈਲਮਟ ਤੋਂ। ਜੀ 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 ਜਿਵੇਂ ਕਿਉਂਕਿ ਸਪੀਡ ਦੀ ਗੱਲ ਤਾਂ ਉੱਥੇ ਆ ਜਾਂਦੀ, ਚਾਹੇ ਤੁਸੀਂ ਕਾਰ ਦੇ ਵਿੱਚ ਜਾ ਰਹੇ ਹੋ ਚਾਹੇ ਟਰੱਕ ਦੇ ਵਿੱਚ ਜਾ ਰਹੇ ਹੋ, ਅਗਰ ਤੁਸੀਂ ਓਵਰ ਸਪੀਡ ਕਰ ਰਹੇ ਹੋ ਤਾਂ ਜ਼ਾਹਰ ਹੈ ਕਿਤੇ ਨਾ ਕਿਤੇ ਮਿਸਟੇਕ ਜਿਹੜੀ ਹੈ ਛੋਟੀ ਮਿਸਟੇਕ ਹੁੰਦੀ ਹੈ। ਔਰ ਜੋ ਸਪੀਡ ਜਦੋਂ ਆਪਾਂ ਕਰਦੇ ਹਾਂ ਅਤੇ ਉਹ ਤੁਸੀਂ ਸਪੀਡ ਨਹੀਂ ਕਰ ਰਹੇ ਹੁੰਦੇ, ਜਿਹੜੀ ਸਾਹਮਣੇ ਕੋਈ ਗੱਡੀ ਜਾਂ ਟਰੱਕ ਜਾਂ ਮੋਟਰਸਾਈਕਲ ਜਾਂ ਕੋਈ ਚੀਜ਼ ਆ ਰਹੀ ਹੈ ਉਹ ਵੀ ਕੁਝ ਸਪੀਡ 'ਤੇ ਜਿਹੜੀ ਜਾਂ ਸਪੀਡ ਲਿਮਿਟ ਦੇ ਵਿੱਚ ਵੀ ਜੇ ਆ ਰਹੀ ਹੈ, ਜੇ ਤੁਸੀਂ 150 ਜਾ ਰਹੇ ਹੋ, ਸਪੀਡ ਲਿਮਿਟ 100 ਦੀ ਹੈ ਅਤੇ ਉੱਧਰੋਂ 100 ਦੇ ਵਿੱਚ 250 ਸਪੀਡ ਜਿਹੜਾ ਇੰਪੈਕਟ ਆ ਉਹ ਨੈਚੁਰਲੀ ਹੋਣਾ, ਪਲੱਸ ਜਿਹੜਾ ਗ੍ਰੈਵਿਟੀ ਦਾ ਹੋਰ ਸਾਰਾ ਕੁਛ। ਸੋ ਤੁਹਾਨੂੰ ਲੱਗਦਾ ਕਿ ਆਪਾਂ ਨੂੰ ਜੇ ਆਪਾਂ ਕਿਸੇ ਤਰੀਕੇ ਦੇ ਨਾਲ ਇਸ ਕਾਨੂੰਨ ਦੇ ਬਾਰੇ ਆਪਾਂ ਆਪਣੇ ਜਿਹੜੇ ਲੋਕਲ MLA ਜੇ ਹੈਗੇ ਆ ਜੇ ਉਹਨਾਂ ਦੇ ਨਾਲ ਅਪਰੋਚ ਕੀਤੀ ਜਾਵੇ ਤਾਂ ਆਪਾਂ ਨੂੰ ਕੋਈ ਬੈਨੀਫਿਟ ਹੋ ਸਕਦਾ?
ਦੇਖੋ ਜੀ, ਸ਼ੁਰੂਆਤ ਕਰਨ 'ਚ ਤਾਂ ਕੋਈ ਹਰਜ ਨਹੀਂ ਹੈਗਾ ਨਾ। ਅਸੀਂ ਜਿੰਨਾ ਚਿਰ ਉਹਨਾਂ ਨੂੰ ਆਪਣਾ ਪੱਖ ਨਹੀਂ ਸਮਝਾਵਾਂਗੇ ਕਿ ਅਸੀਂ ਕੀ ਚਾਹੁੰਦੇ ਹੈਗੇ, ਅਸੀਂ ਕਿਹੜੇ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਰਹਿ ਕੇ ਚੱਲਣਾ ਚਾਹੁੰਦੇ ਹਾਂ, ਉਹਨਾਂ ਚਿਰ ਉਹ ਸਾਡੀ ਆਵਾਜ਼ ਨੂੰ ਅੱਗੇ ਪਾਰਲੀਮੈਂਟ ਜਾਂ ਅਸੈਂਬਲੀ ਦੇ ਵਿੱਚ ਨਹੀਂ ਲਿਜਾ ਸਕਣਗੇ। ਸੋ ਸਾਡਾ ਅਸੀਂ ਟਰਾਈ ਕਰਨ ਦੇ ਹੈਗੇ ਆ ਮਨਮੀਤ ਭੁੱਲਰ, ਦਰਸ਼ਨ ਸਿੰਘ ਕੰਗ ਹੋਣਾ ਨਾਲ, ਕਿ ਉਹਨਾਂ ਨੂੰ ਆਪਣੀ ਜਿਹੜੀ ਸਾਡੀ ਮੇਨ ਪਰਪਸ ਹੈਗਾ ਸੀ ਉਹਨਾਂ ਨੂੰ ਸਮਝਾਈਏ, ਅਤੇ ਜੇ ਉਹ ਸਾਡੀ ਗੱਲ ਸਮਝਦੇ ਨੇ ਅਤੇ ਉਹ ਅੱਗੇ ਜਾ ਕੇ ਸਾਡਾ ਸਾਥ ਜ਼ਰੂਰ ਦੇਣਗੇ। ਸੋ ਇੱਕ ਦੋ ਵਾਰੀ ਗੱਲ ਹੋਈ ਹੈ ਮਨਮੀਤ ਭੁੱਲਰ ਦੇ ਨਾਲ ਅਤੇ ਭਾਜੀ ਕੰਗ ਹੋਣਾ ਦੇ ਨਾਲ ਵੀ। ਸੋ ਉਹਨਾਂ ਨੇ ਸਾਨੂੰ ਕਾਫੀ, ਇੱਕ ਤੁਹਾਨੂੰ ਮੈਂ ਹੋਰ ਇੱਕ ਐਗਜ਼ਾਮਪਲ ਦਾ ਮੈਂ ਨਾਮ ਨਹੀਂ ਲਵਾਂਗਾ, ਸਿਟੀ ਆਫ ਕੈਲਗਰੀ ਦੇ ਇੱਕ ਪੁਲਿਸ ਆਪਣੀ ਪੰਜਾਬੀ ਕਮਿਊਨਿਟੀ ਦੇ ਮੇਰੇ ਵੀਰ ਹੀ ਹੈਗੇ ਨੇ, ਉਹਨਾਂ ਵੀ ਸਾਨੂੰ ਕਾਫੀ ਗਾਈਡੈਂਸ ਦਿੱਤੀ ਹੈਗੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਇਹਨੂੰ ਫਾਲੋ ਕਰਕੇ ਤੁਸੀਂ ਫਿਊਚਰ ਦੇ ਵਿੱਚ ਕਾਮਯਾਬ ਹੋ ਸਕਦੇ ਹੈਗੇ ਹੋ। ਸੋ ਅਸੀਂ ਜ਼ਰੂਰ ਚਾਹਾਂਗੇ ਕਿ ਸਾਡੇ MLA MP ਜਾਂ ਸਾਡੇ ਕੌਂਸਲਰ ਜਾਂ ਹੋਰ ਵੀ ਜਿਹੜੇ ਹੋਰ ਸਾਡੇ ਲੋਕਲ ਲੀਡਰਸ ਹੈਗੇ ਨੇ ਸਾਡਾ ਸਪੋਰਟ ਕਰਨ, ਸਾਡੇ ਨਾਲ ਆਉਣ, ਸਾਡੀ ਗੱਲਬਾਤ ਨੂੰ ਸੁਣਨ ਤਾਂ ਸਹੀ ਐਟਲੀਸਟ, ਹੈ ਨਾ, ਕਿ ਅਸੀਂ ਕੀ ਕਹਿਣਾ ਚਾਹੁੰਦੇ ਹੈਗੇ। ਉਸ ਤੋਂ ਬਾਅਦ ਜੋ ਰਾਈਟ ਐਂਡ ਰੋਂਗ ਹੈਗਾ ਉਹ ਤਾਂ ਉਹਨਾਂ ਦੇ ਹੱਥ 'ਚ ਹੈਗਾ, ਸਾਡੇ ਹੱਥ 'ਚ ਤਾਂ ਨਹੀਂ ਹੈਗਾ। ਜੀ ਜੀ ਜੀ, ਰਾਈਟ। ਅਸੀਂ ਸਿਰਫ ਉਹਨਾਂ ਦਾ ਜਿਹੜਾ ਓਪੀਨੀਅਨ ਸਵੇ ਕਰ ਸਕਦੇ ਹਾਂ। ਮੇਰਾ ਇੱਕ ਕੁਐਸਚਨ ਹੋਰ ਆਉਂਦਾ ਜੀ ਕਿ ਕਾਫੀ ਜਿਹੜੀਆਂ ਮੋਟਰਸਾਈਕਲ ਕਲੱਬ ਨੇ ਅਤੇ ਉਹ ਗੈਂਗ ਦਾ ਰੂਪ ਧਾਰਨ ਕਰ ਚੁੱਕੇ ਨੇ ਜੀ, ਤੁਹਾਨੂੰ ਲੱਗਦਾ ਵੀ ਉਹਦਾ ਕਰਕੇ ਵੀ ਥੋੜ੍ਹੀ ਜਿਹੀ ਆਪਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਚੈਲੰਜਸ ਫੇਸ ਕਰਨੇ ਪੈਂਦੇ ਨੇ? ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਭਾਜੀ। ਲਾਈਕ ਜਿਹੜੇ ਵੀ ਨੋਰਮਲੀ ਜਦੋਂ ਤੁਸੀਂ ਈਵਨ ਹੁਣ ਕਈ ਵਾਰੀ ਹੁੰਦਾ ਵੀ ਜਿੱਦਾਂ ਸਾਡੇ ਕੁਝ ਕੈਨੇਡੀਅਨ ਫਰੈਂਡਸ ਹੈਗੇ ਆ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਂ ਕਈ ਵਾਰੀ ਮੈਂ ਜਿੱਦਾਂ ਹੁਣ ਆਹ ਵੈਸਟ ਹੀ ਪਾਈ ਹੁੰਦੀ ਆ ਨਾ, ਲੋਕਾਂ ਦਾ ਇੱਕ ਤੁਹਾਡੇ ਕੰਨੀ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਨਾ ਥੋੜ੍ਹਾ ਜਿਹਾ ਡਿਫਰੈਂਟ ਹੋ ਜਾਂਦਾ ਆ। ਜਦੋਂ ਵੀ ਉਹ ਬਾਈਕਰ ਕਲੱਬ ਕਹਿੰਦੇ ਆ ਤਾਂ ਐਵਰੀਬਡੀ ਇਜ਼ ਲਾਈਕ ਉਹਨਾਂ ਦੇ ਦਿਮਾਗ 'ਚ ਗਲਤ ਖਿਆਲ ਆਉਂਦਾ ਪਹਿਲਾਂ, simply they are gangsters. Yeah, they are gangsters, right? ਉੱਦਾਂ ਦਾ ਫੀਲਿੰਗ ਆਉਂਦਾ। ਯੂ ਰਾਈਟ, ਇਟ ਡਜ਼ ਗਿਵ ਦੈਟ ਫੀਲਿੰਗ। ਬਟ ਹੁਣ ਆਪਣੀ ਜਿੱਦਾਂ ਹੁਣ ਇਟ ਕਮਸ ਟੂ ਆਰ ਕਮਿਊਨਿਟੀ, ਤਾਂ ਉਹਨਾਂ ਗੈਂਗਸਟਰਿਜ਼ਮ ਹੈ ਨਹੀਂ ਆਪਣੀ ਕਮਿਊਨਿਟੀ ਦੇ ਵਿੱਚ ਉਸ ਤਰੀਕੇ ਦੇ ਨਾਲ ਲਿੰਕਡ ਟੂ ਬਾਈਕਸ। ਗੈਂਗਸਟਰਸ ਤਾਂ ਹੈਗੇ ਆਪਣੀ ਕਮਿਊਨਿਟੀ 'ਚ ਵੀ, ਮੈਂ ਕਹਿੰਦਾ ਨਹੀਂ ਹੈਗੇ, ਬਟ ਮੋਟਰਸਾਈਕਲਸ ਦਾ ਲਿੰਕਡ ਇੰਨਾ ਜ਼ਿਆਦਾ ਹੈ ਨਹੀਂ ਗਾ ਮਤਲਬ ਥਿੰਕ। ਬਟ ਇਹ ਗੱਲ ਤੁਹਾਡੀ ਕਾਫੀ ਸਹੀ ਹੈ ਕਿ ਵੀ ਕੁਛ ਹੱਦ ਤੱਕ ਇਹ ਵੀ ਜਿਹੜਾ ਐਂਗਲ ਜਿਹਾ ਵਿੱਚ ਆ ਜਾਂਦਾ ਆ ਫੋਰ ਸ਼ੋਰ, ਕਿ ਵੀ ਜਿੱਦਾਂ ਹੁਣ ਅਸੀਂ ਰਾਈਡ ਵੀ ਕਰਦੇ ਇਕੱਠੇ, ਮੈਂ ਕਈ ਵਾਰੀ ਨੋਟਿਸ ਕੀਤਾ ਜਦੋਂ ਅਸੀਂ ਇਕੱਠੇ ਤਾਂ ਜਾ ਰਹੇ ਹੁੰਦੇ, ਸਾਰਿਆਂ ਨੇ ਜੈਕਟਸ ਪਾਈਆਂ ਹੁੰਦੀਆਂ ਨੇ, ਤਾਂ ਜਿੱਦਾਂ ਜਿਹੜੇ ਗੈਂਗਸਟਰ ਕਲੱਬਸ ਹੈਗੇ ਆ ਜਦੋਂ ਉਹ ਮੂਵ ਕਰਦੇ ਆ ਲੋਕੀ ਰਾਹ ਛੱਡ ਦਿੰਦੇ ਆ ਉਹਨਾਂ ਲਈ, ਹੈ ਨਾ। ਅਤੇ ਜਦੋਂ ਅਸੀਂ ਵੀ ਇੱਦਾਂ ਜਾਂਦੇ ਹਾਂ ਇਕੱਠੇ, ਜਦੋਂ ਲੋਕੀ ਨੋਟਿਸ ਕਰਦੇ ਵੀ ਨਾ ਸਾਰਿਆਂ ਨੇ ਇੱਕੋ ਜਿਹੀਆਂ ਜੈਕਟਸ ਪਾਈਆਂ ਨੇ, ਲੋਗੋਜ਼ ਲਾਏ ਹੋਏ ਆ। ਇੱਕ ਜਿਹੜਾ ਅਸੀਂ ਥੱਲੇ ਕੈਲਗਰੀ ਲਿਖਿਆ, ਜਿੱਦਾਂ ਗੈਂਗਸਟਰ ਕਲੱਬਸ ਦੇ ਵੀ ਆਪਣੇ ਚੈਪਟਰਸ ਹੈਗੇ ਆ, ਉਹਨਾਂ ਨੇ ਅਲੱਗ-ਅਲੱਗ ਬਣਾਏ ਹੋਏ ਆ। ਅਸੀਂ ਕੈਲਗਰੀ ਲਿਖਿਆ ਸੀ ਤਾਂ ਉੱਦਾਂ ਵੀ ਮੇਡ ਇਟ ਦੈਟ ਵੇ, ਅਸੀਂ ਕਦੇ ਚੀਜ਼ ਦੀ ਇਹ ਸੋਚੀਏ ਵੀ ਇਟ ਕੈਨ ਹੈਵ ਅ ਨੈਗੇਟਿਵ ਇੰਪੈਕਟ, ਜਾਂ ਅਸੀਂ ਕਿਸੇ ਇੱਦਾਂ ਦੀ ਚੀਜ਼, ਬਿਕੋਜ਼ ਮੋਸਟ ਆਫ ਅਸ ਆਰ ਬਿਜ਼ਨਸਮੈਨ ਔਰ ਫਰੋਮ ਡਿਫਰੈਂਟ ਵਾਕਸ ਆਫ ਲਾਈਫ ਹੂ ਆਰ, ਮਤਲਬ ਜਿਹੜਾ ਅਸੀਂ ਲੀਗਲੀ ਇੰਪਲੋਇਡ ਹੈਗੇ ਹਾਂ ਸਾਰੇ ਜਾਣੇ, ਮਤਲਬ ਕੋਈ ਇਲੀਗਲ ਕੰਮ ਨਹੀਂ ਕਰਦੇ, ਅਤੇ ਲੋਕੀ ਹਟ ਜਾਂਦੇ ਆ ਜਦੋਂ ਅਸੀਂ ਜਾਂਦੇ ਹਾਂ ਇੱਦਾਂ। ਪਰ ਜਿੱਦਾਂ ਮੈਂ ਹੁਣ ਇਕੱਲਾ ਜਾ ਰਿਹਾ, ਮੈਂ ਨੋਰਮਲ ਦੀ ਜੈਕਟ ਪਾਈ ਹੋਈ ਹੈ, ਐਟੀਟਿਊਡ ਇੱਕ ਤੁਹਾਨੂੰ ਡਿਫਰੈਂਟ ਹੁੰਦਾ ਡਰਾਈਵਰਸ ਦਾ ਬਾਕੀਆਂ ਜਿਹੜੇ ਰੋਡ 'ਤੇ ਨੇ। ਪਰ ਜਦੋਂ ਇੱਦਾਂ ਸਾਡਾ ਪੂਰਾ ਗਰੁੱਪ ਮੂਵ ਕਰਦਾ ਸੀ, ਸਾਰਿਆਂ ਨੇ ਉੱਦਾਂ ਦੀ ਜੈਕਟਸ ਪਾਈਆਂ, ਸਾਡੇ ਲੋਗੋਜ਼ ਵਗੈਰਾ ਲੱਗੇ ਆ, ਜਦੋਂ ਨੋਟਿਸ ਕਰਦੇ ਆ ਤਾਂ ਤੁਹਾਨੂੰ ਫੀਲ ਹੁੰਦਾ ਕਿ ਵੀ ਉਹ ਹਟ ਜਾਂਦੇ ਆ ਸਾਰੇ, ਹੈ ਨਾ, ਕਿਉਂਕਿ ਉਹ ਇੰਪਰੈਸ਼ਨ ਆ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਉਹ ਇੰਪਰੈਸ਼ਨ ਇੱਕ ਹੈਗਾ ਵਾ ਜਿਹੜਾ ਇੱਦਾਂ ਕੈਰੀ ਔਨ ਕਰਦਾ। ਪਰ ਜਿੱਦਾਂ ਸਾਡੇ ਕਲੱਬ ਦੇ ਵਿੱਚ ਅਸੀਂ ਇੱਕ ਰੂਲ ਬਣਾਇਆ ਹੋਇਆ ਵੀ ਜੇ ਸਾਡੇ 'ਚ ਕੋਈ ਮੈਂਬਰ ਆ ਸਾਡਾ, ਉਹ ਕਿਸੇ ਵੀ ਰੀਜ਼ਨ ਕਰਕੇ ਚਾਰਜ ਹੋ ਜਾਂਦਾ ਜਾਂ ਕੋਈ ਵੀ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਹੋ ਜਾਂਦਾ ਆ, ਇਹ ਕਿਸੇ ਵੀ ਟਾਈਪ ਦੇ ਮਤਲਬ ਚਾਰਜਸ ਉਸ ਬੰਦੇ ਦੇ ਲੱਗ ਜਾਂਦੇ, ਤਾਂ ਅਸੀਂ ਉਹਨੂੰ ਕਲੱਬ ਦੇ ਮੈਂਬਰਸ਼ਿਪ ਤੋਂ ਕੱਢ ਦਿੰਦੇ ਹਾਂ। ਠੀਕ ਹੈ। ਅਤੇ ਇਹਦੇ ਨਾਲ ਹੀ ਮੇਰਾ ਇੱਕ ਕੁਐਸਚਨ ਜਿਹੜਾ ਰੇਜ਼ ਹੁੰਦਾ ਕਿ ਆਪਣਾ ਜਿਹੜਾ ਕਲਰ ਫੈਕਟ ਵੀ ਪਲੇ ਕਰਦਾ ਹੈ ਇਸ ਦੇ ਵਿੱਚ ਰੋਲ, ਕਿ ਆਪਾਂ ਨੂੰ ਜਿਹੜੀ ਕਿਸੇ ਚੀਜ਼ ਨੂੰ ਅਪਰੂਵਲ ਲੈਣੀ ਜਿਹੜੀ ਆ ਉਹ ਥੋੜ੍ਹੀ ਜਿਹੀ ਟਵਾਈਸ ਆਫ ਦਾ ਵਰਕ ਆਪਾਂ ਨੂੰ ਜ਼ਿਆਦਾ ਕਰਨਾ ਪੈਂਦਾ। ਉਹ ਤਾਂ ਬਟ ਆਬਵੀਅਸ ਕਰਨਾ ਪਊਗਾ ਭਾਜੀ, ਇਹਦੇ ਤਾਂ 100% ਆ, ਤਾਂ ਅੰਡਰਸਟੂਡ ਆ। ਤੁਸੀਂ ਤੁਹਾਡੇ ਸਾਹਮਣੇ ਉਦਾਹਰਣ ਹੈ, BCA ਜੀ 22 ਸਾਲ ਲੱਗ ਗਏ ਨੇ, ਅਸੀਂ ਤਾਂ ਹਾਲੇ ਸ਼ੁਰੂਆਤ ਵੀ ਨਹੀਂ ਕੀਤੀ, ਪਹਿਲਾ ਸਟੈਪ ਵੀ ਨਹੀਂ ਚੁੱਕਿਆ, ਅਤੇ ਅਮੇਜ਼ਿੰਗ ਕਰ ਸਕਦੇ ਸਾਨੂੰ ਕਿੰਨਾ ਟਾਈਮ ਲੱਗੇਗਾ। ਰੈਜ਼ਿਸਟੈਂਸ ਤਾਂ ਹੋਏਗੀ, ਕਲਰ ਦੀ ਰੈਜ਼ਿਸਟੈਂਸ ਤਾਂ ਹੋਊਗੀ। ਜੋ ਆਪਣਾ ਓਨਟਾਰੀਓ ਦਾ ਜਿਹੜਾ ਇੰਸੀਡੈਂਟ ਹੋਇਆ ਆਪਣੇ ਨਾਲ, ਅਤੇ ਤੁਹਾਨੂੰ ਲੱਗਦਾ ਵੀ ਉਸ ਦਾ ਅਸਰ ਇੱਥੇ ਵੀ ਜ਼ਿਆਦਾ ਦੇਖਣ ਨੂੰ ਮਿਲੇਗਾ ਵੀ ਜੇ ਉੱਥੇ ਜਿਹੜਾ ਬੈਨ ਕੀਤਾ ਗਿਆ ਵੀ ਤੁਸੀਂ ਪੱਗ ਬੰਨ੍ਹ ਕੇ ਨਹੀਂ ਕਰ ਸਕਦੇ, ਔਰ ਹੋਰ ਵੀ ਕਾਫੀ ਜਿਹੜੀਆਂ ਆਪਾਂ ਥੋੜ੍ਹੀ ਬਹੁਤੀ ਹੋਰ ਵੀ ਗੱਲਬਾਤ ਕਰਾਂਗੇ ਵੀ ਉਸ ਚੀਜ਼ ਦਾ ਜਿਹੜਾ ਇੰਪੈਕਟ ਆ ਉਹ ਆਪਣੀ ਸ਼ਾਇਦ ਆਪਣੀ ਐਪਲੀਕੇਸ਼ਨ ਦੇਣ ਤੋਂ ਪਹਿਲਾਂ ਹੀ ਇੱਥੇ ਆ ਜਾਵੇ। ਉਹ ਤਾਂ ਆ ਹੀ ਗਿਆ ਹੋਣਾ, ਅਤੇ ਮੀਡੀਆ 'ਚ ਤੁਹਾਨੂੰ ਤਾਂ ਸਾਰਾ ਕੁਝ ਪਹੁੰਚ ਚੁੱਕਿਆ ਹੈਗਾ ਆਲਰੇਡੀ ਇਹਨਾਂ ਦੇ ਕੋਲ, ਹੈ ਨਾ। ਇਹ ਚੀਜ਼ਾਂ ਤਾਂ ਹੁੰਦੀਆਂ ਨੇ। ਸੋ ਸਾਰੇ ਮਿਨਿਸਟਰ ਜਾਂ ਜੋ ਵੀ ਜਿਹੜੀ ਨਵੀਂ ਜਿਹੜੀ ਇਲੈਕਸ਼ਨ ਹੋਣੀ ਹੈ, ਉਹ ਜਿਹੜੇ ਨਵੇਂ ਮਿਨਿਸਟਰ ਸਾਰੇ ਇਸ ਗੱਲ ਤੋਂ ਅਵੇਅਰ ਹੋਣੇ ਹੀ ਹੋਣੇ ਨੇ, ਰਾਈਟ। ਸੋ ਇੱਥੇ ਆਲਰੇਡੀ ਇੱਥੇ ਹੈਗਾ ਹੀ ਹੈਗਾ। ਠੀਕ ਹੈ ਜੀ। ਅਗਲੀ ਗੱਲਬਾਤ ਜਿਹੜੀ ਆਪਣੀ ਆ ਉਹ ਇਹ ਆਉਂਦੀ ਹੈ ਵੀ ਜਦੋਂ ਆਪਾਂ, ਕਿਉਂਕਿ ਆਪਾਂ ਇੱਕ ਪੰਜਾਬੀਆਂ ਦਾ ਆਪਣਾ ਸੁਭਾਅ ਆ ਕਿ ਆਪਾਂ ਖੁੱਲ੍ਹੇ ਮਾਹੌਲ ਦੇ ਵਿੱਚ ਆਪਾਂ ਨੂੰ ਜਿਹੜਾ ਵਿਚਰਨਾ ਚੰਗਾ ਲੱਗਦਾ। ਜਦੋਂ ਕਿਉਂਕਿ ਤੁਹਾਡੇ ਕਲੱਬ ਦੇ ਵਿੱਚ ਜਿਹੜੇ ਆਪਣੇ ਕੋਲ ਇੱਥੇ ਮੈਂਬਰ ਆਏ ਵੀ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਨੂੰ
ਜਦੋਂ ਇਸ ਤਰ੍ਹਾਂ ਹੈਲਮਟ ਪਾਉਣਾ ਪੈਂਦਾ, ਆਪਣੀ ਦਸਤਾਰ ਲਾਉਣੀ ਪੈਂਦੀ ਹੈ, ਤੁਸੀਂ ਕੁਝ ਡਿਫਰੈਂਟ ਫੀਲਿੰਗਸ ਤੁਹਾਨੂੰ ਉਹ ਦੇਖਣ ਨੂੰ ਮਿਲਦੀਆਂ ਕਿ ਯਾਰ ਇਹ ਆਪਣੇ ਪੰਜਾਬੀ ਭਾਈ ਆ, ਇਹਨਾਂ ਨੂੰ ਦਸਤਾਰ ਆਪਣੀ ਲਾਉਣੀ ਪੈਂਦੀ ਆ ਸਿਰਫ ਮੋਟਰਸਾਈਕਲ, ਕਿਉਂਕਿ ਉਹਨਾਂ ਦਾ ਸ਼ੌਂਕ ਹੈ ਮੋਟਰਸਾਈਕਲ ਚਲਾਉਣਾ? ਹਾਂਜੀ, ਉਹ ਤਾਂ ਫੀਲਿੰਗ ਤਾਂ ਸਾਨੂੰ ਜ਼ਰੂਰ ਬੈਡ ਹੁੰਦੀ ਹੈਗੀ ਹੈ ਨਾ, ਕਿ ਇੱਕ ਬੰਦੇ ਦਾ ਜਿਹੜਾ ਇੱਕ ਗਰਵ ਹੈਗਾ, ਜੇ ਇੱਕ ਪ੍ਰਾਊਡ ਹੈਗਾ, ਪੱਗ ਸਾਡੀ ਇੱਕ ਸਾਡੀ ਸ਼ਾਨ ਹੈਗੀ ਹੈ, ਉਹਨੂੰ ਸਾਨੂੰ ਇੱਕ ਵਾਰੀ ਲਾ ਕੇ ਉਹਦੇ 'ਤੇ ਹੈਲਮਟ ਜਾਂ ਉਹਦੇ ਥਾਂ 'ਤੇ ਹੈਲਮਟ ਪਾਉਣਾ ਪੈਂਦਾ। ਨੈਚੁਰਲੀ ਫੀਲਿੰਗਾਂ ਤਾਂ ਕਾਫੀ ਬੈਡ ਹੁੰਦੀਆਂ ਨੇ, ਪਰ ਅਸੀਂ ਅਕੋਰਡਿੰਗ ਟੂ ਲਾ ਕੁਝ ਕਰ ਨਹੀਂ ਸਕਦੇ, ਸਾਨੂੰ ਫੋਲੋ ਤਾਂ ਕਰਨਾ ਹੀ ਪੈਣਾ। ਈਵਨ ਦੈਨ ਕਿ ਜਦੋਂ ਅਸੀਂ ਨਗਰ ਕੀਰਤਨ ਹੁੰਦਾ, ਅਸੀਂ ਪਹਿਲਾਂ ਸਪੈਸ਼ਲੀ ਸਾਰੇ ਮੈਂਬਰ ਨੂੰ ਰਿਕੁਐਸਟ ਕਰਦੇ ਹਾਂ ਕਿ ਸਵੇਰੇ ਇੰਨੇ ਵਜੇ ਆ ਕੇ ਗੁਰੂ ਘਰ ਆਪਣੇ ਬਾਈਕ ਪਾਰਕ ਕਰੋ। ਉਸ ਤੋਂ ਬਾਅਦ ਜਿੱਦਾਂ ਦੇ ਘਰ ਲਾਗੇ ਹੈਗੇ ਨੇ, ਜਿਹੜੇ ਜਿਹਨਾਂ ਰਿਸ਼ਤੇਦਾਰ ਹੈਗੇ, ਉਹਨਾਂ ਦੇ ਘਰ ਜਾ ਕੇ ਪੱਗ ਬਣ ਕੇ ਪੈਦਲ ਗੁਰਦੁਆਰਾ ਸਾਹਿਬ ਆਓ, ਆਪਣੀ ਨਗਰ ਕੀਰਤਨ ਦੀ ਸ਼ਾਨ ਵਧਾਈਏ। ਵਾਪਸ ਨਗਰ ਕੀਰਤਨ ਖਤਮ ਹੋਣ ਤੋਂ ਬਾਅਦ ਬਾਈਕ ਪਾਰਕ ਕਰੋ, ਵਾਪਸ ਜਾਓ, ਪੱਗ ਉਤਾਰ ਕੇ ਹੈਲਮਟ ਪਾ ਕੇ ਗੁਰੂ ਘਰ ਆਓ ਅਤੇ ਆਪਣੀ ਬਾਈਕ ਲੈ ਕੇ ਜਾਓ। ਸੋ ਤੁਸੀਂ ਜਦੋਂ ਨਗਰ ਕੀਰਤਨ ਵਾਸਤੇ ਘਰ ਤੋਂ ਤੁਰਦੇ ਹੋ, ਉਦੋਂ ਦਸਤਾਰ ਬਣ ਕੇ ਨਹੀਂ ਆਉਂਦੇ? ਨਹੀਂ, ਅਸੀਂ ਹੈਲਮਟ ਪਾ ਕੇ ਆਉਂਦੇ। ਜਿਹੜੇ ਚਲੋ, ਹਾਂਜੀ, ਤੁਹਾਨੂੰ ਹੈਲਮਟ ਪਾਉਣਾ ਜ਼ਰੂਰੀ ਹੈਗਾ, ਬਾਈ ਲਾਅ ਸਾਨੂੰ ਪਾਉਣਾ, ਅਤੇ ਅਸੀਂ ਪਾਉਂਦੇ, ਉਹਨੂੰ ਫੋਲੋ ਕਰਦੇ ਹੈਗੇ। ਠੀਕ ਹੈ ਜੀ, ਆਪਣੀ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਮੈਂ ਗੱਲ ਬ੍ਰੇਕ ਲੈਣ ਤੋਂ ਪਹਿਲਾਂ ਜ਼ਰੂਰ ਦੱਸ ਦਿਆਂ ਕਿ ਅਕੋਰਡਿੰਗ ਟੂ ਸ਼ਰਲੀ ਬੌਂਡ BC ਜੋ ਮਿਨਿਸਟਰ ਆਫ ਜਸਟਿਸ ਦੀ ਅਟੋਰਨੀ ਹੈ, ਉਹਦੇ ਵੱਲੋਂ ਦੱਸਿਆ ਗਿਆ ਕਿ ਜੋ ਫੈਟੈਲਿਟੀਜ਼ ਹਨ ਜਾਂ ਜੋ ਹਾਦਸੇ ਹਨ ਜਾਂ ਮੌਤਾਂ ਹਨ, ਉਹ 1996 ਤੋਂ ਲੈ ਕੇ 2010 ਤੱਕ ਜਿਹੜਾ 57% ਉਹਦੇ ਵਿੱਚ ਵਾਧਾ ਹੋਇਆ। ਸੋ ਉਸ ਬਾਰੇ ਵੀ ਆਪਾਂ ਉਹ ਵੀ ਇੱਕ ਜੋ ਇੱਕ ਐਂਗਲ ਹੈ ਉਹ ਵੀ ਆਪਾਂ ਮੱਦੇ ਨਜ਼ਰ ਰੱਖਣਾ ਹੈ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਾਂਝਾ ਸੁਨੇਹਿਆਂ ਦੇ ਸੂਝਵਾਨ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਅੰਟੇਰੀਓ ਦੇ ਵਿੱਚ ਜੋ ਹੈਲਮਟ ਦਾ ਇਸ਼ੂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਸ ਦੇ ਮੱਦੇ ਨਜ਼ਰ ਸਾਡੇ ਕੈਲਗਰੀ ਦੇ ਮੋਟਰਸਾਈਕਲ ਕਲੱਬ ਦੇ ਮੈਂਬਰ, ਜੋ ਕਲੱਬ ਦਾ ਨਾਮ 5AB ਜਾਂ ਪੰਜਾਬ ਰੱਖਿਆ ਗਿਆ ਹੈ, ਉਸ ਦੇ ਮੈਂਬਰ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ। ਹੁਣ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪੰਜਾਬ ਮੋਟਰਸਾਈਕਲ ਕਲੱਬ ਦੇ ਮੈਂਬਰ ਬਲਜੀਤ ਸਿੰਘ ਮਠਾੜੂ ਅਤੇ ਚਰਨਜੀਤ ਸਿੰਘ ਜੀ। ਤੁਹਾਡੇ ਦੋਨਾਂ ਦਾ ਅੱਜ ਦੇ ਇਸ ਐਪੀਸੋਡ ਵਿੱਚ ਨਿੱਘਾ ਸਵਾਗਤ ਹੈ ਜੀ। ਮੇਰੇ ਵੱਲੋਂ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਚਰਨਜੀਤ ਸਿੰਘ ਜੀ, ਤੁਸੀਂ ਅੰਮ੍ਰਿਤਧਾਰੀ ਸਿੰਘ ਹੋ। ਹਾਂਜੀ। ਅਤੇ ਜਿਹੜਾ ਇਹ ਨਵਾਂ ਕਾਨੂੰਨ ਆਪਣਾ ਉੱਥੇ ਜਾਂ ਜਿਹੜਾ ਕਾਨੂੰਨ ਜਿਹੜਾ ਇਨਫੋਰਸ ਕੀਤਾ ਗਿਆ ਦੁਬਾਰਾ, ਜਾਂ ਕਾਨੂੰਨ ਪਹਿਲਾਂ ਤੋਂ ਹੀ ਸੀ ਪਰ ਕਿਸੇ ਵੱਲੋਂ ਬਲਜੀਤ ਸਿੰਘ ਵੱਲੋਂ ਇਹ ਕਿਹਾ ਗਿਆ ਕਿ ਮੈਂ ਹੈਲਮਟ ਦੀ ਜਗ੍ਹਾ ਆਪਣੀ ਦਸਤਾਰ ਨੂੰ ਪ੍ਰੈਫਰ ਕਰਦਾ, ਹਾਂਜੀ, ਪਰ ਉਹ ਉੱਥੇ ਨਹੀਂ, ਉਹਨਾਂ ਨੇ ਗੌਰਮੈਂਟ ਨੇ ਅਲਾਓ ਕੀਤਾ। ਜਦੋਂ ਤੁਸੀਂ ਇੱਥੇ ਮੋਟਰਸਾਈਕਲ ਚਲਾਉਂਦੇ ਹੋ, ਤੁਹਾਨੂੰ ਲੱਗਦਾ ਵੀ ਮੇਰਾ ਜੋ ਰਿਲੀਜੀਅਸ ਮੇਰੀ ਜਿਹੜੀਆਂ ਫੀਲਿੰਗਸ ਹੈ ਉਹ ਹਰਟ ਹੋ ਰਹੀਆਂ? ਜੀ, ਇਹਦੇ ਨਾਲ ਫੀਲਿੰਗਸ ਤਾਂ ਹਰਟ ਹੁੰਦੀਆਂ ਨੇ। ਇੱਕ ਦਸਤਾਰਧਾਰੀ ਬੰਦੇ ਨੂੰ ਜਦੋਂ ਮਜਬੂਰੀ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਇੱਕ ਹੈਲਮਟ ਪਾ ਕੇ ਆਪਣੇ ਸ਼ੌਂਕ ਜਾਂ ਆਪਣੇ ਕੰਮ ਕਰਨੇ ਪੈਂਦੇ ਨੇ, ਤਾਂ ਉਹਦੇ ਨਾਲ ਫੀਲਿੰਗਸ ਤਾਂ ਜ਼ਰੂਰ ਹਰਟ ਹੁੰਦੀਆਂ ਨੇ। ਇੱਕ ਤਰ੍ਹਾਂ ਦਾ ਤੁਹਾਨੂੰ ਇਹ ਲੱਗਦਾ ਕਿ ਤੁਹਾਡੇ ਸਰੀਰ ਦਾ ਕੋਈ ਤੁਹਾਡੇ ਤੋਂ ਅੰਗ ਹੀ ਅੱਡ ਕਰ ਦਿੱਤਾ ਜਾਂਦਾ ਹੈ, ਚਾਹੇ ਉਹ ਇੱਕ ਕਾਨੂੰਨ ਦੇ ਤੌਰ 'ਤੇ ਜਾਂ ਇੱਕ ਸੇਫਟੀ ਇਕੁਇਪਮੈਂਟ ਪਾਉਣ ਵਾਸਤੇ ਤੁਹਾਨੂੰ ਕੀਤਾ ਜਾਂਦਾ ਜੀ। ਸੋ ਮੈਨੂੰ ਲੱਗਦਾ ਕਿ ਇਹਦੇ ਨਾਲ ਕਾਫੀ ਫੀਲਿੰਗ ਹਰਟਸ ਹੁੰਦੀਆਂ ਨੇ। ਤੁਹਾਡਾ ਕੀ ਵਿਚਾਰ ਹੈ ਬਲਜੀਤ? ਹਾਂਜੀ, ਮੈਂ ਇਹਨਾਂ ਨਾਲ ਸਹਿਮਤ ਹਾਂ ਜੀ, ਕਿਉਂਕਿ ਜਦੋਂ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ, ਮੈਂ ਵੀ ਅੰਮ੍ਰਿਤਧਾਰੀ ਹਾਂ, ਸਾਨੂੰ ਜਿਹੜੇ ਸਾਡੇ 5 ਕਕਾਰ ਹੈ, ਸਾਡੇ ਸਰੀਰ ਦਾ ਇੱਕ ਅੰਗ ਹੈਗਾ ਜੀ, ਜਦੋਂ ਸਾਨੂੰ ਉਹਦੇ ਅਗੇਂਸਟ ਜਾਣਾ ਪੈਂਦਾ ਹੈਗਾ ਆ, ਉਹ ਸਾਨੂੰ ਉਹ ਹਰਟ ਤਾਂ ਹੁੰਦਾ ਹੀ ਹੈ ਜੀ, ਕਿਉਂਕਿ ਅਸੀਂ ਜਿਸ ਕੰਟਰੀ 'ਚ ਰਹਿੰਦੇ, ਸਾਨੂੰ ਉਹਨੂੰ ਫੋਲੋ ਕਰਨ ਦਾ ਇੱਕ ਤਰ੍ਹਾਂ ਦਾ ਪ੍ਰੈਸ਼ਰ ਕਹਿ ਸਕਦੇ ਹੈਗੇ ਆ, ਅਤੇ ਉਦੋਂ ਫਰਕ ਤਾਂ ਪੈਂਦਾ ਜੀ ਬਹੁਤ। ਕਿਉਂਕਿ ਮੇਰੇ ਫਰੈਂਡ ਸਰਕਲ ਦੇ ਵਿੱਚ ਕਾਫੀ ਮੇਰੇ ਦੋਸਤ ਮਿੱਤਰ ਨੇ ਜਾਂ ਇੱਥੇ ਦੇ ਜੰਮੇ ਪਲੇ ਬੱਚੇ ਨੇ ਜਿਹੜੇ ਮੋਟਰਸਾਈਕਲ ਚਲਾਉਂਦੇ ਨੇ, ਪਰ ਉਹਨਾਂ ਨੂੰ ਵੀ ਉਹ ਵੈਸੇ ਤਾਂ ਉਹ ਦਮਾਲਾ ਬੰਨ੍ਹ ਕੇ ਰੱਖਦੇ, ਪਰ ਉਹਨਾਂ ਨੂੰ ਇੱਥੇ ਦੇ ਕਾਨੂੰਨ ਜਿਹੜੇ ਆ ਫੋਲੋ ਕਰਨ ਵਾਸਤੇ ਉਹਨਾਂ ਨੂੰ ਆਪਣੀ ਦਸਤਾਰ ਜਿਹੜੀ ਹੈ ਉਹ ਲਾ ਕੇ ਛੋਟਾ ਪਟਕਾ ਬੰਨ੍ਹ ਕੇ ਫਿਰ ਹੈਲਮਟ ਪਾ ਕੇ ਅਤੇ ਜਾਣਾ ਪੈਂਦਾ। ਅਤੇ ਆਪਾਂ ਜਦੋਂ, ਕਿਉਂਕਿ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਜਿਹੜੀਆਂ ਫੈਟੈਲਿਟੀ ਰੇਟ ਆ
ਜਾਂ ਐਕਸੀਡੈਂਟ ਰੇਟ ਜਿਹੜੇ ਕਾਫੀ ਹਾਈ ਹੋ ਚੁੱਕੇ ਨੇ 57% 1996 ਤੋਂ ਲੈ ਕੇ ਤੇ 2010 ਤੱਕ ਇੰਨੇ 26 ਸਾਲਾਂ ਦੇ ਵਿੱਚ ਇੰਨਾ ਵੱਧ ਚੁੱਕਾ ਪਰ ਇਹਨੇ ਦੌਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਪੰਜਾਬੀਆਂ ਵੱਲੋਂ ਕਿਤੇ ਪੰਜਾਬੀਆਂ ਦੀ ਜਿਹੜੀ ਫੈਟੈਲਿਟੀ ਰੇਟ ਜਾਂ ਪੰਜਾਬੀਆਂ ਵੱਲੋਂ ਕਿਤੇ ਜਿਹੜਾ ਡੈਥ ਦੀ ਜਿਹੜੀ ਗਿਣਤੀ ਜ਼ਿਆਦਾ ਹੋਈ ਹੋਵੇ ਜਾਂ ਕੋਈ ਹੋਈ ਵੀ ਹੋਵੇ? ਨਹੀਂ ਜੀ, ਜਿੱਥੇ ਤੱਕ ਮੇਰੀ ਨੌਲੇਜ ਦੇ ਅਕੋਰਡਿੰਗ ਮੈਂ ਵੀ ਕਾਫੀ ਇਹਦੇ ਬਾਰੇ ਰਿਸਰਚ ਕੀਤੀ ਹੈ, ਪੜ੍ਹਿਆ, ਅਤੇ ਮੇਰੇ ਹਿਸਾਬ ਨਾਲ ਅੱਜ ਤੱਕ ਕੋਈ ਐਸਾ ਕੇਸ ਮੇਰੀ ਨੌਲੇਜ ਦੇ ਵਿੱਚ ਤਾਂ ਨਹੀਂ ਹੈਗਾ ਜਿਹਦੇ ਵਿੱਚ ਕਿ ਕੋਈ ਸਿੱਖ ਦਸਤਾਰਧਾਰੀ ਨੌਜਵਾਨ ਜਾਂ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਹੋਇਆ ਹੋਵੇ। ਪਰ ਜੇ ਆਪਾਂ ਇੱਕ ਜਿਹੜੀ ਉਹ ਨੰਬਰ ਦਿੰਦੇ ਨੇ ਕਿ 57% ਫੈਟੈਲਿਟੀ ਰੇਟ ਨੇ, ਪਰ ਉਹਦੇ ਪਿੱਛੇ ਆਪਾਂ ਜੇ ਉਸਨੂੰ ਉਹ ਆਲ ਓਵਰ ਦੇਖਿਆ ਜਾਏ ਤਾਂ ਮੈਜੋਰਿਟੀ ਕੇਸਿਸ ਦੇ ਵਿੱਚ ਆਪਾਂ ਇਹੀ ਦੇਖ ਸਕਦੇ ਹਾਂ ਕਿ ਕਿਤੇ ਸਪੀਡ ਫੈਕਟਰ ਹੈ ਜਾਂ ਕਿਤੇ ਕੋਈ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਸ਼ੇ ਦੀ ਵਰਤੋਂ ਨੂੰ ਆਪਾਂ ਕਹਿ ਸਕਦੇ ਹਾਂ। ਮੇਜਰ ਰੀਜ਼ਨ ਇਹੀ ਨੇ। ਸੇਫਟੀ ਦੇ ਪੱਖੋਂ ਜੇ ਆਪਾਂ ਦੇਖੀ ਜਾਈਏ ਕਿ ਇੱਕ ਦਸਤਾਰਧਾਰੀ ਜਾਂ ਇੱਕ ਹੈਲਮਟ ਦੇ ਵਿੱਚ ਜਿੱਦਾਂ ਵੱਡੇ ਵੀਰ ਕਹਿ ਕੇ ਕਹਿ ਚੁੱਕੇ ਨੇ ਕਿ ਕੋਈ ਬਾਹਲਾ ਫਰਕ ਨਹੀਂ ਹੈਗਾ। ਸਪੀਡ ਜਾਂ ਕੋਈ ਨਸ਼ਾ ਆਦਿ ਇਹਦੇ ਵਿੱਚ ਵੱਡੇ ਫੈਕਟਰ ਹੋ ਸਕਦੇ ਨੇ। ਜੀ ਜੀ, ਇਹਨਾਂ ਨੂੰ ਚਾਹੀਦਾ ਆ ਜਿਵੇਂ ਇਹਨਾਂ ਨੇ 57 ਦੇ ਵਿੱਚੋਂ ਪਹਿਲਾਂ ਦੇਖਣ ਵੀ ਸਰਦਾਰ ਕਿੰਨੇ ਸੀ, ਸਰਦਾਰ ਦੇ ਵਿੱਚੋਂ ਇਹ ਦੇਖਣ ਉਹਨਾਂ ਨੇ ਪੱਗਾਂ ਵਾਲੇ ਕਿੰਨੇ ਸੀ, ਪੱਗਾਂ ਵਾਲਿਆਂ 'ਚੋਂ ਫਿਰ ਦੇਖਣ ਵੀ ਉਹਨਾਂ ਵਿੱਚੋਂ ਹੈਡ ਇੰਜਰੀਜ਼ ਦੇ ਨਾਲ ਕਿੰਨੇ ਜਣੇ ਮਰੇ ਆ। ਜ਼ਰੂਰੀ ਤਾਂ ਨਹੀਂ ਵੀ ਬਾਈਕ ਤੋਂ ਡਿੱਗਣ ਵਾਲੇ ਦੇ ਹੈਡ ਇੰਜਰੀ ਹੁੰਦੀ ਆ, ਕਈਆਂ ਦੇ ਹੋਰ ਆਰਗਨ ਫੇਲੀਅਰ ਵੀ ਹੋ ਜਾਂਦੇ ਆ, ਇੰਪੈਕਟ ਦੇ ਉੱਤੇ ਡੈਥ ਹੋ ਜਾਂਦੀ, ਹਾਰਟ ਫੇਲੀਅਰ ਹੋ ਜਾਂਦਾ ਆ। ਅਤੇ ਇਹ ਮੇਰੇ ਕੋਲ ਇੱਕ ਇੱਥੇ ਸਰਵੇ ਪਿਆ ਜੀ, ਉਹਦੇ ਵਿੱਚ ਦੱਸਿਆ ਸੀ ਕਿ ਜਿਹੜੀ 37% ਆਊਟ ਆਫ 100 ਜਿਹੜੀਆਂ 37% ਜਿਹੜੀਆਂ ਇੰਜਰੀਜ਼ ਹੁੰਦੀਆਂ ਨੇ ਜਾਂ ਐਕਸੀਡੈਂਟ ਹੁੰਦੇ ਨੇ, ਉਹਦੇ ਵਿੱਚ ਜਿਹੜਾ ਬਾਈਕਰ ਹੈ ਉਹ ਆਪਣੇ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਹੀ ਉਹ ਕੋਈ ਜਾਂ ਚਲਾ ਰਿਹਾ ਜਾਂ ਕੁਛ ਕਰ ਰਿਹਾ ਜਾਂ ਉਹ ਸਪੀਡਿੰਗ ਕਰ ਰਿਹਾ, ਜੋ ਵੀ ਹੈਗਾ ਫੈਕਟਰ ਹੈਗਾ। 37% ਜਿਹੜੀਆਂ ਇੰਜਰੀਜ਼ ਹੁੰਦੀਆਂ ਨੇ ਜਾਂ ਫੈਟੈਲਿਟੀਜ਼ ਹੁੰਦੀਆਂ ਨੇ ਉਹ ਲੋਕਲ ਪ੍ਰੋਪਰਟੀ ਜਾਂ ਪਰਸਨਲ ਪ੍ਰੋਪਰਟੀ ਦੇ ਵਿੱਚ ਹੁੰਦੀਆਂ ਨੇ। ਅਤੇ ਤੁਹਾਨੂੰ ਲੱਗਦਾ ਕਿ ਜੇ ਇਹ ਚੀਜ਼ ਪਰਸਨਲ ਪ੍ਰੋਪਰਟੀ ਦੇ ਵਿੱਚ ਹੋ ਸਕਦੀ ਹੈ ਅਤੇ ਇਟ ਡਜ਼ਨਟ ਮੈਟਰ ਵੇਅਰਐਵਰ ਯੂ ਗੋ, ਤੁਹਾਨੂੰ ਜਿਹੜੀਆਂ ਜੇ ਤੁਸੀਂ ਹੈਲਮਟ ਪਾਇਆ ਵੀ ਆ ਪਰ ਜੇ ਤੁਸੀਂ ਸਪੀਡਿੰਗ ਕਰ ਰਹੇ ਹੋ ਅਤੇ ਸਪੀਡਿੰਗ ਦੇ ਵਿੱਚ ਤਾਂ ਕਿਤੇ ਵੀ ਜਿਹੜੀ ਸੱਟ ਉਹ ਲੱਗ ਸਕਦੀ ਹੈ। ਹਾਂਜੀ, ਮੈਟਰ ਆਫ ਫੈਕਟ ਫੈਮਿਲੀ ਫਰੈਂਡ ਆ, ਉਹਨਾਂ ਦੇ ਆਪਣੇ ਫਾਰਮ ਦੇ ਵਿੱਚ ਬਾਈਕ ਚਲਾ ਰਹੇ ਸੀਗੇ ਮੁੰਡਾ, ਅਤੇ ਉਹਦੇ ਹੈਲਮਟ ਪਾਇਆ ਹੋਇਆ ਸੀ ਅਤੇ ਉਹਨੇ ਜਦੋਂ ਰੇਸ ਦਿੱਤੀ ਅਤੇ ਸਡਨਲੀ ਉਹਨੂੰ ਬ੍ਰੇਕ ਲਗਾਉਣੀ ਪਈ। ਉਹਦਾ ਬਾਈਕ ਤੋਂ ਉੱਠ ਕੇ ਅਤੇ ਹੀ ਐਕਚੁਅਲੀ ਲਿਟਰਲੀ ਫਲਾਈ ਫਰੋਮ ਹਿਸ ਬਾਈਕ ਅਤੇ ਮੂਹਰੇ ਦਰਖਤ ਦੇ ਵਿੱਚ ਜਾ ਕੇ ਵੱਜਿਆ ਉਹ। ਅਤੇ ਉਹਦਾ ਨਾ ਤਾਂ ਬਾਈਕ ਨੂੰ ਕੋਈ ਪ੍ਰੋਬਲਮ ਆਈ ਨਾ ਕੁਛ, ਹੈਲਮਟ ਨੂੰ ਕੋਈ ਪ੍ਰੋਬਲਮ ਨਹੀਂ ਆਈ। ਦੈਨ ਹੀ ਡਾਈਡ ਇੰਸਟੈਂਟਲੀ। ਸੋ ਉਹਦਾ ਸਿਰ ਜਿਹੜਾ ਸੀ ਮਹਿਫੂਜ਼ ਸੀਗਾ। ਹਾਂਜੀ, ਉਹ ਇੰਪੈਕਟ ਨਾਲ ਹੀ ਡਾਈਡ ਬਿਕੋਜ਼ ਆਫ ਇੰਪੈਕਟ। ਅਤੇ ਉਹ ਆਪਣੇ ਯਾਰਡ 'ਚ ਜਿੱਦਾਂ ਸ਼ਰਾਰਤਾਂ ਕਰਦੇ ਸੀ ਆਪਣੇ ਫਾਰਮ ਹਾਊਸ ਦੇ ਉੱਤੇ। ਇੱਕ ਕੁਐਸਚਨ ਹੋਰ ਵੀ ਆਉਂਦਾ ਕਿਉਂਕਿ ਜਿਹੜੇ ਬਾਡੀ ਦੇ ਆਰਗਨਸ ਹੁੰਦੇ ਨੇ ਉਹ ਜ਼ਰੂਰੀ ਨਹੀਂ ਵੀ ਚਲੋ ਸਿਰ ਦੀ ਸੱਟ ਤਾਂ ਹੈ ਹੀ ਹੈ ਮੰਨਿਆ ਜਾਂਦਾ, ਪਰ ਬਾਡੀ ਦੇ ਹੋਰ ਵੀ ਆਪਣੇ ਬੜੇ ਜਿਹੜੇ ਕਰੂਸ਼ਲ ਆਰਗਨਸ ਹਨ ਜਿਨ੍ਹਾਂ ਦੇ ਉੱਤੇ ਸੱਟ ਅਗਰ ਲੱਗਦੀ ਹੈ, ਜਿਵੇਂ ਹਾਰਟ ਹੋਇਆ, ਆਪਣੇ ਲਿਵਰ ਹੋਇਆ, ਰਾਈਟ, ਇਸ ਚੀਜ਼ 'ਤੇ ਅਗਰ ਸੱਟ, ਪਰ ਗੌਰਮੈਂਟ ਨੂੰ ਇਹ ਨਹੀਂ ਚਾਹੀਦਾ ਕਿ ਇਸ ਦੀ ਵੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ ਪ੍ਰੋਪਰਲੀ। ਠੀਕ ਹੈ, ਉਹਨਾਂ ਨੇ ਗੇਅਰ ਦਿੱਤਾ ਹੋਇਆ, ਪਰ ਉਹ ਗੇਅਰ ਕਿੰਨਾ ਕੰਮ ਕਰਦਾ? ਇਹੀ ਤਾਂ ਪੁਆਇੰਟ ਹੈਗਾ ਨਾ ਜੀ, ਵੀ ਜੇ ਆਪਾਂ ਉਹ ਗੇਅਰ ਪਾ ਕੇ ਚਲਾਉਂਦੇ ਹਾਂ ਸਟਿਲ ਪੀਪਲ ਆਰ ਡਾਇੰਗ। ਉਹ ਹੈਲਮਟ ਵੀ ਤਾਂ ਇੱਕ ਗੇਅਰ ਹੀ ਦਿੱਤਾ ਹੋਇਆ ਉਹਨਾਂ ਨੇ, ਇਟਸ ਨਾਟ ਲਾਈਕ 100% ਪ੍ਰੋਟੈਕਸ਼ਨ। ਜੀ ਪੀਪਲ ਆਰ ਡਾਇੰਗ ਵੇਅਰਿੰਗ ਅ ਫੁੱਲ ਗੇਅਰਸ। ਅਤੇ ਇਹ ਤਾਂ ਜੇ ਆਪਾਂ ਕਹਿੰਦੇ ਵੀ ਆਪਾਂ ਸਪੀਡ ਵੀ ਘੱਟ ਕਰਕੇ ਚਲਾਵਾਂਗੇ, ਅਸੀਂ ਸਿਟੀ ਦੇ ਵਿੱਚ ਚਲਾਵਾਂਗੇ, ਅਤੇ ਸਾਡੀ ਪਾਪੂਲੇਸ਼ਨ ਦੇ ਵਿੱਚ ਬਹੁਤ ਥੋੜ੍ਹੇ ਬੰਦੇ ਜਿਹੜੇ ਬਾਈਕ ਚਲਾਉਂਦੇ ਹੈਗੇ, ਜਿੱਦਾਂ ਕਰਕੇ ਇਹਨਾਂ ਨੂੰ ਰੀਕਨਸੀਡਰ ਕਰਨਾ ਚਾਹੀਦਾ ਹੈ। ਅਤੇ ਇੱਕ ਚੀਜ਼ ਹੋਰ ਆਉਂਦੀ ਹੈ ਜਿਹੜੀ ਆਪਣੀ ਦਸਤਾਰ ਆ, ਆਪਾਂ ਜਿਵੇਂ ਆਪ ਜੀ ਨੇ ਦਸਤਾਰ ਨੋਕ ਵਾਲੀ ਬੰਨੀ, ਮੈਂ ਦਮਾਲਾ ਬੰਨਿਆ ਹੋਇਆ, ਕੀ ਤੁਹਾਨੂੰ ਲੱਗਦਾ ਕਿ ਜੇ ਅਸੀਂ ਉਹਨਾਂ ਨੂੰ ਡੈਮੋਨਸਟ੍ਰੇਟ ਕਰਕੇ ਦਿਖਾਈਏ, ਕਿਉਂਕਿ BC ਦੇ ਵਿੱਚ ਇੱਕ ਲਾਅ ਹੈ ਜੋ ਇਹਨਾਂ ਨੇ ਬਾਈਕ ਦਾ ਲਾਅ ਬਣਾਇਆ ਸਿੱਖ ਮੋਟਰਸਾਈਕਲ ਜਾਂ ਆਪਣੇ ਸਿੱਖ ਭਰਾਵਾਂ ਵਾਸਤੇ, ਕਿ ਤੁਹਾਡੇ ਜਿਹੜਾ ਮਿਨੀਮਮ ਕੱਪੜਾ ਸਿਰ 'ਤੇ ਉਹ 5 ਸਕੁਆਇਰ ਮੀਟਰ ਦਾ ਹੋਣਾ ਚਾਹੀਦਾ। ਪਰ ਦਸਤਾਰ ਤਾਂ ਆਪਣੀ ਕਾਫੀ ਵੱਡੀ, ਵੈਸੇ ਵੀ ਨੈਚੁਰਲੀ ਵੱਡੀ ਹੁੰਦੀ ਆ, 7-8 ਮੀਟਰ ਦੀ ਦਸਤਾਰ ਹੁੰਦੀ ਹੈ, ਅਤੇ ਦਮਾਲਾ ਹੋਰ ਵੀ ਜ਼ਿਆਦਾ ਵੱਡਾ ਹੁੰਦਾ। ਤੁਹਾਨੂੰ ਲੱਗਦਾ ਕਿ ਜੇ ਅਸੀਂ ਡੈਮੋਨਸਟ੍ਰੇਟ ਕਰਕੇ ਉਹਨਾਂ ਨੂੰ ਦਿਖਾਈਏ ਕਿ ਜਿਹੜਾ ਜੇ ਅਸੀਂ ਇਸ ਤਰ੍ਹਾਂ ਦਾ ਸਟਾਈਲ ਦੀ ਦਸਤਾਰ ਬੰਨ੍ਹਦੇ ਹਾਂ ਅਤੇ ਸਾਡਾ ਜਿਹੜਾ ਹੈਡ ਹੈ ਉਹ ਜ਼ਿਆਦਾ ਪ੍ਰੋਟੈਕਟਡ ਰਹੇਗਾ? ਹਾਂਜੀ, ਇਹ ਤਾਂ
ਡੈਫੀਨਿਟਲੀ ਇਹ ਹੈਗਾ ਕਿ ਇੱਕ ਹੈਲਮਟ ਜਿਹੜਾ ਸੋਲਿਡ ਪਲਾਸਟਿਕ ਜਾਂ ਫਾਈਬਰ ਗਲਾਸ ਦਾ ਬਣਿਆ ਹੋਇਆ ਉਹਦੇ ਨਾਲੋਂ ਇੱਕ ਦੁਮਾਲਾ ਜਾਂ ਇੱਕ ਦਸਤਾਰ ਜਿਹੜੀ ਆਪਾਂ ਜ਼ਿਆਦਾ ਕੁਸ਼ਨ ਵਾਲੀ ਹੈ ਉਹਨੂੰ ਜੇ ਆਪਾਂ ਪ੍ਰੋਪਰਲੀ ਡੈਮੋਨਸਟ੍ਰੇਟ ਕਰਦੇ ਹਾਂ ਤਾਂ ਉਹਦੇ ਨਾਲ ਤੁਹਾਡੇ ਸਿਰ ਨੂੰ ਇੱਕ ਜ਼ਿਆਦਾ ਕੁਸ਼ਨ ਮਿਲਦੀ ਆ। ਕਿਤੇ ਵੀ ਕੋਈ ਇੰਪੈਕਟ ਹੁੰਦਾ ਤਾਂ ਉਸ ਚੀਜ਼ ਦੇ ਨਾਲ ਡੈਫੀਨਿਟਲੀ ਉਹਦਾ ਫਰਕ ਤਾਂ ਪਏਗਾ ਹੀ ਪਏਗਾ। ਅਤੇ ਕੁਦਰਤੀ ਹੈ ਕਿ ਜਦੋਂ ਆਪਾਂ ਦਸਤਾਰ ਬੰਨ੍ਹਦੇ ਹਾਂ ਉਹਦੇ ਡਿਫਰੈਂਟ ਢੰਗ ਨੇ, ਪਰ ਇੱਕ ਹੈਲਮਟ ਨਾਲੋਂ ਮੇਰੀ ਸੋਚ ਦੇ ਮੁਤਾਬਿਕ ਦਸਤਾਰ ਫਿਰ ਵੀ ਬਹੁਤ ਜ਼ਿਆਦਾ ਸੇਫ ਹੈ। ਪਰ ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਾਂ ਬਾਈਕ ਚਲਾ ਰਹੇ ਹਾਂ ਅਤੇ ਥੋੜ੍ਹੀ ਸਪੀਡ ਦੇ ਵਿੱਚ ਜਾਂਦੇ ਹਾਂ ਅਤੇ ਹੋ ਸਕਦਾ ਕਈ ਵਾਰੀ ਦਸਤਾਰ ਆਪਣੀ ਉੱਪਰ ਨੂੰ ਉੱਠ ਜਾਵੇ ਜਾਂ ਫਲਾਈ ਓਵਰ ਹੋ ਜਾਵੇ। ਇਹ ਵੀ ਕਿਉਂਕਿ ਜੇ ਆਪਾਂ ਇਹ ਗੱਲਬਾਤ ਕਰਾਂਗੇ ਹੋ ਸਕਦਾ ਉਹ ਇਹ ਪੁਆਇੰਟ ਵੀ ਆਪਾਂ ਨੂੰ ਕੱਢ ਲੈਣ। ਜਿਹੜੀ ਪੱਗ ਜਿੱਦਾਂ ਹੁਣ ਮੈਂ ਬੰਨੀ ਆ, ਮੇਰੇ ਵੀਰ ਨੇ ਬੰਨੀ ਹੈਗੀ ਆ, ਇਹ ਪੱਗ ਤੁਸੀਂ ਜਦੋਂ ਬਾਈਕ ਦੇ ਉੱਤੇ ਬੈਠ ਕੇ ਚਲਾਓਗੇ ਇਹਦੇ ਚਾਂਸਿਸ ਹੈਗੇ ਆ ਵੀ ਇਹ ਉੱਪਰ ਨੂੰ ਉੱਡੂਗੀ। ਪਰ ਮੈਂ BC ਦੇ ਰਾਈਡਰਸ ਦੇਖੇ ਆ, ਮੁੰਡਿਆਂ ਨੇ ਐਨਕਾਂ ਲਾਈਆਂ ਹੁੰਦੀਆਂ, ਐਨਕਾਂ ਲਗਾ ਕੇ ਉਹਨਾਂ ਦੇ ਪਿੱਛੇ ਇਲਾਸਟਿਕ ਬੈਂਡ ਨਾਲ ਦੇ ਹੋਲਦੇ ਟਰਬਨ। ਤੁਸੀਂ ਦਮਾਲੇ ਬੰਨ੍ਹ ਸਕਦੇ ਜਿੱਦਾਂ ਦੀ ਪੱਗ ਤੁਸੀਂ ਬੰਨੀ ਹੈਗੀ ਆ। ਈਵਨ ਜੇ ਤੁਸੀਂ 16ਵੀਂ ਸਦੀ ਦੇ ਵਿੱਚ ਦੇਖਦੇ, 17ਵੀਂ ਸਦੀ ਜਿਹੜੇ ਸਾਡੇ ਵਾਰੀਅਰ ਹੋਏ ਆ ਉਹ ਦਮਾਲੇ ਬੰਨ੍ਹਦੇ ਸੀਗੇ, ਔਰ ਦਮਾਲੇ ਜਿਹੜੇ ਹੈਗੇ ਆਲ ਅਰਾਊਂਡ ਸੇਫ ਹੈਗੇ ਆ, ਇਹਨਾਂ ਦੇ ਉੱਪਰੋਂ ਵੀ ਸਾਈਡਾਂ ਤੋਂ ਵੀ ਪਿੱਛੋਂ ਵੀ। ਅਤੇ ਆਈ ਥਿੰਕ ਦਮਾਲੇ ਜਿਹੜੇ ਬੰਨ੍ਹ ਕੇ ਤੁਸੀਂ ਪੱਗ ਈਜ਼ੀਲੀ ਚਲਾ ਸਕਦੇ ਹੋ ਔਰ ਇਹਦੇ ਕੋਈ ਉਤਰਨ ਦਾ ਖਤਰਾ ਨਹੀਂ ਹੋਊਗਾ ਇਹਦਾ। ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦਾ, ਜਿੱਦਾਂ ਕਿ ਆਪਾਂ ਕਹਿੰਦੇ ਹਾਂ ਕਿ ਉੱਡਣ ਦਾ ਖਤਰਾ ਹੈ, ਕਿ ਇਹ ਤੁਹਾਡਾ ਸੇਫਟੀ ਗੇਅਰ ਆ, ਠੀਕ ਹੈ ਨਾ। ਤੁਸੀਂ ਇਹਨੂੰ ਆਪਣੀ ਸੇਫਟੀ ਦੇ ਤੌਰ 'ਤੇ ਬੰਨ੍ਹਦੇ ਆ। ਹੁਣ ਕੋਈ ਵੀ ਇਹ ਤਾਂ ਹੈ ਨਹੀਂ ਕਿ ਢਿੱਲੀ ਪੱਗ ਬੰਨ੍ਹ ਕੇ ਤੁਸੀਂ ਜਾ ਰਹੇ ਹੋ, ਬਾਈਕ 'ਤੇ ਜਾ ਰਹੇ ਹੋ। ਇਹਦੇ ਨਾਲ ਹੀ ਮੈਂ ਰਿਲੇਟ ਕਰਨਾ ਚਾਹੁੰਦਾ ਕਿ ਜਿੱਦਾਂ ਹੈਲਮਟ ਵੀ ਉਤਰਨ ਦੀ ਆਪਾਂ ਘਟਨਾ ਕਈ ਵਾਰੀ ਸੁਣਦੇ ਹਾਂ ਕਿ ਕਿਸੇ ਨੇ ਪ੍ਰੋਪਰਲੀ ਹੈਲਮਟ ਨਹੀਂ ਸੀ ਟਾਈ ਅਪ ਕੀਤਾ ਹੋਇਆ ਅਤੇ ਹੈਲਮਟ ਵੀ ਉਤਰ ਜਾਂਦਾ। ਉਹ ਆ ਜਾਂਦਾ ਕਿ ਨੈਗਲੀਜੈਂਸ, ਕਿ ਕੋਈ ਆਪਣੀ ਪ੍ਰੋਪਰਟੀ ਆਪਣਾ ਪ੍ਰੋਪਰ ਸੇਫਟੀ ਗੇਅਰ ਨੂੰ ਕਿੰਨੀ ਕੁ ਧਿਆਨ ਨਾਲ ਪਾਉਂਦਾ। ਸੋ ਇਸ ਚੀਜ਼ ਨੂੰ ਆਪਾਂ ਇਸ ਢੰਗ ਨਾਲ ਵੀ ਦੇਖ ਸਕਦੇ ਹਾਂ। ਜ਼ਾਹਿਰ ਹੈ ਕਿ ਜਦੋਂ ਤੁਹਾਨੂੰ ਪਤਾ ਕਿ ਮੈਂ ਬਾਈਕ 'ਤੇ ਜਾਣਾ ਤਾਂ ਮੈਂ ਆਪਣੀ ਦਸਤਾਰ ਵੀ ਉਸ ਤਰੀਕੇ ਨਾਲ ਬੰਨ੍ਹ ਕੇ ਜਾਊਂਗਾ, ਐਕਸਟਰਾ ਟਾਈਟ ਕਰਕੇ। ਪਲੱਸ ਜਿਹੜੀਆਂ ਜਿਵੇਂ ਤੁਸੀਂ ਐਨਕਾਂ ਦੱਸਿਆ, ਜਿਹੜੇ ਆਪਣੇ ਗਲਾਸਿਸ ਲਾਉਂਦੇ ਆ ਅਤੇ ਉਹ ਪੂਰਾ ਪ੍ਰੋਪਰਲੀ ਪਿੱਛੇ ਬੰਨ੍ਹ ਕੇ ਅਤੇ ਉਹਦੇ ਨਾਲ ਜਿਹੜੀ ਦਸਤਾਰ ਮਹਿਫੂਜ਼ ਰਹਿੰਦੀ ਹੈ। ਅਤੇ ਪਲੱਸ ਜਿਹੜੀ ਆਪਣੀ ਜਦੋਂ ਤੁਸੀਂ ਸਪੀਡ ਦੇ ਵਿੱਚ ਰਹੋਗੇ ਅਤੇ ਹੋਰ ਵੀ ਵਧੀਆ। ਜਦੋਂ ਤੁਸੀਂ ਸਿੱਖ ਕਲੱਬ ਜਿਹੜਾ BC ਦੀ ਮੋਟਰਸਾਈਕਲ ਕਲੱਬ ਆ, ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਕਿ ਉਹ ਇੰਨੇ ਫਰੀਡਮ ਦੇ ਨਾਲ ਪੂਰਾ ਉਹਨਾਂ ਨੂੰ ਫਰੀਡਮ ਹੈ ਆਪਣੇ ਬਾਈਕ 'ਤੇ ਜਾ ਰਹੇ ਨੇ, ਤੁਹਾਡੀਆਂ ਕੀ ਫੀਲਿੰਗਸ ਹੁੰਦੀਆਂ ਨੇ ਉਸ ਟਾਈਮ? ਫੀਲਿੰਗਸ ਤਾਂ ਇਹੀ ਹੁੰਦਾ ਵੀ ਕੰਟਰੀ ਇੱਕ ਹੈਗੀ ਆ ਅਤੇ ਰੂਲ ਸਾਰੇ ਡਿਫਰੈਂਟ ਹੈਗੇ ਆ, ਵੀ ਸਾਨੂੰ ਵੀ ਪਰਮਿਸ਼ਨ ਦੇਣੀ ਚਾਹੀਦੀ, ਬਿਕੋਜ਼ ਅਸੀਂ ਆਲਸੋ ਵੀ ਵਾਂਟ ਟੂ ਰਿਪਰੈਜ਼ੈਂਟ ਆਵਰ ਕਮਿਊਨਿਟੀ ਐਂਡ ਕਲਚਰ। ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਸਟਰੋਂਗ ਬਣਾਉਣਾ ਚਾਹੁੰਦੇ ਹਾਂ ਵੀ ਇੱਦਾਂ ਨਾ ਹੋਵੇ, ਉਹਨਾਂ ਨੂੰ ਪਤਾ ਹੋਵੇ ਵੀ ਵੀ ਆਰ ਸਿੱਖਸ, ਵੀ ਆਰ ਫੀਅਰਲੈਸ ਐਂਡ ਵੀ ਲਿਵਿੰਗ ਆਵਰ ਲਾਈਫ without any stupid laws, I guess. ਪਤਾ ਨਹੀਂ। ਅਤੇ ਪਰ ਕਿਉਂਕਿ ਕੁਐਸਚਨ ਇਹ ਆ ਜਾਂਦਾ ਵੀ ਜਿਹੜੇ ਕਾਨੂੰਨ ਜਦੋਂ ਕਿਉਂਕਿ ਗੋਰਿਆਂ ਦੇ ਵਿੱਚ ਆਪਾਂ ਰਹਿੰਦੇ ਹਾਂ ਅਤੇ ਇਹਨਾਂ ਦੇ ਜਿਹੜੇ ਕਾਨੂੰਨ ਆ ਉਹ ਕਹਿ ਦਿੰਦੇ ਵੀ ਜੋ ਅਸੀਂ ਕਾਨੂੰਨ ਪਾਸ ਕਰ ਦਿੱਤਾ ਉਹ ਕਰ ਦਿੱਤਾ, ਇੱਕ ਵਾਰੀ ਕਰ ਦਿੱਤਾ। ਪਰ ਜਿਵੇਂ ਆਪਣੇ ਇੱਥੇ BC ਦੇ ਵਿੱਚ ਮੈਨੀਟੋਬਾ ਅਤੇ ਅਮਰੀਕਾ ਦੀਆਂ ਵੀ 3 ਸਟੇਟਸ ਹਨ ਜਿਹਦੇ ਵਿੱਚ ਤੁਸੀਂ ਪੱਗ ਬੰਨ੍ਹ ਕੇ ਜਿਹੜਾ ਹੈਗਾ ਤੁਸੀਂ ਮੋਟਰਸਾਈਕਲ ਚਲਾ ਸਕਦੇ ਹੋ। ਤੁਹਾਨੂੰ ਲੱਗਦਾ ਕਿ ਜੇ ਤੁਸੀਂ ਉਸ ਇਹਨਾਂ 5-4 ਜਿਹੜੀਆਂ ਸਟੇਟ ਜਾਂ ਅਮਰੀਕਾ ਦੀਆਂ ਸਟੇਟ ਜਾਂ ਆਪਣੀਆਂ 2-3 ਪ੍ਰੋਵਿੰਸ ਜਿਹੜੀਆਂ ਹਨ ਉਸ ਨੂੰ ਬੇਸ ਬਣਾ ਕੇ ਤੁਸੀਂ ਆਪਣਾ ਇੱਥੇ ਕੇਸ ਜਿਹੜਾ ਅੱਗੇ ਫੋਰਵਰਡ ਜਾਂ ਫਾਈਲ ਕਰ ਸਕਦੇ ਹੋ? ਹਾਂਜੀ, ਅਸੀਂ ਇਸੇ 'ਤੇ ਹੀ ਕੰਮ ਕਰ ਰਹੇ ਹਾਂ, ਕਿਉਂਕਿ ਜਿਵੇਂ ਨਾਰਦਰਨ ਅਮਰੀਕਾ ਦੇ ਵਿੱਚ ਦੋ ਕੰਟਰੀਆਂ ਦੇ ਵਿੱਚ, ਖਾਸ ਕਰਕੇ ਮੈਂ ਐਰੀਜ਼ੋਨਾ ਦਾ ਨਾਂ ਲੈਣਾ ਚਾਹੂੰਗਾ ਜਿੱਥੇ ਵਿਦਾਊਟ ਹੈਲਮਟ ਵੀ ਤੁਸੀਂ ਬਾਈਕ ਚਲਾ ਸਕਦੇ ਹੋ, ਅਤੇ ਕੈਨੇਡਾ ਦੇ ਵਿੱਚ BC ਅਤੇ ਮੈਨੀਟੋਬਾ ਦੇ ਵਿੱਚ ਹੈਗਾ। ਅਤੇ ਉਹਦੇ ਨਾਲ ਅਸੀਂ ਵੀ ਚਾਹੁੰਦੇ ਹਾਂ ਕਿ ਸੇਮ ਕਮਿਊਨਿਟੀ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ। ਜੇ ਉਹਨਾਂ ਵਾਸਤੇ ਸੇਫ ਹੈ, ਅਸੀਂ ਵੀ ਸੋਚਦੇ ਹਾਂ ਕਿ ਅਸੀਂ ਵੀ ਸੇਫਲੀ ਉਹ ਬਾਈਕ ਨੂੰ ਆਪਰੇਟ ਕਰ ਸਕਦੇ ਹਾਂ, ਤਾਂ ਸਾਡੇ ਵਾਸਤੇ ਵੀ ਇੱਥੇ ਇਸ ਲਾਅ ਦੀ ਐਕਸੈਂਪਸ਼ਨ ਮਿਲਣੀ ਚਾਹੀਦੀ ਆ, ਅਤੇ ਅਸੀਂ ਇਸੇ ਨੂੰ ਅੱਗੇ ਵਧਾਉਣ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਬਲਜੀਤ ਭਾਅ ਜੀ, ਮੇਰਾ ਇੱਕ ਕੁਐਸਚਨ ਹੈ ਜੀ। ਹਾਂਜੀ। ਕਿ ਚਲੋ ਇੱਕ ਮੰਨ ਲਈਏ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਮੰਨ ਲਈਏ ਕਿ ਕਾਨੂੰਨ ਚੇਂਜ ਹੋ ਗਿਆ, ਆਪਾਂ ਨੂੰ ਦਸਤਾਰ ਬੰਨ੍ਹਣ ਦੀ ਇਜਾਜ਼ਤ ਵੀ ਮਿਲ ਗਈ, ਅਤੇ ਕੋਈ ਮੋਟਰਸਾਈਕਲ ਚਲਾ ਰਿਹਾ, ਰੱਬ ਨਾ ਕਰੇ ਕੋਈ ਇਹੋ ਜਿਹਾ ਇੰਸੀਡੈਂਟ ਹੋ ਜਾਂਦਾ ਜਿਹਦੇ ਵਿੱਚ ਉਹ ਬੰਦਾ ਆਪਣੇ ਇੰਜਰਡ ਹੋ ਜਾਂਦਾ ਅਤੇ ਵੈਲਫੇਅਰ 'ਤੇ ਚਲੇ ਜਾਂਦਾ, ਅਤੇ
ਉਹਨੂੰ ਜਿਹੜੀ ਗਵਰਨਮੈਂਟ ਵੱਲੋਂ ਵੈਲਫੇਅਰ ਦੇਣਾ ਪੈਂਦਾ, ਅਤੇ ਜਿਹੜੀ ਪਬਲਿਕ ਹੈ ਉਹ ਕਹਿੰਦੀ ਵੀ ਇੱਕ ਤਾਂ ਤੁਸੀਂ ਇਹਨਾਂ ਵਾਸਤੇ ਕਾਨੂੰਨ ਚੇਂਜ ਕੀਤਾ, ਦੂਸਰਾ ਅਸੀਂ ਆਪਣੀ ਪਾਕਟ ਦੇ ਵਿੱਚੋਂ ਇਹਨਾਂ ਨੂੰ ਵੈਲਫੇਅਰ ਕਿਉਂ ਦਈਏ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹਦਾ ਮੇਨ ਗੱਲ ਤਾਂ ਇਹ ਨਾ ਜੀ, ਸਾਡੀ ਕੰਟਰੀਬਿਊਸ਼ਨ ਵੀ ਵੈਲਫੇਅਰ ਦੇ ਵਿੱਚ ਉਨੀ ਆ ਜਿੰਨੀ ਉਹਨਾਂ ਦੀ ਆ। ਅਤੇ ਦੂਸਰੀ ਗੱਲ ਇਹ, ਇੱਥੇ ਕਿੰਨੇ ਜਿਹੜੇ ਲੋਕ ਆ ਜਿਹੜੇ ਡਰੱਗਸ ਦੇ ਯੂਜ਼ ਨਾਲ, ਸਮੋਕ ਦੇ ਯੂਜ਼ ਕਰਦੇ ਹੈਗੇ ਆ, ਅਤੇ ਉਹਨਾਂ ਨੂੰ ਕੈਂਸਰ ਹੋ ਜਾਂਦਾ, ਲੰਗਸ ਡਿਜ਼ੀਜ਼ ਹੋ ਜਾਂਦੀਆਂ ਆ, ਉਹ ਤੇ ਗੋ ਨਾ ਰੈਸਟ ਆਫ ਲਾਈਫ ਉਹਨਾਂ ਨੂੰ ਕਈ ਵਾਰੀ ਵਿਦਆਊਟ ਵਰਕ ਬੈੱਡ ਦੇ ਉੱਤੇ ਰਹਿਣਾ ਪੈਂਦਾ, ਉਹਨਾਂ ਦੀ ਸਰਜਰੀਜ਼ ਹੁੰਦੀਆਂ ਆ, ਸਾਰਾ ਕੁਛ ਉਹ ਵੈਲਫੇਅਰ ਸਾਡੇ ਲੋਕ ਵੀ ਤਾਂ ਦਿੰਦੇ ਆ ਨਾ ਜੀ। ਅਤੇ ਉਹਨਾਂ ਦੀ ਕਿੰਨੀ % ਗੋਰਿਆਂ ਦੀ ਪਾਪੂਲੇਸ਼ਨ ਆ ਕੈਨੇਡੀਅਨਸ ਦੀ ਜਿਹੜੇ ਸਮੋਕ ਕਰਦੇ ਆ, ਦੇ ਡਾਇੰਗ ਵਿਦ ਕੈਂਸਰ, ਲੰਗ ਕੈਂਸਰ ਆ, ਥਰੋਟ ਕੈਂਸਰ ਹੈਗੇ ਆ, ਸਾਰੀ ਵੈਲਫੇਅਰ ਸਾਡੀ ਵੀ ਸੇਮ ਕੰਟਰੀਬਿਊਸ਼ਨ ਆ ਉਹਦੇ ਵਿੱਚ। ਪਰ ਸਾਡੇ ਤਾਂ ਆਈ ਥਿੰਕ ਪਾਪੂਲੇਸ਼ਨ ਦੇ ਹਿਸਾਬ ਨਾਲ ਮੇ ਵੀ 0.5% ਵੀ ਲੋਕੀ ਬਾਈਕ ਨਹੀਂ ਚਲਾਉਂਦੇ ਹੋਣੇ, ਅਤੇ ਉਹਨਾਂ ਦੇ ਵਿੱਚੋਂ ਐਕਸੀਡੈਂਟ ਜੇ ਕਿਸੇ ਦਾ ਹੁੰਦਾ ਵੀ ਹੈ ਜਿੱਦਾਂ ਕਰਕੇ, ਜੇ ਅਸੀਂ ਕਹਿੰਦੇ ਹਾਂ ਅਸੀਂ ਕੈਨੇਡੀਅਨ ਆ, ਅਸੀਂ ਆਪਣਾ ਪੂਰਾ ਟੈਕਸ ਕਟਾਉਂਦੇ ਹਾਂ ਜਿੱਦਾਂ ਕਰਕੇ, ਜੇ ਅਸੀਂ ਉਹਨਾਂ ਲਈ ਪੇ ਕਰਦੇ ਹਾਂ, ਆਈ ਥਿੰਕ ਦੇ ਸ਼ੁੱਡ ਡੂ ਅ ਸੇਮ ਫॉर ਅਸ। ਠੀਕ ਹੈ ਨਾ ਜੀ? ਬਿਲਕੁਲ ਜੀ। ਮੈਂ ਆਪ ਜੀ ਨਾਲ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕਰ ਲਵਾਂ ਜੀ ਕਿ ਜੋ BC ਦਾ ਕਾਨੂੰਨ ਜੋ 2010 ਦੇ ਵਿੱਚ ਪਾਸ ਹੋਇਆ ਸੀਗਾ, ਉਹ ਇਹ ਸੀਗਾ ਕਿ ਘੱਟ ਤੋਂ ਘੱਟ 5 ਸਕੁਆਇਰ ਮੀਟਰ ਦਾ ਕੱਪੜਾ ਤੁਹਾਡੇ ਸਿਰ 'ਤੇ ਜ਼ਰੂਰ ਹੋਣਾ ਚਾਹੀਦਾ। ਦੂਸਰਾ, ਅਗਰ ਤੁਸੀਂ ਸਿੱਖੀ ਜੋ ਆਪਣਾ ਸਰੂਪ ਹੈ ਉਸ ਦੇ ਵਿੱਚ ਪੂਰੇ ਹੋ, ਤੁਹਾਡੇ ਕੇਸ ਨਹੀਂ ਕੱਟੇ ਹੋਏ, ਤੁਸੀਂ ਦਸਤਾਰ ਬੰਨ੍ਹਦੇ ਹੋ, ਅਤੇ ਜੋ ਤੁਹਾਡੇ ਰਿਲੀਜੀਅਸ ਬੇਸ 'ਤੇ ਤੁਸੀਂ ਉਸ ਨੂੰ ਪੂਰਾ ਪ੍ਰੋਪਰ ਫੋਲੋ ਕਰਦੇ ਹੋ, ਉਸ ਬੇਸ ਦੇ ਉੱਪਰ ਤੁਹਾਨੂੰ ਕੋਈ ਟਿਕਟ ਨਹੀਂ ਦਿੱਤੀ ਜਾਏਗੀ, ਔਰ ਤੁਸੀਂ ਮੋਟਰਸਾਈਕਲ ਜੋ ਹੈ ਉਹ ਦਸਤਾਰ ਬੰਨ੍ਹ ਕੇ ਚਲਾ ਸਕਦੇ ਹੋ। ਅਗਰ ਤੁਹਾਡੇ ਕੇਸ ਕੱਟੇ ਹੋਏ ਨੇ ਅਤੇ ਤੁਸੀਂ ਦਸਤਾਰ ਬੰਨ੍ਹੀ ਹੋਈ ਹੈ, ਸ਼ਾਇਦ ਮੇਰਾ ਖਿਆਲ ਆ ਜੋ ਜਿੱਥੋਂ ਤੱਕ ਮੈਂ ਪੜ੍ਹਿਆ ਔਰ ਮੇਰੇ ਸਾਹਮਣੇ ਪੇਪਰ ਪਏ ਨੇ, ਉਹਦੇ ਵਿੱਚ ਇਹ ਲਿਖਿਆ ਗਿਆ ਕਿ ਤੁਸੀਂ ਜਿਹੜਾ ਹੈਲਮਟ ਪਾਉਣਾ ਤੁਹਾਡੇ ਲਈ ਜ਼ਰੂਰੀ ਹੋ ਜਾਏਗਾ। ਸੋ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਪਿਛਲੇ 10 ਸਾਲਾਂ ਤੋਂ ਆਪਣੀਆਂ ਮਿਠਾਈਆਂ ਦੀ ਮਿਠਾਸ ਨਾਲ ਤੇ ਕਮਾਲ ਦੇ ਚਟਪਟੇ ਤੜਕਿਆਂ ਨਾਲ ਕੈਲਗਰੀ ਵਿੱਚ ਵੀ ਇੰਡੀਆ ਵਾਲੇ ਸ਼ਾਨਦਾਰ ਸਵਾਦ ਦਾ ਅਹਿਸਾਸ ਕਰਵਾ ਰਹੇ ਨੇ ਬੀਕਾਨੇਰ ਸਵੀਟਸ ਐਂਡ ਰੈਸਟੋਰੈਂਟਸ। ਘਰ ਵਿੱਚ ਹੋਵੇ ਕੋਈ ਛੋਟੀ ਪਾਰਟੀ ਜਾਂ ਵੱਡਾ ਫੰਕਸ਼ਨ, ਘਰ ਵਰਗੇ ਸਵਾਦ ਲਈ ਕੈਟਰਿੰਗ ਕਰਵਾਓ ਜਾਂ ਲੰਚ ਬਫੇ ਲਈ ਆਓ। 200 ਮਹਿਮਾਨਾਂ ਤੱਕ ਦੀ ਪਾਰਟੀ ਲਈ ਹਾਲ ਦਾ ਵੀ ਇੰਤਜ਼ਾਮ ਹੈ। ਕਾਲ ਕਰੋ 403 568 5555 403 568 5555। ਸਾਂਝਾ ਸੁਨੇਹਾ ਦੇ ਸੂਝਵਾਨ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਜੋ ਅੰਟੇਰੀਓ ਦੇ ਵਿੱਚ ਇੱਕ ਨਵਾਂ ਮੁੱਦਾ ਚੱਲ ਰਿਹਾ ਹੈ ਹੈਲਮਟ ਦਾ। ਬਲਜਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਜੋ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾ ਰਿਹਾ ਸੀ, ਉਸ ਨੂੰ ਟ੍ਰੈਫਿਕ ਪੁਲਿਸ ਵੱਲੋਂ ਟਿਕਟ ਦਿੱਤੀ ਗਈ, ਜਿਸ ਦੇ ਰੋਸ ਵਜੋਂ ਉਸਨੇ ਕੇਸ ਕੀਤਾ ਕਿ ਮੈਂ ਆਪਣੀ ਰਿਲੀਜੀਅਸ ਗਰਾਊਂਡ ਦੇ ਉੱਪਰ ਜੋ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾ ਸਕਦਾ ਹਾਂ। ਪਰ 19 ਅਗਸਤ ਨੂੰ ਜੋ ਅੰਟੇਰੀਓ ਦੀ ਪ੍ਰੀਮੀਅਰ ਹੈ ਕੈਥਲੀਨ ਵੇਨ, ਉਸ ਵੱਲੋਂ ਉਸ ਦੀ ਜੋ ਐਪਲੀਕੇਸ਼ਨ ਹੈ ਉਸ ਨੂੰ ਰਿਜੈਕਟ ਕੀਤਾ ਗਿਆ ਔਰ ਇਹ ਕਾਨੂੰਨ ਪੱਕਾ ਕੀਤਾ ਗਿਆ ਕਿ ਅੰਟੇਰੀਓ ਦੇ ਵਿੱਚ ਰਹਿਣ ਵਾਲਾ ਹਰ ਵਿਅਕਤੀ ਜੋ ਮੋਟਰਸਾਈਕਲ ਚਲਾਉਂਦਾ ਹੈ ਉਸ ਨੂੰ ਹੈਲਮਟ ਪਾਉਣਾ ਜ਼ਰੂਰੀ ਹੈ। ਉਸ ਉੱਪਰ ਗੱਲਬਾਤ ਹੋ ਰਹੀ ਹੈ। ਆਓ ਆਪਾਂ ਜੋ ਕੈਲਗਰੀ ਦੇ ਪੰਜਾਬ ਬਾਈਕਰਸ ਕਲੱਬ ਦੇ ਮੈਂਬਰ ਹਨ, ਸਾਡੇ ਨਾਲ ਇੱਕ ਹੋਰ ਮੈਂਬਰ ਹਾਜ਼ਰ ਹੋਏ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਾਈ ਸੁਖਚੇਤ ਸਿੰਘ ਜੀ, ਮੇਰੇ ਵੱਲੋਂ ਆਪ ਜੀ ਨੂੰ ਸਟੂਡੀਓ ਵਿੱਚ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਸਟੂਡੀਓ ਵਿੱਚ ਬੈਠੇ ਆ, ਸਾਰੀ ਗੱਲਬਾਤ ਭਾਈ ਸਾਹਿਬ ਜੀ ਸੁਣੀ ਹੈ, ਅਤੇ ਤੁਸੀਂ ਵੀ ਅੰਮ੍ਰਿਤਧਾਰੀ ਸਿੰਘ ਹੋ, ਤੁਹਾਨੂੰ ਇਹ ਸਾਰਾ ਜੋ ਇਸ ਵੇਲੇ ਮਸਲਾ ਜਾਂ ਮੁੱਦਾ ਬਣਿਆ ਹੋਇਆ, ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਹਾਂਜੀ, ਇਹਦੇ ਬਾਰੇ 'ਚ ਇਹੀ ਹੈ ਜੀ ਬਈ ਸਾਨੂੰ ਜਿੱਦਾਂ ਅਸੀਂ ਹੁਣ ਅੰਮ੍ਰਿਤ ਛਕਿਆ, ਸਾਨੂੰ ਜਦੋਂ ਅਸੀਂ ਹੈਲਮਟ ਲੈਂਦੇ ਹਾਂ ਸਾਨੂੰ ਜਿੱਦਾਂ ਗੁੱਡ ਫੀਲ ਨਹੀਂ ਹੁੰਦਾ ਹੈਗਾ, ਕਿਉਂਕਿ ਦਸਤਾਰ ਬੰਨ੍ਹਣੀ ਸਾਨੂੰ ਦੱਸੀ ਹੋਆ ਗੁਰਾਂ ਨੇ, ਅਤੇ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਸਾਡਾ ਇਹ ਕੀਤਾ ਜਾਵੇ ਕਿ ਅਸੀਂ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾ ਸਕਦੇ ਹਾਂ। ਜੀ ਜੀ ਜੀ। ਆਪਣੇ ਕਾਫੀ ਪਿਛਲੇ ਸਮੇਂ ਤੋਂ ਇਹ ਚੀਜ਼ਾਂ ਆਉਂਦੀਆਂ ਵੀ ਜਿਹੜੀ ਹੈਲਮਟ ਆ, ਕਾਫੀ ਆਪਣੇ ਭਾਈਚਾਰੇ ਦੇ ਵਿੱਚ ਵੀ ਜਿਹੜੇ ਜਾਂ ਕਲੀਨ ਸ਼ੇਵਨ ਵੀਰ ਹਨ ਸਾਡੇ, ਉਹ ਇਹ ਗੱਲ ਕਹਿੰਦੇ ਆ ਕਿ ਨਹੀਂ ਜੀ, ਜੇ ਕਾਨੂੰਨ ਬਣਿਆ ਤਾਂ ਕਾਨੂੰਨ ਹੈਲਮਟ ਦਾ ਹੀ ਹੋਣਾ ਚਾਹੀਦਾ, ਕਿਉਂਕਿ ਹੈਲਮਟ ਦੌਰਾਨ ਜਿਹੜੀ ਸੇਫਟੀ ਉਹ ਜ਼ਿਆਦਾ ਹੈ। ਤੁਹਾਨੂੰ ਲੱਗਦਾ ਹੈ ਕਿ ਹੈਲਮਟ ਨਾਲ ਸੇਫਟੀ ਜ਼ਿਆਦਾ ਹੁੰਦੀ ਹੈ? ਨਹੀਂ ਜੀ, ਸੇਫਟੀ ਤਾਂ ਤੁਹਾਡੇ ਆਪਣੇ ਆਪ 'ਤੇ ਆ, ਹੈ ਨਾ। ਤੁਸੀਂ ਕਿੱਦਾਂ ਮੋਟਰਸਾਈਕਲ ਜਾਂ ਕੁਛ ਵੀ ਗੱਡੀ ਵੀ ਕੁਛ ਵੀ ਚਲਾ ਰਹੇ ਤੁਹਾਡੇ, ਉਹ ਤਾਂ ਆਪਣੇ ਆਪ ਦੇ ਉੱਤੇ ਆ। ਜੇ ਤੁਸੀਂ ਸਪੀਡ ਲਿਮਟ ਦੇ ਵਿੱਚ ਰਹਿ ਕੇ ਚਲਾਓਗੇ
ਤੇ ਤੁਸੀਂ ਸੇਫ ਆ, ਚਾਹੇ ਤੁਸੀਂ ਉਹ ਪੱਗ ਬੰਨੀ ਹੋ, ਚਾਹੇ ਇਵਨ ਆਪਾਂ ਇੰਡੀਆ ਦੇ ਵਿੱਚ ਵੀ ਦੇਖ ਲਈਏ ਸਾਰੇ ਆਪਣੇ ਪੰਜਾਬ ਦੇ ਵਿੱਚ ਪੱਗ ਬੰਨ੍ਹ ਕੇ ਮੋਟਰਸਾਈਕਲ ਆ ਜਾਂ ਚਲਾ ਸਕਦੇ ਆ, ਹੈ ਨਾ। ਤੇ ਇੱਥੇ ਵੀ ਆ ਜਾਂ ਜਿੱਦਾਂ ਹੁਣ ਹੈਲਮਟ ਲੈ ਕੇ ਚਲਾਉਣਾ ਉਹ ਮੋਨੇ ਬੰਦੇ ਨੂੰ ਈਜ਼ੀ ਆ। ਸਾਡੇ ਹੁਣ ਸਿਰ 'ਤੇ ਜੂੜਾ ਆ, ਜੂੜੇ ਦੇ ਨਾਲ ਸਾਨੂੰ ਹੈਲਮਟ ਲੈਣੇ ਦੇ ਵਿੱਚ ਪ੍ਰੋਬਲਮ ਆਉਂਦੀ ਆ, ਅਤੇ ਦਸਤਾਰ ਬੰਨੀ ਹੋਊਗੀ ਸਾਨੂੰ ਈਜ਼ੀ ਆ, ਅਤੇ ਨਾਲ ਅਸੀਂ ਦਸਤਾਰ ਦੇ ਨਾਲ ਸੇਫ ਵੀ ਆ। ਤੁਹਾਨੂੰ ਲੱਗਦਾ ਵੀ ਜਦੋਂ ਤੁਹਾਡੇ ਹੈਲਮਟ ਲਿਆ ਕਿਉਂਕਿ ਆਪਣੇ ਕੇਸ ਲੰਬੇ ਹੁੰਦੇ ਨੇ, ਹਾਂਜੀ, ਅਤੇ ਕੇਸਾਂ ਨੂੰ ਆਪਾਂ ਨੂੰ ਜਾਂ ਹਾਂਜੀ ਕੇਸਾਂ ਨੂੰ ਪ੍ਰੋਬਲਮ ਆਉਂਦੀ ਆ, ਅਤੇ ਹੈਲਮਟ ਲੈਣ ਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਆ। ਜਦੋਂ ਕੇਸਾਂ ਦੇ ਉੱਤੇ ਸਾਡੇ ਭਾਰੇ ਕੇਸ ਆ, ਕੇਸ ਸਾਡੇ ਹੈਲਮਟ ਸਾਡਾ ਕਾਫੀ ਉੱਪਰ ਰਹਿ ਜਾਂਦਾ ਹੈ, ਅਤੇ ਤਾਂ ਪ੍ਰੋਪਰ ਸਾਈਡ ਦੇ ਉੱਤੇ ਤਾਂ ਆਉਂਦਾ ਨਹੀਂ ਹੈਗਾ। ਪੱਗ ਸਾਡੇ ਕੰਨਾਂ ਦੇ ਕੋਲ ਦੀ ਹੋ ਕੇ ਅਤੇ ਦੋਨਾਂ ਸਾਈਡਾਂ ਦੇ ਕੋਲ ਸਾਡੇ ਸਾਰਾ ਢੱਕਿਆ ਹੁੰਦਾ ਹੈ। ਜੀ ਜੀ, ਹਾਂਜੀ। ਤੁਹਾਨੂੰ ਕਿਵੇਂ ਲੱਗਦਾ ਵੀਰ ਜੀ ਜਦੋਂ ਆਪਾਂ ਜਿਹੜਾ ਹੈਲਮਟ ਹੈ, ਕਿਉਂਕਿ ਹੈਲਮਟ ਦੀ ਜਿਹੜੀ ਰਾਊਂਡ ਸ਼ੇਪ ਆ ਉਹ ਬਿਲਕੁਲ ਸਿਰ ਦੇ ਉੱਪਰ ਤਾਂ ਨਹੀਂ ਬੈਠਦੀ ਹੋਈ? ਨਹੀਂ, ਇਹ ਤਾਂ ਹੈ ਫੋਰ ਸ਼ੋਰ ਕਿ ਹੈਲਮਟ ਜਿਹੜਾ ਬਣਿਆ ਉਹ ਬਣਿਆ ਹੋਇਆ ਕਿ ਜਿਹੜੇ ਮੋਨੇ ਸਿਰ ਵਾਲੇ ਨੇ, ਕੇਸਾਂ ਦੇ ਨਾਲ ਉਹਦੀ ਪ੍ਰੋਪਰ ਸੈਟਿੰਗ ਨਹੀਂ ਆਉਂਦੀ। ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ, ਉਹਦੀ ਉਹ ਕੁਸ਼ਨ ਨਹੀਂ ਮਿਲਦੀ ਤੁਹਾਨੂੰ ਜਿਹੜੀ ਪ੍ਰੋਪਰ ਹੋਣੀ ਚਾਹੀਦੀ ਹੈ। ਉਹ ਫਿਰ ਇੱਕ ਤਰ੍ਹਾਂ ਦਾ ਤੁਸੀਂ ਜਿੱਦਾਂ ਕਹਿ ਲਓ ਕਿ ਲਾਅ ਦੀ ਐਕਸੈਂਪਸ਼ਨ ਹੀ ਕਰ ਲਿਓ। ਹੈਲਮਟ ਪਾਇਆ ਜਾਂ ਨਾ ਪਾਇਆ ਇੱਕ ਬਰਾਬਰ ਹੀ ਹੋ ਜਾਂਦਾ, ਪਰ ਦਸਤਾਰ ਨਾਲ ਤੁਹਾਡਾ ਸਿਰ ਪੂਰੀ ਤਰ੍ਹਾਂ ਨਾਲ ਇੱਕ ਪ੍ਰੋਪਰ ਗੇਅਰ ਦੇ ਤੌਰ 'ਤੇ ਕੰਮ ਕਰਦੀ ਹੈ, ਪੂਰੀ ਪ੍ਰੋਪਰ ਕੁਸ਼ਨ ਹੁੰਦੀ ਹੈ, ਤੁਹਾਡੇ ਕੇਸ ਉਹਦੇ ਵਿੱਚ ਸਹੀ ਰਹਿੰਦੇ ਨੇ, ਅਤੇ ਮੈਨੂੰ ਲੱਗਦਾ ਕਿ ਕਾਫੀ ਸੇਫ ਹੈ ਦਸਤਾਰ। ਇੱਕ ਅੰਮ੍ਰਿਤਧਾਰੀ ਜਾਂ ਕੇਸਾਧਾਰੀ ਬੰਦੇ ਦੇ ਲਈ ਦਸਤਾਰ ਇੱਕ ਹੈਲਮਟ ਨਾਲੋਂ ਜ਼ਿਆਦਾ ਸੇਫ ਹੈ। ਜਦੋਂ ਤੁਸੀਂ ਹੁਣ ਮੋਟਰਸਾਈਕਲ ਚਲਾਉਂਦੇ ਹੋ, ਕਿਉਂਕਿ ਜਦੋਂ ਆਪਣੇ ਕੇਸਾਂ ਦੇ ਉੱਪਰ ਜੂੜਾ ਹੈ ਅਤੇ ਜੂੜੇ ਦੇ ਵਿੱਚ ਜਦੋਂ ਹੈਲਮਟ ਤੁਸੀਂ ਟਾਈਟ ਕਰਦੇ ਹੋ, ਹਾਂਜੀ, ਅਤੇ ਜ਼ਾਹਰ ਹੈ ਵੀ ਜਿਹੜਾ ਜੇ ਤਾਂ ਆਪਣਾ ਕੋਈ ਕਲੀਨ ਸ਼ੇਵਨ ਆ ਜਾਂ ਗੋਰਿਆਂ ਦੇ ਵਿੱਚ ਹੈ, ਹਾਂਜੀ, ਉਹਨਾਂ ਨੇ ਟਾਈਟ ਇਸ ਹਿਸਾਬ ਨਾਲ ਕਰਨਾ ਕਿ ਉਹ ਪੂਰਾ ਜਿਹੜਾ ਹੈਲਮਟ ਆ ਉਹ ਸਿਰ ਦੇ ਟੌਪ ਦੇ ਨਾਲ ਫਿਕਸ ਹੋ ਜਾਵੇ ਅਤੇ ਪੂਰੀ ਜਿਹੜੀ ਆ ਉਹਨਾਂ ਦੀ ਸੇਫਟੀ ਜਿਹੜੀ ਬਣ ਜਾਵੇ। ਹਾਂਜੀ, ਪਰ ਤੁਸੀਂ ਕਿਉਂਕਿ ਆਪਣੇ ਜੂੜਾ ਹੋਣ ਕਰਕੇ ਆਪਣੇ ਉਹ ਜਿਹੜਾ ਗੈਪ ਰਹਿੰਦਾ ਅਤੇ ਜ਼ਾਹਰ ਹੈ ਵੀ ਜਦੋਂ ਹਵਾ ਪੈਂਦੀ ਹੈ ਅਤੇ ਉਹਦੇ ਨਾਲ ਜਿਹੜਾ ਆਪਣੇ ਕੇਸ ਵੀ ਪਿੱਛੇ ਨੂੰ ਜਾਂ ਅੱਗੇ ਨੂੰ ਖਿੱਚ ਹੁੰਦੇ ਨੇ, ਅਤੇ ਜਿਹੜਾ ਗੈਪ ਹੈ ਉਹ ਵੀ ਗੈਪ ਵੀ ਰਹਿੰਦਾ। ਤੁਹਾਨੂੰ ਲੱਗਦਾ ਵੀ ਉਹ ਗੈਪ ਜਿਹੜਾ ਰਹਿਣ ਕਰਕੇ ਜਿਹੜਾ ਹੈਲਮਟ ਜਦੋਂ ਤੁਸੀਂ ਲਿਆ ਹੋਇਆ ਉਹ ਉਨਾ ਕੰਮ ਇਫੈਕਟਿਵਲੀ ਨਹੀਂ ਕਰ ਰਿਹਾ ਜਿੰਨਾ ਕਰਨਾ ਚਾਹੀਦਾ? ਹਾਂਜੀ, ਉਹ ਤਾਂ ਹੈ ਹੀ ਆ, ਕਿਉਂਕਿ ਜਿਹੜੇ ਇੱਕ ਛੋਟੇ ਵਾਲ ਜਾਂ ਆਪਾਂ ਕਹਿ ਰਹੇ ਹਾਂ ਕਿ ਜਿਹਦਾ ਸਿਰ ਦੇ ਉੱਤੇ ਕੇਸ ਨਹੀਂ ਹੈਗੇ, ਉਹ ਪ੍ਰੋਪਰਲੀ ਉਹਨਾਂ ਦੇ ਫਿੱਟ ਹੋ ਜਾਂਦਾ, ਕਿਉਂਕਿ ਜਿਹੜਾ ਲਾਅ ਵੀ ਹੈ, ਲਾਅ ਦੇ ਅਕੋਰਡਿੰਗ ਇਹ ਕਹਿੰਦਾ ਕਿ ਤੁਹਾਡਾ ਜਿਹੜਾ ਹੈਲਮਟ ਹੈ ਉਹਦੇ ਵਿੱਚ ਇੱਕ ਫਿੰਗਰ ਤੋਂ ਵੱਧ ਦਾ ਗੈਪ ਨਹੀਂ ਹੋਣਾ ਚਾਹੀਦਾ, ਤੁਹਾਡੀ ਇੱਕ ਫਿੰਗਰ ਉਹਦੇ ਵਿੱਚ ਕ੍ਰਾਸ ਹੋਣੀ ਚਾਹੀਦੀ ਹੈ। ਉਹਦਾ ਰੀਜ਼ਨ ਇਹੀ ਹੈ ਕਿ ਤੁਹਾਡੇ ਸਿਰ ਨੂੰ ਪ੍ਰੋਪਰ ਕੁਸ਼ਨ ਮਿਲੇ, ਤੁਹਾਡੇ ਹੈਲਮਟ ਜਿਹੜਾ ਉਹ ਤੁਹਾਡੇ ਸਿਰ ਦੇ ਉੱਪਰਲੇ ਹਿੱਸੇ ਨੂੰ ਪ੍ਰੋਪਰਲੀ ਪ੍ਰੋਟੈਕਟ ਕਰਕੇ ਰੱਖੇ। ਪਰ ਕੇਸਾਂ ਦੇ ਨਾਲ ਉਹ ਚੀਜ਼ ਨਹੀਂ ਕਰ ਸਕਦੇ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਤੁਹਾਡੇ ਕੇਸ ਹਵਾ ਦੇ ਨਾਲ ਜਾਂ ਹਿੱਲਣ ਦੇ ਨਾਲ ਉਹ ਪ੍ਰੋਪਰ ਫਿੱਟ ਨਹੀਂ ਆਉਂਦਾ ਹੈਗਾ ਜਿੰਨਾ ਕਿ ਇੱਕ ਦਸਤਾਰ ਦੇ ਨਾਲ ਆ ਸਕਦਾ। ਜਿਹੜੀ ਜਦੋਂ ਆਪਾਂ ਕੇਸਾਂ ਦੀ ਗੱਲ ਕਰਦੇ ਹਾਂ, ਅਤੇ ਤੁਹਾਨੂੰ ਲੱਗਦਾ ਕਿ ਕੋਈ ਆਸਾਰ ਹੈ ਨੇ ਕਿ ਅਲਬਰਟਾ ਦੇ ਵਿੱਚ ਕੋਈ ਇਹੋ ਜਿਹਾ ਕਾਨੂੰਨ ਛੇਤੀ ਬਣਨ ਦੇ ਕੋਈ ਆਸਾਰ ਹੈ ਜਿਹਦੇ ਨਾਲ ਤੁਸੀਂ ਜਿਹੜਾ ਹੈਗਾ ਦਸਤਾਰ ਬਣ ਕੇ ਮੋਟਰਸਾਈਕਲ ਚਲਾ ਸਕਦੇ ਹੋ? ਕਹਿੰਦੇ ਨੇ ਕਿ ਦੁਨੀਆ ਦੇ ਜਿਹੜੀ ਆ ਉਮੀਦ 'ਤੇ ਕਾਇਮ ਹੈ ਜੀ। ਅਤੇ ਜਦੋਂ ਆਪਣੇ ਇਸੇ ਦੇਸ਼ ਦੇ ਵਿੱਚ ਦੋ ਪ੍ਰੋਵਿੰਸ ਜਿਹੜੀਆਂ ਨੇ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਦੇ ਵਿੱਚ ਸੇਮ ਰਿਲੀਜੀਅਸ ਬੈਕਗਰਾਊਂਡ ਨੂੰ ਫੋਲੋ ਕਰਨ ਵਾਲਿਆਂ ਵਾਸਤੇ ਐਕਸੈਂਪਸ਼ਨ ਹੈਗੀ ਹੈ ਕਿ ਉਹ ਹੈਲਮਟ ਦੀ ਬਜਾਏ ਦਸਤਾਰ ਦੇ ਨਾਲ ਸੇਫਲੀ ਬਾਈਕ ਆਪਰੇਟ ਕਰ ਰਹੇ ਨੇ, ਤਾਂ ਸਾਡੀ ਪ੍ਰੋਵਿੰਸ ਨੂੰ ਇਹਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜਿਹੜਾ ਸੇਫਟੀ ਹੈ ਉਹ ਅਸੀਂ ਉਸ ਚੀਜ਼ ਨੂੰ ਫੋਲੋ ਕਰਦੇ ਹਾਂ ਅਤੇ ਕਰਦੇ ਰਹਾਂਗੇ, ਪਰ ਆਪਣੇ ਵੱਲੋਂ ਟਰਾਈ ਕਰਨਾ ਸਾਡਾ ਫਰਜ਼ ਹੈ ਅਤੇ ਅਸੀਂ ਉਹ ਕਰ ਰਹੇ ਹਾਂ ਜੀ। ਭਾਈ ਸੁਖਚੇਤ ਸਿੰਘ ਜੀ, ਤੁਹਾਨੂੰ ਇਹ ਲੱਗਦਾ ਕਿ ਜਿਵੇਂ ਵੀਰ ਜੀ ਗੱਲਬਾਤ ਕਰ ਰਹੇ ਨੇ ਕਿ ਸੇਮ ਕਮਿਊਨਿਟੀ ਆ ਸਾਡੀ ਸਿੱਖ, ਉੱਥੇ ਵੀ ਸਿੱਖ ਨੇ ਅਤੇ ਅਸੀਂ ਵੀ ਇੱਥੇ ਉਸੇ ਰਿਲੀਜਨ ਨੂੰ ਬਿਲੋਂਗ ਕਰਦੇ ਹਾਂ, ਇਹ ਸਾਡੇ ਨਾਲ ਹੀ ਵਿਤਕਰਾ ਹੋ ਰਿਹਾ? ਹਾਂਜੀ, ਇੱਕ ਕਿਸਮ ਦਾ ਵਿਤਕਰਾ ਹੀ ਹੈ। ਜਿੱਦਾਂ ਹੁਣ ਉੱਥੇ BC ਦੇ ਵਿੱਚ ਮੈਨੀਟੋਬਾ ਦੇ ਵਿੱਚ ਉਹਨਾਂ ਨੇ ਲਾਅ ਕੀਤਾ ਹੈ ਵੀ ਤੁਸੀਂ ਪੱਗ ਬੰਨ੍ਹ ਕੇ 80 ਕਿਲੋਮੀਟਰ ਦੇ ਜ਼ੋਨ ਤੱਕ ਤੁਸੀਂ ਮੋਟਰਸਾਈਕਲ ਚਲਾ ਸਕਦੇ ਹਨ, ਅਤੇ ਇੱਥੇ ਵੀ ਜਾਂ ਟੋਰਾਂਟੋ ਦੇ ਵਿੱਚ ਵੀ, ontario ਦੇ ਵਿੱਚ ਵੀ ਇਹਨਾਂ ਨੂੰ ਕਰਨਾ ਚਾਹੀਦਾ ਆ। ਅਤੇ ਮੈਨੂੰ ਲੱਗਦਾ ਅਜੇ ਤੱਕ ਮੈਨੂੰ ਲੱਗਦਾ 2 ਤੋਂ 3 ਸਾਲ ਹੋ ਗਏ BC ਵਿੱਚ ਵੀ ਇੱਦਾਂ ਦਾ ਕੋਈ ਸਰਦਾਰ ਬੰਦੇ ਦਾ, ਸਿੱਖ ਬੰਦੇ ਦਾ ਐਕਸੀਡੈਂਟ ਦਾ ਜਾਂ ਕਿਸੇ ਦਾ ਵੀ ਕੋਈ ਵੀ ਆਇਆ ਨਹੀਂ ਹੈਗਾ ਵੀ ਐਕਸੀਡੈਂਟ ਹੋਇਆ ਹੋਵੇ, ਵੀ ਪੱਗ ਬੰਨੀ ਅਤੇ ਐਕਸੀਡੈਂਟ ਕਿਸੇ ਦਾ ਵੀ ਹੋਇਆ ਹੋਵੇ ਜਾਂ ਕੋਈ ਪ੍ਰੋਬਲਮ ਆਈ ਹੋਵੇ ਕਿਸੇ ਨੂੰ ਵੀ। ਜੀ ਜੀ, ਜਿਵੇਂ ਬਾਕੀ ਵੀਰਾਂ ਦੇ ਨਾਲ ਜਦੋਂ ਗੱਲਬਾਤ ਹੋਈ ਉਹਨਾਂ ਵੱਲੋਂ ਤਾਂ ਇਹੀ ਦੱਸਿਆ ਗਿਆ ਕਿ ਜਿਹੜਾ ਫੈਟੈਲਿਟੀ ਜਾਂ ਐਕਸੀਡੈਂਟ ਦਾ ਰੀਜ਼ਨ
ਮੋਸਟ ਲਾਈਕਲੀ ਜਿਹੜਾ ਮੋਸਟਲੀ ਹੁੰਦਾ ਹਾਂਜੀ ਓਵਰ ਸਪੀਡ ਕਰਦੇ ਆ, ਜਾਂ ਤੁਸੀਂ ਡਰਿੰਕ ਕੀਤੀ ਆ, ਜਾਂ ਤੁਸੀਂ ਸੇਫ ਡਰਾਈਵ ਨਹੀਂ ਕਰ ਰਹੇ ਹੈਗੇ, ਉਹ ਤਾਂ ਚਾਹੇ ਤੁਸੀਂ ਕਾਰ ਤੇ ਵੀ ਆ, ਮੋਟਰਸਾਈਕਲ ਤੇ ਆ, ਜਾਂ ਤੁਸੀਂ ਟਰੱਕ ਤੇ ਆ, ਐਕਸੀਡੈਂਟ ਤਾਂ ਹੋਊਗਾ ਹੀ ਹੈ ਨਾ। ਪਰ ਜੇ ਤੁਸੀਂ ਸੇਫ ਚੱਲ ਰਹੇ ਆ, ਤੁਸੀਂ 99% ਸੇਫ ਆ ਜੇ ਤੁਸੀਂ ਸਪੀਡ ਦੇ ਉੱਤੇ ਜਾ ਰਹੇ ਹੋ। ਜੇ ਤੁਸੀਂ ਟ੍ਰੈਫਿਕ, ਜੇ ਭਾਵੇਂ ਤੁਹਾਡੇ ਹੈਲਮਟ ਵੀ ਪਾਇਆ ਹੋਇਆ, ਅਗਰ ਟ੍ਰੈਫਿਕ ਦੇ ਬਾਕੀ ਦੇ ਜਿਹੜੇ ਲਾਜ਼ ਆ ਉਹਨੂੰ ਤੁਸੀਂ ਫੋਲੋ ਨਹੀਂ ਕਰ ਰਹੇ ਤੇ ਉਹ ਜ਼ਾਹਰ ਹੈ ਕਿ ਤੁਹਾਡਾ ਐਕਸੀਡੈਂਟ ਹਾਂਜੀ ਜ਼ਾਹਰ ਹੈ, ਉਹ ਤਾਂ ਐਕਸੀਡੈਂਟ ਤਾਂ ਫਿਰ ਹੋਊਗਾ ਹੀ ਹੈ ਨਾ। ਜੇ ਤੁਸੀਂ ਰੂਲ ਦੇ ਨਾਲ ਤਾਂ ਆਪਣੇ ਸਪੀਡ ਦੀ ਲਿਮਿਟ ਦੇ ਵਿੱਚ ਨਹੀਂ ਚੱਲ ਰਹੇ ਹੈਗੇ, ਓਵਰ ਸਪੀਡ ਜਾ ਰਹੇ ਆ, ਜਾਂ ਤੁਸੀਂ ਡਰੰਕ ਆ ਜਾਂ ਕੁਛ ਵੀ, ਫਿਰ ਤੁਹਾਡਾ ਐਕਸੀਡੈਂਟ ਹੋਏਗਾ। ਜੇ ਤੁਸੀਂ ਸੇਫ ਆ, ਚਾਹੇ ਤੁਸੀਂ ਪੱਗ ਬੰਨੀ ਹੋ, ਚਾਹੇ ਤੁਸੀਂ ਹੈਲਮਟ ਲਿਆ ਆ, ਉਹ ਤਾਂ ਤੁਹਾਡੇ ਆਪਣੇ ਆਪ ਦੇ ਉੱਤੇ ਆ, ਤੁਸੀਂ ਕਿੱਦਾਂ ਹੈ ਨਾ। ਜੀ ਜੀ ਜੀ, ਕਿਉਂਕਿ ਆਪਣੇ ਕਮਿਊਨਿਟੀ ਵਿੱਚ ਕਾਫੀ ਇੰਸੀਡੈਂਟ ਇਸ ਤਰ੍ਹਾਂ ਦੇ ਹੋਏ ਨੇ, ਜਿਵੇਂ ਕਿਰਪਾਨ ਦਾ ਪਹਿਲਾਂ ਮਸਲਾ ਸੀ, ਤੇ ਫਿਰ ਆਪਣੇ ਸੌਕਰ ਖੇਡਣ ਦੇ ਵਿੱਚ ਦਸਤਾਰ ਦਾ ਫਿਰ ਉੱਥੇ ਪ੍ਰੋਬਲਮ ਆਈ, ਤੇ ਕੋਰਟ ਵਿੱਚ ਜਾਣ ਵਾਸਤੇ ਜਿਹੜੀ ਪ੍ਰੋਬਲਮ, ਹਰ ਚੀਜ਼ ਵਾਸਤੇ ਆਪਾਂ ਨੂੰ ਸਟਰਗਲ ਕਰਕੇ ਅੱਗੇ ਜਿਹੜਾ ਹੈਗਾ ਐਕਸਪਲੇਨ ਕਰਨਾ ਪੈਂਦਾ ਕਿ ਅਸੀਂ ਨਹੀਂ, ਸਾਡਾ ਇਹ ਰਿਲੀਜਨ ਹੈ, ਅਸੀਂ ਇਸ ਨੂੰ ਫੋਲੋ ਕਰਦੇ ਹਾਂ। ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਕਿਹੋ ਜਿਹੇ ਕਦਮ ਚੱਕਣਾ ਚਾਹੁੰਦੇ ਹੋ ਜਿਹਦੇ ਨਾਲ ਤੁਹਾਨੂੰ ਜਿਹੜਾ ਪ੍ਰੋਸੈਸ ਆ ਉਹ ਥੋੜ੍ਹਾ ਫਾਸਟਰ ਹੋ ਸਕੇ? ਇਹਦੇ ਵਿੱਚ ਤਾਂ ਇਹੀ ਆ ਜੀ ਕਿ ਆਪਾਂ ਨੂੰ ਇਹਦੇ ਪਿੱਛੇ ਲੀਗਲ ਲੜਾਈ ਲੜਨੀ ਪੈਣੀ ਆ, ਲਾਅ ਦੇ ਨਾਲ ਚੱਲਦੇ ਹੋਏ ਆਪਾਂ ਨੂੰ ਇਹਦੇ ਵਿੱਚ ਕਰਨਾ ਚਾਹੀਦਾ। ਇਸੇ ਕਰਕੇ ਅਸੀਂ ਇੱਕ ਕਲੱਬ ਦੀ ਸ਼ੁਰੂਆਤ ਵੀ ਕੀਤੀ ਸੀ ਕਿ ਆਪਣੇ ਹੱਕਾਂ ਲਈ ਅਸੀਂ ਇੱਕ ਜਗ੍ਹਾ ਇਕੱਠੇ ਹੋ ਸਕੀਏ, ਆਪਣੀ ਕਮਿਊਨਿਟੀ ਨੂੰ ਦੱਸ ਸਕੀਏ ਕਿ ਆਪਾਂ ਆਪਣੀ ਪਛਾਣ ਨੂੰ ਬਣਾਉਂਦੇ ਹੋਏ ਨਾਲ ਨਾਲ ਆਪਣੇ ਹੱਕ ਕਿੱਦਾਂ ਲੈ ਸਕਦੇ ਹਾਂ। ਸੋ ਸਾਰੀ ਕਮਿਊਨਿਟੀ ਨੂੰ, ਸਾਰੇ ਭਾਈਚਾਰੇ ਨੂੰ ਇਹੀ ਹੈ ਕਿ ਆਪਾਂ ਇੱਕ ਪਲੇਟਫਾਰਮ 'ਤੇ ਆ ਕੇ ਇਸ ਚੀਜ਼ ਨੂੰ ਅੱਗੇ ਵਧਾਈਏ ਕਿ ਜਿਹੜੀਆਂ ਸਾਡੀਆਂ ਬੇਸਿਕ ਜ਼ਰੂਰਤਾਂ ਨੇ, ਜਿਨ੍ਹਾਂ ਨੂੰ ਆਪਾਂ ਐਕਸੈਂਪਸ਼ਨ ਨਹੀਂ ਕਰ ਸਕਦੇ, ਜਿਵੇਂ ਦਸਤਾਰ ਹੈ, ਦਸਤਾਰ ਤੋਂ ਬਿਨਾਂ ਆਪਾਂ ਨਹੀਂ ਵਿਚਰ ਸਕਦੇ ਆਪਣੇ ਸਮਾਜ ਦੇ ਵਿੱਚ, ਉਹਨਾਂ ਨੂੰ ਇਹਨਾਂ ਕਮਿਊਨਿਟੀਜ਼ ਦੇ ਵਿੱਚ ਇਸ ਤਰ੍ਹਾਂ ਡਿਵੈਲਪ ਕਰ ਲਈਏ ਕਿ ਜਿਹੜਾ ਇਹਨਾਂ ਨੂੰ ਪਤਾ ਹੋਏ ਕਿ ਇਹ ਕੀ ਰੀਜ਼ਨ ਹੈ ਇਹਦੇ ਪਿੱਛੇ ਅਤੇ ਕੀ ਮਹੱਤਤਾ ਇਹਨਾਂ ਦੀ, ਸੋ ਤਾਂ ਕਿ ਉਹ ਆਪਾਂ ਨੂੰ ਉਹਨਾਂ ਹਰੇਕ ਚੀਜ਼ਾਂ ਦੇ ਉੱਤੇ ਸਪੋਰਟ ਕਰਨ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਨੇ। ਜਿਵੇਂ ਇੱਕ ਥੋੜ੍ਹਾ ਕੁਐਸਚਨ ਥੋੜ੍ਹਾ ਹਟ ਕੇ ਹੈ, ਪਰ ਮੇਰਾ ਦਿਲ ਕਰਦਾ ਸੀ ਮੈਂ ਜ਼ਰੂਰ ਪੁੱਛਾਂ ਇਹ ਕੁਐਸਚਨ। ਇੱਕ ਸ਼ੋਅ ਹੋਇਆ ਸੀਗਾ ਵੈਨਕੂਵਰ ਦੇ ਵਿੱਚ, ਜਿਹਦੇ ਵਿੱਚ ਬਾਲੀਵੁੱਡ ਦੀਆਂ ਕੁਝ ਸੈਲੀਬ੍ਰਿਟੀਜ਼ ਆਈਆਂ ਸੀਗੀਆਂ, ਸ਼ਾਹਰੁਖ ਖਾਨ ਮੇਰਾ ਖਿਆਲ ਸੀ ਉਹਨਾਂ ਵਿੱਚੋਂ ਇੱਕ, ਅਤੇ ਉਸ ਨੇ ਕਿਹਾ ਕਿ ਮੈਨੂੰ ਜਿਹੜੀ ਸਿੱਖ ਮੋਟਰਸਾਈਕਲ ਕਲੱਬ ਵਾਲਿਆਂ ਨੂੰ ਉਹਨੇ ਅਪਰੋਚ ਕੀਤੀ ਕਿ ਮੇਰੀ ਜਦੋਂ ਲਿਮੋਜ਼ੀਨ ਆਉਣੀ ਹੈ ਅਤੇ ਮੈਨੂੰ ਜਿਹੜਾ ਐਸਕੋਰਟ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਦਿੱਤਾ ਜਾਵੇ। ਉਹਨਾਂ ਨੇ ਡਿਨਾਈ ਕੀਤਾ, ਮੇਰੇ ਖਿਆਲ ਕਾਫੀ ਵੱਡਾ ਜਿਹੜਾ ਪੈਸਿਆਂ ਦਾ ਅਮਾਊਂਟ ਜਿਹੜਾ ਸੀਗਾ ਉਹ ਆਫਰ ਕੀਤਾ ਗਿਆ, ਅਤੇ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਕਰ ਸਕਦੇ। ਅਗਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਆਫਰ ਆਉਂਦੀ ਹੈ ਅਤੇ ਤੁਸੀਂ ਤੁਹਾਡਾ ਕੀ ਜਵਾਬ ਹੋਏਗਾ? ਨਹੀਂ, ਸਾਡਾ ਵੀ ਸੇਮ ਹੀ ਜਵਾਬ ਹੋਊਗਾ ਜੀ, ਕਰਕੇ ਜੇ ਅਸੀਂ ਆਪਣੀ ਖੁਸ਼ੀ ਲਈ ਚਲਾਉਂਦੇ ਹਾਂ ਹੈ ਨਾ, ਅਤੇ ਅਸੀਂ ਸਿਰਫ ਇੱਕ ਮਹਾਰਾਜ ਦੀ ਸਵਾਰੀ ਦੇ ਸਾਹਮਣੇ ਉਹਨਾਂ ਦੇ ਜਦੋਂ ਨਗਰ ਕੀਰਤਨ ਹੁੰਦੇ ਉਸ ਟਾਈਮ 'ਤੇ ਅਸੀਂ ਚਲਾਵਾਂਗੇ। ਉਸ ਤੋਂ ਬਿਨਾਂ ਇੱਦਾਂ ਕਿਸੇ ਲਈ, ਚਾਹੇ ਕੋਈ MP ਆ ਜਾਂ ਕੋਈ ਵੀ ਆ, ਕੋਈ ਬਾਲੀਵੁੱਡ ਦਾ ਜਾਂ ਕੋਈ ਹਾਲੀਵੁੱਡ ਦਾ, ਨਹੀਂ ਅਸੀਂ ਇਹ ਨਹੀਂ ਚਲਾਵਾਂਗੇ ਜੀ। ਠੀਕ ਹੈ, ਭਾਵੇਂ ਜਿੰਨਾ ਮਰਜ਼ੀ ਜਿਨ੍ਹਾਂ ਨੇ ਕੋਈ ਅਮਾਊਂਟ ਉਹਦੇ ਵਿੱਚ ਮੋਰੇ ਅਮਾਊਂਟ ਦੀ ਹੈਗੀ ਹੈ। ਇਹਦੇ ਵਿੱਚ ਮੈਂ ਐਡ ਕਰਨਾ ਚਾਹੂੰਗਾ ਜੀ ਕਿ ਗੁਰੂ ਮਹਾਰਾਜ ਨੇ ਸਾਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ, ਇੱਕ ਵੱਖਰਾ ਸਰੂਪ ਦਿੱਤਾ, ਠੀਕ ਹੈ। ਪੈਸੇ ਦੇ ਕਰਕੇ ਹੀ ਅਸੀਂ ਇਸ ਸਰੂਪ ਨੂੰ ਨਹੀਂ ਬਣਾਇਆ, ਅਤੇ ਨਾ ਅਸੀਂ ਇਹ ਵੱਖਰੀ ਪਛਾਣ ਬਣਾ ਰਹੇ ਹਾਂ। ਜਿਹੜਾ ਅਸੀਂ ਲੜਾਈ ਲੜ ਰਹੇ ਹਾਂ ਉਹ ਕੋਈ ਇਸ ਢੰਗ ਨਾਲ ਨਹੀਂ ਲੜ ਰਹੇ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮਾਇਕ ਸਹਾਇਤਾ ਦੀ ਲੋੜ ਹੈ, ਜਾਂ ਅਸੀਂ ਕਿਸੇ ਤਰ੍ਹਾਂ ਨਾਲ, ਉਹ ਅਸੀਂ ਆਪਣੇ ਕੰਮਾਂ ਕਾਰਾਂ ਤੋਂ ਆਪਣੀ ਮਿਹਨਤ ਨਾਲ ਬਹੁਤ ਕਮਾ ਰਹੇ ਹਾਂ। ਸਾਡੀ ਜਿਹੜੀ ਲੜਾਈ ਹੈ ਉਹ ਸਾਡੇ ਹੱਕਾਂ ਦੀ ਹੈ ਕਿ ਸਾਡਾ ਜਿਹੜਾ ਸਰੂਪ ਹੈ ਉਹ ਵਿਲੱਖਣ ਹੈ ਅਤੇ ਵਿਲੱਖਣ ਦਿਖਣਾ ਚਾਹੀਦਾ। ਹੈਲਮਟ ਪਾਏ ਤੋਂ ਇੱਕ ਸਿੱਖ ਬੰਦੇ ਦੀ ਪਹਿਚਾਣ ਉਹ ਨਹੀਂ ਰਹਿੰਦੀ ਜੋ ਇੱਕ ਆਮ ਬੰਦਾ ਇੱਕ ਹੈਲਮਟ ਪਾ ਕੇ ਤੁਰਿਆ ਫਿਰਦਾ ਕਰ ਰਿਹਾ। ਕਿਉਂਕਿ ਮੋਸਟ ਲਾਈਕਲੀ ਜਿਹੜੇ ਬਾਈਕਰ ਹੁੰਦੇ ਨੇ ਉਹਨਾਂ ਦੇ ਵੀ ਦਾੜੇ ਵਧਾਏ ਹੁੰਦੇ ਨੇ, ਗੋਰਿਆਂ ਦੇ ਵਿੱਚ ਵੀ ਹੈਗਾ ਜੀ, ਉਹਨਾਂ ਨੇ ਵੀ ਪਿੱਛੇ ਪੌਨੀਆਂ ਕੀਤੀਆਂ ਹੁੰਦੀਆਂ ਨੇ, ਦਾੜੀਆਂ ਵਧਾਈਆਂ ਹੁੰਦੀਆਂ ਨੇ, ਹੈਲਮਟ ਪਾਇਆ ਹੁੰਦਾ। ਪਰ ਸਾਡਾ ਜਿਹੜਾ ਇਹ ਆ, ਇਹ ਸਰੀਰ ਦਾ ਇੱਕ ਅੰਗ ਹੈ ਜਿਹਨੂੰ ਅਸੀਂ ਆਪਣੇ ਸਰੀਰ ਤੋਂ ਵੱਖ ਨਹੀਂ ਕਰ ਸਕਦੇ, ਅਤੇ ਇਹ ਵੱਖਰੀ ਪਛਾਣ ਆ ਸਾਡੀ। ਬਿਲਕੁਲ ਜੀ। ਅਖੀਰ ਦੇ ਵਿੱਚ ਕੋਈ ਦਰਸ਼ਕਾਂ ਦੇ ਨਾਲ ਤੁਹਾਨੂੰ ਆਪਣੀ ਜਿਹੜੀ ਕਮਿਊਨਿਟੀ ਆ, ਜਿਹੜੀ ਕੈਲਗਰੀ ਦੀ ਕਮਿਊਨਿਟੀ ਹੈ ਜਾਂ ਅਲਬਰਟਾ ਦੇ ਵਿੱਚ ਆਪਣੀ ਸਿੱਖ ਕਮਿਊਨਿਟੀ ਹੈ, ਉਹਨਾਂ ਵੱਲੋਂ ਕੋਈ ਸਪੋਰਟ ਮਿਲ ਰਹੀ ਹੈ ਜੀ ਇਸ ਮੁੱਦੇ ਨੂੰ ਅੱਗੇ ਲਿਜਾਣ ਲਈ? ਹਾਂਜੀ, ਸਾਨੂੰ ਹਰ ਸਾਲ ਅਸੀਂ ਨਗਰ ਕੀਰਤਨ ਦੇ ਉੱਤੇ ਰਾਈਡ ਕਰਦੇ ਹਾਂ। ਬਹੁਤ ਵਧੀਆ ਹੁੰਗਾਰਾ ਮਿਲਦਾ ਸਾਨੂੰ ਸਾਰੀ ਕਮਿਊਨਿਟੀ ਤੋਂ। ਸਾਨੂੰ ਕਈ ਵਾਰ
ਕਈ ਵੀਰ ਭਰਾ ਜਿਹੜੇ ਸਰੂਪ ਦੇ ਵਿੱਚ ਨੇ ਉਹ ਕਹਿੰਦੇ ਨੇ ਕਿ ਤੁਸੀਂ ਅੱਗੇ ਲੱਗ ਕੇ ਇਸ ਉਪਰਾਲੇ ਨੂੰ ਹੋਰ ਅੱਗੇ ਵਧਾਓ ਤੇ ਅਸੀਂ ਤੁਹਾਡੇ ਨਾਲ ਆ। ਸੋ ਸਾਡੀ ਇਹੀ ਹੈ ਸਾਰੀ ਕਮਿਊਨਿਟੀ ਦੇ ਅੱਗੇ ਰਿਕੁਐਸਟ ਕਿ ਅਸੀਂ ਇੱਕ ਟੀਚਾ ਲੈ ਕੇ ਤੁਰੇ ਹਾਂ ਕਿ ਜਿਵੇਂ ਸਾਡੀ ਸਾਰੀ ਕਮਿਊਨਿਟੀ ਨੂੰ ਅੰਟਾਰੀਓ ਦੇ ਵਿੱਚ ਆਈ ਥਿੰਕ BC ਤੇ ਵਿਨੀਪੈਗ ਦੇ ਵਿੱਚ ਮੈਨੀਟੋਬਾ ਦੇ ਵਿੱਚ ਇਸ ਚੀਜ਼ ਦੀ ਵਿਲੱਖਣਤਾ ਦੀ ਪਛਾਣ ਮਿਲੀ ਆ, ਉਹ ਸਾਨੂੰ ਇੱਥੇ ਵੀ ਮਿਲੇ ਤੇ ਅੰਟਾਰੀਓ ਦੇ ਵਿੱਚ ਵੀ ਮਿਲੇ। ਸੋ ਸਾਰਿਆਂ ਦੇ ਅੱਗੇ ਇਹੀ ਹੈ ਕਿ ਤੁਸੀਂ ਸਾਡਾ ਸਾਥ ਦਿਓ ਤਾਂ ਕਿ ਅਸੀਂ ਆਪਣਾ ਇਸ ਟੀਚੇ ਨੂੰ ਪਾ ਸਕੀਏ। ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਅੱਜ ਦੇ ਸਾਡੇ ਇਸ ਮੁੱਦੇ 'ਤੇ ਤੁਸੀਂ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਦਿੱਤੇ, ਅਤੇ ਅਸੀਂ ਵੀ ਮਹਾਰਾਜ ਤੋਂ ਅਰਦਾਸ ਕਰਦੇ ਹਾਂ ਵੀ ਜਿੰਨੀ ਵੀ ਜਲਦੀ ਹੋ ਸਕਦਾ ਵੀ ਇਹ ਜਿਹੜਾ ਕਾਨੂੰਨ ਇਹੋ ਜਿਹਾ ਬਣ ਜਾਵੇ ਜਿਹਦੇ ਨਾਲ ਆਪਣੀ ਦਸਤਾਰ ਦੀ ਜੋ ਸ਼ਾਨ ਹੈ ਉਸ ਨੂੰ ਬਰਕਰਾਰ ਰੱਖਦੇ ਹੋਏ, ਅਤੇ ਜਿਹੜਾ ਸਾਡਾ ਇੱਕ ਸ਼ੌਂਕ ਹੈ ਮੋਟਰਸਾਈਕਲ ਚਲਾਉਣ ਦਾ ਉਹ ਵੀ ਸਾਡਾ ਸ਼ੌਂਕ ਪੂਰਾ ਹੋ ਸਕੇ, ਅਤੇ ਜੋ ਨਾਲ ਦੀ ਨਾਲ ਸਾਡਾ ਸਿੱਖੀ ਸਰੂਪ ਹੈ ਉਸ ਦੀ ਵੀ ਪਹਿਚਾਣ ਜੋ ਹੈ ਉਸੇ ਤਰ੍ਹਾਂ ਬਰਕਰਾਰ ਰਹਿ ਸਕੇ। ਸੋ ਮੇਰੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਆਪਣੇ ਵਿਚਾਰ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਹੈਲਮਟ ਦੇ ਮੁੱਦੇ ਉੱਪਰ ਗੱਲਬਾਤ ਕੀਤੀ। ਮੈਂ ਜਾਂਦਿਆਂ ਕੁਛ ਇੱਕ ਜੋ ਫੈਕਟਸ ਹਨ ਜੋ ਸਾਡੇ ਪਾਸ ਪੇਪਰਾਂ ਦੇ ਵਿੱਚ ਮੌਜੂਦ ਨੇ ਉਹ ਆਪ ਜੀ ਨਾਲ ਸਾਂਝੇ ਕਰਦੇ ਹਾਂ ਕਿ ਹੈਲਮਟ ਪਾਉਣਾ ਇੱਕ ਸੇਫਟੀ ਦਾ ਜਾਂ ਟ੍ਰੈਫਿਕ ਦਾ ਇੱਕ ਨਿਯਮ ਹੈ ਔਰ ਸਿਰ ਦੀ ਸੇਫਟੀ ਲਈ ਬੇਹੱਦ ਜ਼ਰੂਰੀ ਹੈ। ਪਰ ਕੀ ਹੈਲਮਟ ਦੇ ਨਾਲ ਤੁਸੀਂ ਸੇਫ ਹੋ? ਕੀ ਹੈਲਮਟ ਤੁਹਾਨੂੰ ਸੇਫ ਰੱਖ ਸਕਦਾ ਹੈ ਅਗਰ ਤੁਸੀਂ ਓਵਰ ਸਪੀਡ ਕਰ ਰਹੇ ਹੋ, ਜਾਂ ਤੁਸੀਂ ਜਦੋਂ ਮੋਟਰਸਾਈਕਲ ਚਲਾਉਂਦੇ ਹੋ ਅਤੇ ਜੋ ਬਾਕੀ ਦੇ ਨਿਯਮ ਹਨ ਟ੍ਰੈਫਿਕ ਦੇ, ਅਗਰ ਤੁਸੀਂ ਉਸ ਨੂੰ ਫੋਲੋ ਨਹੀਂ ਕਰਦੇ ਹੋਏ, ਭਾਵੇਂ ਤੁਹਾਡੇ ਹੈਲਮਟ ਪਾਇਆ ਹੋਇਆ ਹੈ, ਅਗਰ ਤੁਹਾਡੀ ਕੋਈ ਇੰਜਰੀ ਹੁੰਦੀ ਹੈ ਤਾਂ ਉਸ ਲਈ ਕੌਣ ਜ਼ਿੰਮੇਵਾਰ ਹੈ? ਸੋ ਬਹੁਤ ਸਾਰੇ ਇਹੋ ਜਿਹੇ ਕੁਐਸਚਨ ਹਨ ਜੋ ਆਪਾਂ ਆਪਣੇ ਸਾਰਿਆਂ ਦੇ ਮਾਇੰਡ ਦੇ ਵਿੱਚ ਹਨ ਕਿ ਸਿੱਖ ਰਿਲੀਜਨ ਚਾਹੇ ਉਹ BC ਦੇ ਵਿੱਚ ਹੋਵੇ, ਚਾਹੇ ਐਲਬਰਟਾ ਦੇ ਵਿੱਚ ਹੋਵੇ, ਚਾਹੇ ਮੈਨੀਟੋਬਾ, ਚਾਹੇ ontario ਔਰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ, ਸਾਡੀ ਜੋ ਰਿਲੀਜੀਅਸ ਗਰਾਊਂਡ ਹੈ ਉਹ ਸੇਮ ਹੈ, ਪਰ ਫਿਰ ਕਿਉਂ ਕਾਨੂੰਨ ਵੱਖਰੇ ਵੱਖਰੇ ਕਿਉਂ? ਇਹ ਕੁਐਸਚਨ ਹੈ ਆਪ ਜੀ ਦਾ, ਮੇਰਾ, ਸਭ ਦਾ। ਇਸ ਬਾਰੇ ਆਪ ਜੀ ਦੇ ਕੀ ਵਿਚਾਰ ਹਨ? ਸਾਨੂੰ ਆਪਣੇ ਵਿਚਾਰ ਜ਼ਰੂਰ ਦਿਓ। ਅੱਜ ਦਾ ਇਹ ਐਪੀਸੋਡ ਤੁਹਾਨੂੰ ਕਿਵੇਂ ਲੱਗਾ? ਸਾਡੇ ਨਾਲ ਈਮੇਲ ਰਾਹੀਂ, ਫੋਨ ਰਾਹੀਂ ਸੰਪਰਕ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਅਗਲੇ ਹਫ਼ਤੇ ਇੱਕ ਨਵੇਂ ਐਪੀਸੋਡ ਦੇ ਨਾਲ ਨਵੇਂ ਮੁੱਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਤਦ ਤੱਕ ਲਈ ਗੁਰਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।